सत श्री अकाल। लफजां दी दुनिया भाव LDD TV देख रहे दोस्तों, तुहाडा स्वागत है। अज असीं पंजाबी अखरकारी ते पंजाबी भाषा का निकास ते विकास अक्सर स्टूडेंट पुछदे रहिंदे ने कि असीं वधिया अंक किवें लै सकदे हां, सुंदर लिखाई किवें कर सकदे हां। इहदे बारे अज असीं चर्चा करांगे। आपां जगतार सिंह सुखी जी होणां दा निघा स्वागत करते हैं। सर सत श्री अकाल जी। सारिਆਂ ਨੂੰ ਸਤਿ ਸ੍ਰੀ ਅਕਾਲ। इस चैनल ਨੂੰ देख रहे सारे ਸਰੋਤਿਆਂ ਨੂੰ मेरे ਵੱਲੋਂ बहुत ही सत्कार नाल प्यार ਦੇ ਨਾਲ जी आया आखिया ਜਾਂਦਾ है ਤੇ ਸਾਰਿਆਂ ਨੂੰ सत श्री अकाल। जी सर क्योंकि अजकल का जिहड़ा मौसम दौर है ਉਹਦੇ ਵਿੱਚ बहुत सारिया विद्यार्थियों ਦੀਆਂ ਇਹ समस्या ਹੁੰਦੀ ਆ कि पेपर आ रहे ने, पेपर लिखने ने, ਉਹਦੇ वास्ते सुंदर लिखाई ਦੇ ਵੱਖਰੇ अंक आ, ਉਹ अंक ਕਿਵੇਂ हासिल करिए। ਤੇ मेरा सवाल भी पहला यही आ कि बोर्ड के पेपरों ਨੂੰ मद्देनज़र रखदियां ਹੋਇਆਂ विद्यार्थी थोड़े समय ਵਿੱਚ सुंदर लिखाई ਦੇ 5 अंक ਕਿਵੇਂ प्राप्त ਕਰਨ। ਤੁਹਾਡਾ ਇਹ सवाल बड़ा महत्वपूर्ण है ਤੇ ਅਜੋਕੇ ਸਮੇਂ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਸਾਨੂੰ ਸੁੰਦਰ ਲਿਖਾਈ ਦੇ ਅੰਕ ਮਿਲ ਰਹੇ ਨੇ। ਵਿਦਿਆਰਥੀਆਂ ਲਈ ਬਹੁਤ ਵਧੀਆ ਮੌਕਾ ਕਿ ਉਹ ਇਸ ਦੇ ਨਾਲ ਆਪਣੀ ਲਿਖਾਈ ਸੁਧਾਰ ਲੈਣ, ਪ੍ਰੇਰਨਾ ਲੈਣ। ਇਹਦੇ ਵਿੱਚ ਖਾਸ ਨੁਕਤੇ ਨਹੀਂ, ਬੜਾ ਸੌਖਾ ਕੰਮ ਹੈ ਜੀ। ਹੁਣ ਤੇ ਅੱਜ ਕੱਲ ਆਨਲਾਈਨ ਪੜ੍ਹਾਈ ਹੋ ਰਹੀ ਹੈ, ਸਕੂਲ ਵਿਦਿਆਰਥੀ ਨਹੀਂ ਜਾ ਰਹੇ, ਉਹ ਅਭਿਆਸ ਕਰ ਸਕਦੇ ਆ। ਅਭਿਆਸ ਕਰਨ ਦੇ ਕੁਝ ਨੁਕਤੇ ਵੀ ਦੱਸਾਂਗਾ। ਲਿਖਾਈ ਦੇ ਅੰਕ ਪ੍ਰਾਪਤ ਕਰਨ ਦੇ ਲਈ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਦੋਂ ਵੀ ਉਹ ਲਿਖਦੇ ਆ ਤਾਂ ਲਿਖਣ ਸਮੇਂ ਅੱਖਰਾਂ ਨੂੰ ਚੌਰਸ ਤੇ ਲੋੜੀਂਦੀ ਹੀ ਗਲਾਈ ਦੇਣ। ਲਿਖਣ ਸਮੇਂ ਬਾਰ-ਬਾਰ ਹੱਥ ਚੁੱਕ ਕੇ ਲਿਖਣ, ਬਹੁਤ ਜ਼ਿਆਦਾ ਜਲਦਬਾਜ਼ੀ ਨਾ ਕੀਤੀ ਜਾਵੇ। ਇਹ ਅਭਿਆਸ ਦੇ ਨਾਲ ਬਹੁਤ ਤੇਜ਼ੀ ਨਾਲ ਲਿਖਣਾ ਸਿੱਖ ਜਾਣਗੇ। ਪਹਿਲੋਂ ਪਹਿਲ ਜਦੋਂ ਹੁਣ ਲਿਖਣਗੇ ਤਾਂ ਇੱਕ ਪੇਜ ਲਿਖਣ ਤੇ ਸਾਡਾ ਕਾਫੀ ਸਮਾਂ ਲੱਗਦਾ ਹੈ। ਜਿਵੇਂ ਜਿਵੇਂ ਅਸੀਂ ਅਭਿਆਸ ਕਰਦੇ ਜਾਂਦੇ ਹਾਂ ਤਾਂ ਉਹ ਲਿਖਾਈ ਜਿਹੜੀ ਆ ਉਹ ਬੜੀ ਜਲਦੀ ਦੇ ਨਾਲ ਲਿਖੀ ਜਾਏਗੀ। ਉਹਦੇ ਲਈ ਸਾਨੂੰ ਕੀ ਕਰਨਾ ਪਏਗਾ, ਅਸੀਂ ਜਿਹੜਾ ਅਭਿਆਸ ਹੈ ਇਹਦੇ ਕੀ ਕੀ ਨੁਕਤੇ ਨੇ, ਅਸੀਂ ਕਿਹੜੇ ਕਿਹੜੇ ਕਦਮ ਚੁੱਕੀਏ ਕਿ ਸਾਨੂੰ ਉਹ ਜਲਦੀ ਲਿਖਣਾ ਆ ਜਾਵੇ ਤੇ ਸੋਹਣਾ ਲਿਖਣਾ ਆਵੇ। ਉਹਦੇ ਲਈ ਆਪਾਂ ਗੱਲ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਜੇਕਰ ਵਿਦਿਆਰਥੀ ਜਿਹੜੇ ਸੁਣ ਰਹੇ ਨੇ ਉਹ ਕੀ ਕਰਨ ਕਿ ਇੱਕ ਸਾਫ਼ ਕਾਗਜ਼ ਤੇ ਇੱਕ ਪੰਨਾ ਪੂਰਾ ਵਿੰਗੀਆਂ ਟੇਢੀਆਂ ਸਿੱਧੀਆਂ ਜਿਸ ਤਰ੍ਹਾਂ ਵੀ ਜੀ ਕਰਦਾ ਉਹਨਾਂ ਦਾ ਲਕੀਰਾਂ ਮਾਰ ਕੇ ਭਰਨ। ਉਸ ਤਰ੍ਹਾਂ ਕਰਨ ਦੇ ਨਾਲ ਉਹਨਾਂ ਨੂੰ ਗਲਾਈਆਂ ਤੇ ਸਿੱਧੀਆਂ ਟੇਢੀਆਂ ਸਾਰੀਆਂ ਲਾਈਨਾਂ ਦਾ ਅਭਿਆਸ ਹੋ ਜਾਏਗਾ। ਜਦੋਂ ਇਸ ਤਰ੍ਹਾਂ ਕਰਦੇ ਜਾਣਗੇ ਤਾਂ ਇੱਕ ਪੰਨੇ ਤੋਂ ਬਾਅਦ ਉਹਨਾਂ ਨੂੰ ਲੱਗੇਗਾ ਕਿ ਮੈਂ ਲਿਖ ਸਕਦਾ ਛੋਟੀਆਂ ਛੋਟੀਆਂ ਲਾਈਨਾਂ, ਵੱਡੀਆਂ ਲਾਈਨਾਂ ਸਾਰੀਆਂ। ਫਿਰ ਉਹ ਅੱਖਰਾਂ ਦੀ ਬਣਤਰ ਨੂੰ ਦੇਖਣ। ਘਰ ਦੇ ਵਿੱਚ ਕਿਤਾਬਾਂ, ਅਖਬਾਰ, ਰਸਾਲੇ ਆ, ਉਹਨਾਂ ਦੇ ਵਿੱਚ ਜੋ ਕੁਝ ਵੀ ਹੈ ਲਿਖਿਆ ਹੋਇਆ, ਜਾਂ ਬਾਜ਼ਾਰ ਨੂੰ ਜਾਂਦੇ ਆ ਤਾਂ ਰਸਤੇ ਦੇ ਵਿੱਚ ਬੋਰਡ ਲੱਗੇ ਹੋਏ ਫਲੈਕਸ ਤੇ ਉਹਨਾਂ ਨੂੰ ਦੇਖਣ। ਜਦੋਂ ਅੱਖਰ ਦੀ ਬਣਤਰ ਨੂੰ ਦੇਖਦੇ ਆ ਤਾਂ ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਇਹ ਚੀਜ਼ ਸਮਝ ਆ ਜਾਏ। ਜਦੋਂ ਉਹ ਬਾਰ-ਬਾਰ ਦੇਖਣਗੇ, ਅਭਿਆਸ ਕਰਨਗੇ ਤਾਂ ਉਹਨਾਂ ਨੂੰ ਅੱਖਰ ਦੀ ਬਣਤਰ ਜਿਹੜੀ ਆ ਸਮਝ ਆ ਗਈ ਤਾਂ ਉਸ ਨੂੰ ਠੀਕ ਤਰੀਕੇ ਨਾਲ ਕਰਨਗੇ। ਇੱਕ ਚੀਜ਼ ਦਾ ਇਹ ਖਿਆਲ ਰੱਖਿਆ ਜਾਂਦਾ ਕਿ ਅੱਖਰ ਨੂੰ ਬਿਲਕੁਲ ਸਿੱਧਾ ਹੇਠਾਂ ਨੂੰ ਸਿੱਟਣਾ ਹੁੰਦਾ ਤੇ ਸਿੱਟਣ ਦੇ ਸਮੇਂ ਅੱਖਰ ਨੂੰ ਜਿਹੜੀ ਲਾਈਨ ਆ ਉਸ ਲਾਈਨ ਤੋਂ ਉਹਦੇ ਅੱਧ ਤੱਕ, ਜਿਵੇਂ ਸਾਡੇ ਕੋਲੇ ਕਾਪੀ ਦੀ ਇੱਕ ਲਾਈਨ ਹੈ, ਆ ਸਾਡੇ ਕੋਲੇ ਲਾਈਨਦਾਰ ਪੇਜ ਹੈ, ਉਸ ਪੇਜ ਦੇ ਉੱਤੇ ਜਦੋਂ ਅਸੀਂ ਲਿਖਣਾ ਇਸ ਲਾਈਨ ਦੇ ਵਿੱਚ ਪੂਰਾ ਨਹੀਂ ਲਿਖਣਾ ਹੁੰਦਾ, ਇਸ ਦੇ ਅੱਧੀ ਲਾਈਨ ਤੱਕ ਆਪਾਂ ਕੁਝ ਨਮੂਨੇ ਵੀ ਲਿਖਾਂਗੇ। ਅੱਧੀ ਲਾਈਨ ਤੱਕ ਲਿਖਣਾ ਤਾਂ ਕਿ ਹੇਠਲੀ ਲਾਈਨ ਦੀਆਂ ਜਿਹੜੀਆਂ ਸਿਹਾਰੀਆਂ ਬਿਹਾਰੀਆਂ ਉੱਪਰਲੀ ਲਾਈਨ 'ਚ ਲਿਖੇ ਹੋਏ ਅੱਖਰਾਂ ਦੇ ਥੱਲੇ ਲੱਗੇ ਹੋਏ ਔਂਕੜ ਲੈਂਕੜਾ ਉਹਨਾਂ ਦੇ ਵਿੱਚ ਨਾ ਰਲਣ। ਫਿਰ ਜਦੋਂ ਕਈ ਵਾਰ ਕੀ ਕਰਦੇ ਆ ਬੱਚੇ ਲਿਖਦੇ ਲਿਖਦੇ ਛੇਤੀ ਕਰ ਜਾਂਦੇ ਆ, ਛੇਤੀ ਛੇਤੀ ਲਿਖਦੇ ਆ, ਉਹਦੇ ਨਾਲ ਅੱਖਰਾਂ ਦੇ ਵਿੱਚ ਇੱਕੋ ਜਿਹੀ ਵਿੱਥ ਨਹੀਂ ਲੱਗਦੀ। ਇਹ ਵੀ ਜ਼ਰੂਰੀ ਆ ਕਿ ਇੱਕ ਸ਼ਬਦ ਤੋਂ ਦੂਜੇ ਸ਼ਬਦ ਦੇ ਵਿੱਚ ਵਿੱਥ ਹੋਣੀ ਜ਼ਰੂਰੀ ਆ। ਜਦੋਂ ਉਹ ਵਿੱਥ ਕਰਨਗੇ ਤਾਂ ਉਸ ਵਿੱਥ ਦੇ ਨਾਲ ਅੱਖਰਾਂ ਦਾ ਸਪਸ਼ਟ ਹੋ ਜਾਣਾ ਬੜਾ ਵਧੀਆ ਲੱਗੇਗਾ। ਜਦੋਂ ਤੁਸੀਂ ਸੋਹਣਾ ਲਿਖੋਗੇ ਤਾਂ ਦੇਖਣ ਵਾਲੇ ਦੇ ਮਨ ਨੂੰ ਖੁਸ਼ੀ ਹੋਏਗੀ, ਤੁਹਾਡੇ ਅੰਕ ਜਿਹੜੇ ਆ ਉਹ ਪੂਰੇ ਆਉਣਗੇ। ਇਸ ਲਈ ਤੁਸੀਂ ਅਭਿਆਸ ਕਰਨਾ ਸ਼ੁਰੂ ਕਰੋ। ਜਿਵੇਂ ਜਿਵੇਂ ਆਪਣੀ ਗੱਲਬਾਤ ਚੱਲਦੀ ਜਾਏਗੀ ਆਪਾਂ ਅੱਖਰਾਂ ਦੇ ਅਭਿਆਸ ਵੱਲ ਹੁੰਦੇ ਜਾਵਾਂਗੇ ਕਿ ਕਿਹੜਾ ਅੱਖਰ ਕਿਵੇਂ ਪਾਉਣਾ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਹੋਰ ਸਲਾਹ ਦੇਵਾਂਗਾ ਕਿ ਅਸੀਂ ਲਿਖਦੇ ਸਮੇਂ ਦੇਖੋ ਪੈਨਸਲ ਆ ਜਿਵੇਂ ਛੋਟੀ ਆ,
ये छोटी पेंसिल मैं तां रखी कि एडी छोटी पेंसिल या पेन नहीं वरतना, ये साडे हथ की पकड़ नहीं बनती। दूसरा असीं पेन या पेंसिल पूरा ते गोल बिल्कुल इस तरह का गोल वरतना। जदों असीं डिजाइन वाला पेन 3 नुकरा जां असीं 6 नुकरा पेन या पेंसिल वरत लैंदे आ तां साडे हत्थां दे विच इस तरह नहीं घुमदा। जदों इस तरह नहीं घुमदा तां साडीआं गलाइयां नहीं बनदियां, ये लिखाई नूं प्रभावित करदियां। पहले जमाने दे विच की हुंदा इस तरह दीआं कलमां हुंदियां सी, वो कलमां सानूं अभ्यास सिखाउंदियां सी। वो कलम नूं वो गलाई वाली आ पूरी कलम, जदों असीं इस तरह लिखांगे तां जिहड़ा अखर भी लिखना वो बिल्कुल उत्थे लोड़ींदी गलाई दे के घुमेगा। इसे करके ये बार बार मैं कहांगा कि जो एक अखर तो बाद दूजा अखर लिखना तो वो लिखते समय असीं इस गल का पूरा ध्यान रखना कि असीं किवें लिखना। और मैं तुहानूं कुछ अखर लिखने के दिखावां कि किस तरह। सब तो पहला असीं जिवें गुरमुखी लिखना, मेरे ख्याल तुहानूं ये दिस रहा होएगा कि असीं किस तरह लिखना। सीधी लाइन, फिर असीं गग्गे नूं इस तरह लिआंदा, असीं इस दे आ चीज थल्लों बराबर, फिर असीं आ देखो दूजा अखर ये इस तरह करके, फिर असीं जिथे लड़िंदी गलाई आ उत्थे दित्ती आ, इस तरह बिल्कुल सीधा लिआंदा, फिर असीं इसनूं इस तरह लिआंदा। हर अखर नूं पिछों थोड़ा जिहा वधाया जांदा तां कि वो अगले अखर नूं जोड़ देवे। जी सर, इस तरह असीं लिखना। फिर असीं लिखते लिखते तां नूं नहीं जाना ना हेठां नूं जाना। इसका एक सौखा तरीका यह है कि जदों जिहड़ियां लाइनां लाइयां हुंदियां, एक लाइन वाली कापी आ उस ते आ लाइन, असीं इस दे अध ते किवें जावांगे। अभ्यास वेले सौखा तरीका कि एक असीं स्केल रख के 9 दे नाल लाइन विच खिच देनी हुंदी है, जिहड़ी अध ते तुरी जावे ਉਹਦੀ ਛਾਪ ਸਾਨੂੰ ਦਿਸੇਗੀ। ਅਸੀਂ ਜੋ ਲਿਖਾਂਗੇ ਉਸ ਤੋਂ ਹੇਠਾਂ ਉੱਤੇ ਨਹੀਂ ਜਾਵਾਂਗੇ। ਕੁਝ ਕੁ ਪੰਨੇ ਲਿਖਣ ਤੋਂ ਬਾਅਦ ਸਾਡੇ ਜਿਹੜਾ ਹੱਥ ਟਿਕ ਜਾਂਦਾ ਤੇ ਅਸੀਂ ਅੱਖਰਾਂ ਨੂੰ ਉਸੇ ਤਰ੍ਹਾਂ ਵਧੀਆ ਲਿਖਣਾ ਸ਼ੁਰੂ ਕਰ ਦਿੰਦੇ ਹਾਂ। ਮੈਂ ਨਾਲ ਤੁਹਾਨੂੰ ਇਹ ਦੱਸਾਂਗਾ ਕਿ ਇਹ ਜਿਹੜੀ ਕਿਤਾਬ ਆ ਇਹਦੀ PDF ਤਕਰੀਬਨ ਹਰ ਇੱਕ WhatsApp ਦੇ ਗਰੁੱਪ ਵਿੱਚ ਪਾਈ ਜਾ ਚੁੱਕੀ ਆ। ਮੈਂ ਫਿਰ ਵੀ ਭੇਜ ਦੇਵਾਂਗਾ, ਇਸ ਨੂੰ ਜ਼ਰੂਰ ਪੜ੍ਹਨਾ। ਇਹ ਛੋਟੀ ਜਿਹੀ ਆ, ਇਹਦੇ ਵਿੱਚ ਇੱਕ ਇੱਕ ਅੱਖਰ ਨੂੰ ਕਿਵੇਂ ਲਿਖਣਾ, ਕਿੰਨੇ ਐਂਗਲ ਤੇ ਮੋੜਨਾ, ਉਹ ਬੜਾ सरल तरीके दे नाल तुहानूं दस्सिया गया। कागज नूं कित्थे रखना, किवें लिखना, ये सारियां चीज़ां जिहड़ियां आ देखो इस दे उत्ते लिखियां होईयां ने। सो इस नूं भी जरूर पढ़ना। ये आम करके विद्यार्थियों नूं मुफ्त वंडी जाती है तां कि वो सुंदर लिखाई वाल प्रेरित होण। जी सर, आपां इस तरह अगे चलदे जंदे हां जी। ਤੁਹਾਡੀ बहुत ही खूबसूरत बहुत ਵਧੀਆ ਤੁਸੀਂ सजा के बनाई ਆ ਤਾਂ ਕਿ ਵਿਦਿਆਰਥੀ ਸੌਖੇ ਹੋ ਕੇ ਸਮਝ ਸਕਣ। ਅੱਜ ਦੀ ਜਿਹੜੀ ਆਪਣੀ ਇਹ ਕਲਾਸ ਆ, ਲਾਈਵ ਪ੍ਰੋਗਰਾਮ ਆ, ਇਹਦੇ ਵਿੱਚ ਕੁਝ ਜਦੋਂ ਕਿਤਾਬ ਆਪ ਵਿਦਿਆਰਥੀ ਪੜ੍ਹਦਾ ਕਈ ਵਾਰ ਸਮਝ ਨਹੀਂ ਆਉਂਦੀ, ਜਦੋਂ ਤੁਸੀਂ ਇੱਕ ਵਧੀਆ ਟੀਚਰ ਵਧੀਆ ਅਧਿਆਪਕ ਸਮਝਾਉਂਦੇ ਨੇ ਤਾਂ ਉਹ ਹੋਰ ਵੀ ਸੌਖਾ ਹੋ ਕੇ ਪੜ੍ਹ ਲੈਂਦਾ ਆ। ਮੈਂ ਆਮ ਤੌਰ ਤੇ ਵੇਖਿਆ ਕਿ ਵਿਦਿਆਰਥੀਆਂ ਵੱਲੋਂ ਨੰਨਾ ਤੇ ਲੱਲਾ ਜਿਵੇਂ ਲਿਖਦੇ ਨੇ ਉਹਦੇ ਵਿੱਚ ਗਲਤੀ ਹੋ ਜਾਂਦੀ ਆ, ਜਾਂ ਫਿਰ ਕੱਕਾ ਚੱਚਾ ਜੱਜਾ ਜਾਂ ਫਿਰ ਸਿਹਾਰੀ ਬਿਹਾਰੀ ਅਕਸਰ ਗਲਤ ਪਾ ਦਿੰਦੇ ਨੇ। ਇਹਦੀ ਗਲਤ ਵਰਤੋਂ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਜੀ? ਪਹਿਲਾਂ ਤਾਂ ਆਪਾਂ ਇਸ ਦੀ ਬਣਤਰ ਦੀ ਗੱਲ ਕਰੀਏ ਕਿ ਵਿਦਿਆਰਥੀ ਲੱਲਾ ਪਾਉਣ ਲੱਗਿਆ ਜਾਂ ਤਾਂ ਇਸ ਤਰ੍ਹਾਂ ਜਾਂ ਉਹ ਇਸ ਤਰ੍ਹਾਂ ਪਾ ਦਿੰਦੇ ਨੇ। ਅਸੀਂ ਦੇਖਣਾ ਕਿ ਅਸੀਂ ਇਸ ਨੂੰ ਸਿੱਧੀ ਲਾਈਨ ਲਾ ਕੇ ਫਿਰ ਅਸੀਂ ਇਸ ਦੇ ਵਿੱਚ ਤਕੋਣ ਨੂੰ ਇਸ ਤਰ੍ਹਾਂ ਕਰਨਾ। ਜਦੋਂ ਅਸੀਂ ਇਸ ਤਰ੍ਹਾਂ ਕੀਤਾ ਫਿਰ ਅਸੀਂ ਇਹਦੇ ਅੱਧ ਤੋਂ ਬਰਾਬਰ ਗੁਲਾਈ ਲੈ ਕੇ ਆਉਣੀ ਹੁੰਦੀ। ਵਿਦਿਆਰਥੀ ਕਈ ਸ਼ਬਦਾਂ ਨੂੰ ਗਲਤ ਪਾ ਦਿੰਦੇ, ਨਾਣਾ ਪਾਉਣ ਲੱਗਿਆ ਵੀ ਉਹ ਇਸ ਤਰ੍ਹਾਂ ਜੇ ਕਰ ਦਿੰਦੇ ਨੇ। ਜਦੋਂ ਇਸ ਤਰ੍ਹਾਂ ਕਰਦੇ ਇਹ ਗਲਤ ਆ। ਮੈਂ ਤੁਹਾਨੂੰ ਦੱਸਾਂਗਾ ਕਿ ਸਿੱਧੀ ਲਾਈਨ ਲਗਾ ਕੇ ਰੁਕ ਜਾਣਾ, ਫਿਰ ਇਸ ਨੂੰ ਇਸ ਤਰ੍ਹਾਂ ਚੱਲਣਾ, ਇਸ ਤਰ੍ਹਾਂ, ਫਿਰ ਇੱਥੋਂ ਇਸ ਤਰ੍ਹਾਂ ਘੁੰਮਣਾ। ਜੇਕਰ ਤੁਹਾਨੂੰ ਸਿੱਧੇ ਦਿਸ ਰਹੇ ਆ ਤਾਂ ਮੇਰੇ ਖਿਆਲ 'ਚ ਇਹ ਠੀਕ ਲੱਗੇਗਾ ਕਿ ਅਸੀਂ ਅੱਖਰਾਂ ਦੀ ਬਣਤਰ ਨੂੰ ਬਿਲਕੁਲ ਧਿਆਨ ਦੇਣਾ। ਜੇ ਅਸੀਂ ਬੋਰਡਾਂ ਤੇ ਕਿਤਾਬਾਂ ਤੇ ਲਿਖੇ ਪੜਾਂਗੇ ਤਾਂ ਅਸੀਂ ਬਿਲਕੁਲ ਠੀਕ। ਇੱਕ ਵਿਦਿਆਰਥੀ ਕੀ ਕਰਦੇ ਆ, ਜਦੋਂ ਗਲਤ ਹੋ ਜਾਂਦਾ ਉਸਨੂੰ ਇਸ ਤਰ੍ਹਾਂ ਕੱਟਣਾ ਸ਼ੁਰੂ ਕਰ ਦਿੰਦੇ। ਇਹ ਉੱਪਰਲੇ ਜਿਹੜਾ ਪਹਿਲਾ ਸਵਾਲ ਸੀ ਉਹਦੇ ਵਿੱਚ ਵੀ ਆ ਕਿ ਜੇ ਅਸੀਂ ਪੂਰੇ ਨੰਬਰ ਲੈਣੇ ਆ ਤਾਂ ਅਸੀਂ ਇਸ ਨੂੰ ਇਸ ਤਰ੍ਹਾਂ ਨਹੀਂ ਕੱਟਣਾ, ਅਸੀਂ ਇਸ ਨੂੰ ਸਿਰਫ ਇੱਕ ਲਾਈਨ ਲਾਉਣੀ। ਕੋਈ ਸ਼ਬਦ ਗਲਤ ਲਿਖਿਆ ਗਿਆ ਉਹ ਤੇ ਇੱਕ ਹੀ ਲਾਈਨ ਲਾਈ ਜਾਂਦੀ ਆ, ਬਾਰ-ਬਾਰ ਇਸ ਤਰ੍ਹਾਂ ਗੂੜਾ ਲਾਈਨਾਂ ਲਾ ਕੇ ਨਹੀਂ ਕੱਟਿਆ ਜਾਂਦਾ। ਜਿਸ ਤਰ੍ਹਾਂ ਕਰਾਂਗੇ ਉਹ ਹਾਈਲਾਈਟ ਹੋ ਜਾਂਦਾ, ਨਾਲੇ ਉਹ ਸਫਾਈ ਨਜ਼ਰ ਨਹੀਂ ਆਉਂਦੀ। ਇਸ ਕਰਕੇ ਜਦੋਂ ਵੀ ਅਸੀਂ ਲਿਖਣਾ ਕੋਸ਼ਿਸ਼ ਕਰੋ
ਕਿ ਪਹਿਲਾਂ ਮਨ ਦੇ ਵਿੱਚ ਪੂਰੀ ਗੱਲ ਸੋਚ ਲਈ ਜਾਵੇ, ਫਿਰ ਉਸਨੂੰ ਲਿਖ ਦਿੱਤਾ ਜਾਵੇ। ਇਸ ਤਰ੍ਹਾਂ ਕਰਨ ਦੇ ਨਾਲ ਅਸੀਂ ਅੱਖਰਾਂ ਦੀ ਬਣਤਰ ਨੂੰ ਲਾ ਦੇਵਾਂਗੇ। ਸਿਹਾਰੀਆਂ ਬਿਹਾਰੀਆਂ ਦੀ ਗੱਲ ਕਰੀਏ ਤਾਂ ਵਿਦਿਆਰਥੀ ਕੀ ਕਰਦੇ ਆ? ਸਿਹਾਰੀ ਜਾਂ ਬਿਹਾਰੀ ਨੂੰ ਬਹੁਤੇ ਵਿਦਿਆਰਥੀ ਹੇਠੋਂ ਚੱਲਦੇ ਆ, ਉੱਪਰ ਆ ਕੇ ਇਸ ਤਰ੍ਹਾਂ ਚੱਲਦੇ ਨਹੀਂ। ਜਿਵੇਂ ਅਸੀਂ ਚੱਚਾ ਪਹਿਲਾਂ ਕਰਾਂ ਗੱਲ, ਚੱਚਾ ਪਾਉਂਦੇ ਹੋਏ ਅਸੀਂ ਇੱਥੋਂ ਆਵਾਂਗੇ, ਇੱਥੋਂ ਇੱਥੋਂ ਚੱਲੇ, ਇੱਥੋਂ ਘੁੰਮਦੇ ਹੋਏ ਇੱਥੇ ਆ ਕੇ ਰੁਕ ਜਾਣਾ। ਵਿਦਿਆਰਥੀ ਕੀ ਕਰਦੇ? ਇੱਥੋਂ ਚੱਲਦੇ ਆ ਇਸ ਤਰ੍ਹਾਂ ਪਾ ਦਿੰਦੇ। ਇਹ ਗਲਤ ਆ, ਪਹਿਲੀ ਗੱਲ ਤਾਂ। ਫਿਰ ਅਸੀਂ ਇੱਥੇ ਹੁਣ ਜੇ ਸਿਹਾਰੀ ਬਿਹਾਰੀ ਦੀ ਗੱਲ ਕਰੀਏ, ਜੇ ਬਿਹਾਰੀ ਪਾਉਣੀ ਆ, ਪਹਿਲਾਂ ਅਸੀਂ ਥੋੜਾ ਜਿਹਾ ਇਸ ਤਰ੍ਹਾਂ ਡੰਡੀ ਲੱਗਦੀ ਹੈ, ਉੱਪਰੋਂ ਚੱਲਣਾ, ਕਿਸੇ ਵੀ ਅੱਖਰ ਦੀ ਆਖਰੀ ਲਾਈਨ ਤੋਂ ਟੱਚ ਨਹੀਂ ਕਰਨਾ, ਥੋੜਾ ਉੱਚਾ ਰੱਖ ਕੇ ਘੁਮਾਉਂਦੇ ਹੋਏ ਅਸੀਂ ਇੱਥੇ ਲਿਆਉਣਾ, ਬਿਲਕੁਲ ਉਹਦੇ ਸਮਾਨਾਂਤਰ ਤੇ ਇਸਦੇ ਬਰਾਬਰ। ਇਸੇ ਤਰ੍ਹਾਂ ਬੱਚੇ ਕੀ ਕਰਦੇ ਆ? ਲਾਵਾਂ ਤੇ ਦਲਾਵਾਂ, ਹੋੜਾ ਕਨੌੜਾ, ਇਹਨਾਂ ਨੂੰ ਕਿਸ ਤਰ੍ਹਾਂ ਗਲਤ ਪਾਉਂਦੇ ਆ? ਬੱਚੇ ਕੀ ਕਰਦੇ? ਇੱਥੋਂ ਐ ਲਾਵਾਂ, ਇਹ ਗਲਤ ਆ। ਹਿੰਦੀ ਦੇ ਵਿੱਚ ਇਸ ਤਰ੍ਹਾਂ ਘੁੰਡੀ ਬਣਾ ਕੇ ਲਾਮ ਪਾਈ ਜਾਂਦੀ ਆ, ਪਰ ਜੇ ਪੰਜਾਬੀ ਚ ਪਾਉਣੀ ਆ ਤਾਂ ਅਸੀਂ ਉਹ ਕੱਕਾ ਹੀ ਪਾਉਣਾ। ਕੱਕੇ ਨੂੰ ਬਹੁਤ ਵੱਡੀ ਘੁੰਡੀ ਦੇ ਨਾਲ ਬਣਾਇਆ ਜਾਂਦਾ। ਪਹਿਲਾਂ ਤਾਂ ਇਸ ਦੀ ਲਾਮ ਪਾਉਣੀ ਆ ਤਾਂ ਅਸੀਂ ਇਸ ਨੂੰ ਇੱਥੋਂ ਚੱਲਾਂਗੇ 45 ਡਿਗਰੀ ਤੇ ਲਿਆਉਂਦੇ ਹੋਏ, ਇੱਥੋਂ ਟੱਚ ਨਹੀਂ ਕਰਨੀ, ਥੋੜੀ ਜਿਹੀ ਛੱਡ ਦੇਣੀ ਹੁੰਦੀ ਹੈ। ਪਰ ਬੱਚਿਆਂ ਨੂੰ ਜੇ ਦਲਾਵਾਂ ਪਾਉਣ ਨੂੰ ਕਿਹਾ ਗਿਆ ਤਾਂ ਉਹ ਦੇਖੋ ਲੱਲੇ ਦੇ ਉੱਤੇ ਦਲਾਵਾਂ ਪਾਏ ਤਾਂ ਵੀ ਬਣਾ ਦਿੰਦੇ ਅੰਗਰੇਜ਼ੀ ਦੀ। ਅਸੀਂ ਇਸ ਤੋਂ ਰੋਕਣਾ। ਅਸੀਂ ਕੀ ਕਹਿਣਾ ਕਿ ਆਹ ਚੀਜ਼ ਇਸ ਦੇ ਬਰਾਬਰ ਆ ਰਹੀ ਆ, ਦਲਾਵਾਂ ਬਣਾਉਣਾ, ਇੱਥੇ ਮੈਂ ਦਲਾਵਾਂ ਬਣਾ ਦੇਣਾ, ਇਹਨੂੰ ਇੱਥੇ ਲਿਆ ਕੇ ਇਹਦੇ ਨਾਲ ਮਿਲਾਉਂਦੇ ਹੋਏ ਛੱਡ ਦੇਣਾ। ਇੱਥੋਂ ਅਸੀਂ ਛੱਡ ਦੇਣਾ, ਇੱਥੋਂ ਟੱਚ ਨਹੀਂ ਹੋਣੀ, ਇਹ ਅੱਗੇ ਅੱਖਰ ਤੱਕ ਡਿੱਗਦੀ ਹੋਣੀ ਚਾਹੀਦੀ ਹੈ, ਇਸ ਤਰ੍ਹਾਂ ਖੜਮੀ ਨਹੀਂ ਹੋਣੀ ਚਾਹੀਦੀ। ਇਸ ਚੀਜ਼ ਦਾ ਵੀ ਅਸੀਂ ਖਿਆਲ ਰੱਖਣਾ ਹੁੰਦਾ। ਸਿਹਾਰੀਆਂ ਤੇ ਬਿਹਾਰੀਆਂ ਨੂੰ ਵੀ ਤਿੱਖਾ ਨਹੀਂ ਕਰਨਾ ਵੀ ਇਸ ਤਰ੍ਹਾਂ ਤਿੱਖਾ ਕਰਕੇ ਪਾਤਾ, ਬਿਲਕੁਲ ਇਹਦੇ ਪੈਰਲਲ ਉੱਤੋਂ ਗਲਾਈ ਚ ਲਿਆਉਂਦੇ ਹੋਏ ਨਾਲ ਨਹੀਂ ਜੋੜਨਾ। ਘੋੜੇ ਨੂੰ ਜਵਾਕ ਕੀ ਕਰਦੇ ਆ? ਆਮ ਕਰਕੇ ਬੱਚੇ ਚੌਕਾ ਵਾਂਗ ਬਣਾ ਦੇ, 4 ਦਾ ਚੌਕੇ ਵਰਗਾ ਘੋੜਾ ਬਣਾ ਦਿੰਦੇ ਆ। ਉਹਨਾਂ ਨੂੰ ਕਹਿਣਾ ਨਹੀਂ, ਕਦੇ ਵੀ ਇਸ ਤਰ੍ਹਾਂ ਨਹੀਂ ਬਣਾਉਣਾ। ਅਸੀਂ ਦੇਖੋ ਕੱਕੇ ਨੂੰ ਘੋੜਾ ਪਾਉਣ ਲੱਗੇ ਆ ਤਾਂ ਅਸੀਂ ਇਸ ਅੱਖਰ ਦੇ ਬਰਾਬਰ ਨੂੰ ਇੱਥੋਂ ਚੱਲਦੇ ਹੋਏ ਇੱਥੇ ਜਾ ਕੇ ਰੋਕਾਂਗੇ। ਆ ਦੇਖੋ ਨਾਲ ਟੱਚ ਵੀ ਨਹੀਂ ਕੀਤਾ, ਪਰ ਅੱਖਰ ਤੋਂ ਅੱਗੇ ਵੀ ਨਹੀਂ ਜਾਣ ਦਿੱਤਾ, ਨਾ ਪਿੱਛੇ ਜਾਣ ਦੇਣਾ। ਇਹ ਚੀਜ਼ ਦਾ ਖਿਆਲ ਰੱਖ ਕੇ ਜਦੋਂ ਅਸੀਂ ਲਿਖਾਂਗੇ ਤਾਂ ਸਾਡੀ ਲਿਖਾਈ ਜਿਹੜੀ ਆ ਉਹ ਵੀ ਵਧੀਆ ਹੋ ਜੂ ਤੇ ਅੱਖਰਾਂ ਦੀ ਬਣਤਰ ਦੇ ਨਾਲ ਅਸੀਂ ਲਗਾ ਮਾਤਰਾ ਨੂੰ ਵੀ ਠੀਕ ਤਰੀਕੇ ਨਾਲ ਲਿਖਾਂਗੇ। ਜੀ ਸਰ, ਕੀ ਬਾਤ ਹੈ। ਸਰ ਤੁਹਾਡਾ ਮਾਈਕ ਬੰਦ ਹੋ ਗਿਆ ਜੀ। ਹਾਂਜੀ ਜੀ ਜੀ। ਸਰ ਮੇਰਾ ਜਿਹੜਾ ਅਗਲਾ ਸਵਾਲ ਆ ਉਹ ਇਹ ਆ ਕਿ ਆਮ ਤੌਰ ਤੇ ਵਿਦਿਆਰਥੀ ਪੂਰਾ ਸ਼ਬਦ ਲਿਖ ਕੇ ਮਾਰ ਦਿੰਦੇ ਆ, ਚਲੋ ਕੋਈ ਲਾਈਨ ਮਾਰ ਕੇ ਤੇ ਉਹਨੂੰ ਕਵਰ ਕਰ ਲਈਏ। ਜਿਵੇਂ ਮੰਮੇ ਦਾ ਸੱਸਾ ਬਣ ਜਾਂਦਾ, ਪੱਪੇ ਦਾ ਥੱਥਾ ਬਣ ਜਾਂਦਾ ਤੇ ਖੱਖੇ ਦਾ। ਹਾਂਜੀ, ਇਸ ਤਰ੍ਹਾਂ ਦੀ ਜਿਹੜੀ ਗਲਤੀ ਕਰਦੇ ਨੇ ਉਹਦੇ ਵਾਸਤੇ ਤੁਹਾਡੀ ਕੀ ਸਲਾਹ ਹੈ ਜੀ? ਹਰ ਅੱਖਰ ਨੂੰ ਇਕੱਲਾ ਇਕੱਲਾ ਇਸ ਤਰ੍ਹਾਂ ਲਿਖਣਾ ਹੈ ਕਿ ਉਹ ਮੋਤੀਆਂ ਵਾਂਗ ਚਿਣੇ ਜਾਣ ਤੇ ਫਿਰ ਉਹ ਇੱਕ ਲੜੀ ਚ ਪਰੋਏ ਦਿਸਣ। ਉਹਦੇ ਲਈ ਕੀ ਕਰਨਾ ਕਿ ਅਸੀਂ ਉਹ ਚ ਜਿਵੇਂ ਆਪਾਂ ਕਹਿੰਦੇ ਨੇ ਕਿ ਵਾਲ ਜਿੰਨੀ ਵਿੱਥ ਨਾਲ ਇੱਕ ਤੋਂ ਬਾਅਦ ਦੂਜਾ ਅੱਖਰ ਸ਼ੁਰੂ ਕਰਨਾ, ਕਦੇ ਵੀ ਉੱਪਰ ਲਾਈਨ ਨਹੀਂ ਲਾਉਣੀ। ਤੁਸੀਂ ਆਹ ਨਮੂਨਾ ਦੇਖੋ ਕਿ ਇਸ ਦੇ ਵਿੱਚ ਜੋ ਅੱਖਰ ਨੇ ਉਹਨਾਂ ਅੱਖਰਾਂ ਦੇ ਵਿੱਚ ਜਿਵੇਂ ਸੱਚੀ ਤੇਰੀ ਸਿੱਖ ਸੱਚੀ ਸਲਾਹ, ਤਾਂ ਸੱਚੀ ਦੇ ਵਿੱਚ ਸੱਸਾ ਤੇ ਚੱਚਾ ਤੇ ਜਿਹੜੀ ਬਿਹਾਰੀ ਆ, ਇਹਨਾਂ ਦੇ ਵਿੱਚ ਮਾਮੂਲੀ ਜਿਹੀ ਵਿੱਥ ਆ। ਇਹ ਵਿੱਥ ਜਿਹੜੀ ਆ ਅੱਖਰ ਨੂੰ ਉਹਦੀ ਹੋਂਦ ਨੂੰ ਦਰਸਾਉਂਦੀ ਕਿ ਇਕੱਲਾ ਇਕੱਲਾ ਅੱਖਰ ਆ। ਪਰ ਜਿਹੜਾ ਸ਼ਬਦ ਆ ਸੱਚੀ ਤੇ ਤੇਰੀ ਦੇ ਵਿਚਾਲੇ ਵਿੱਥ ਪਾਈ ਗਈ ਆ, ਉਹ ਜ਼ਿਆਦਾ ਵਿੱਥ ਆ। ਸ਼ਬਦ ਤੋਂ ਸ਼ਬਦ ਦੀ ਵਿੱਥ ਜ਼ਿਆਦਾ ਰੱਖਣੀ ਆ ਤੇ ਅੱਖਰ ਨੂੰ ਨਾਲ ਜੋੜਦੇ ਸਮੇਂ ਉੱਪਰ ਲਾਈਨ ਬਿਲਕੁਲ ਨਹੀਂ ਲਗਾਉਣੀ। ਜੇ ਅਸੀਂ ਲਗਾਵਾਂਗੇ ਤਾਂ ਉਹਦੇ ਨਾਲ ਉਹ ਅੱਖਰ ਦੀ ਬਣਤਰ ਵਿਗੜ ਜਾਂਦੀ ਹੈ। ਜਿਵੇਂ ਮੰਮੇ ਤੋਂ ਸੱਸਾ ਬਣ ਜਾਂਦਾ, ਤੁਸੀਂ ਕਿਹਾ ਸੀ, ਉਹ ਗੱਲ ਤੁਹਾਡੀ ਬਿਲਕੁਲ ਠੀਕ ਆ। ਬੱਚਿਆਂ ਨੂੰ ਅਸੀਂ ਇਸ ਗੱਲੋਂ ਵਰਜਣਾ ਕਿ ਅਸੀਂ ਉਸ ਅੱਖਰ ਨੂੰ ਲਿਖਦੇ ਜਿਵੇਂ ਪੱਪਾ, ਪੱਪੇ ਦੇ ਉੱਤੇ ਜੇ ਲਾਈਨ ਲੱਗ ਗਈ ਸਾਰੀ ਭੁਲੇਖੇ ਨਾਲ ਵੀ ਤਾਂ ਧੱਦਾ ਬਣ ਜਾਏਗਾ। ਇਸ ਲਈ ਅਸੀਂ ਜਿੰਨੀ ਕੋਸ਼ਿਸ਼ ਕਰਨੀ ਹੈ ਕਿ ਇਕੱਲੇ ਇਕੱਲੇ ਅੱਖਰ ਨੂੰ ਚਿਣਨਾ ਹੈ, ਲਿਖਣ ਦੇ ਸਮੇਂ ਚਿਣਿਆ ਜਾਵੇ। ਇਹ ਚੀਜ਼ ਦਾ ਅਸੀਂ ਖਿਆਲ ਰੱਖਣਾ ਹੁੰਦਾ। ਜੀ ਸਰ। ਜੀ ਸਰ, ਆਮ ਤੌਰ ਤੇ ਨਾ ਜਦੋਂ ਵਿਦਿਆਰਥੀ ਮਿਲਦੇ ਨੇ ਤੇ ਉਹ ਕਹਿੰਦੇ ਸੁੰਦਰ ਲਿਖਾਈ ਤੇ ਕਰ ਲਾਂਗੇ, ਪਹਿਲਾਂ ਦੱਸੋ ਕਿ ਕਿਹੜਾ ਪੈਨ ਵਧੀਆ ਆ, ਕਿੰਨਾ ਸੁੰਦਰ ਲਿਖਾਈ ਹੋ ਸਕਦੀ ਆ, ਇਹਦੇ ਬਾਰੇ ਕੀ ਕਹੋਗੇ? ਜੇਕਰ ਤੁਸੀਂ ਬਾਲ ਪੈਨ ਨਾਲ ਲਿਖਦੇ ਹੋ, ਬਾਲ ਪੈਨ ਨਾਲ ਲਿਖਾਈ ਸਾਫ਼ ਨਹੀਂ ਹੁੰਦੀ, ਉਹਦੇ ਨਾਲ ਤੇਜ਼ੀ ਨਾਲ ਤਾਂ ਲਿਖਿਆ ਜਾਂਦਾ ਹੈ ਪਰ ਉਹ ਹੌਲੀ ਹੌਲੀ ਉਹਦੀ ਜਿਹੜੀ ਗੋਲੀ ਘਸ ਜਾਂਦੀ ਆ। ਬਾਲ ਪੈਨ ਦੇ ਵਿੱਚ ਏਡੇ ਵਧੀਆ ਹੁਣ ਸਿੱਕੇ ਨਹੀਂ ਆਉਂਦੇਗੇ। ਮੈਂ ਇਹ ਸਲਾਹ ਦੇਵਾਂਗਾ ਕਿ ਸਟਿਕ ਦੇ ਪੈਨ ਕਿਸੇ ਖਾਸ ਕੰਪਨੀ ਦੀ ਗੱਲ ਨਹੀਂ ਹੈ। ਕੁਝ ਪੈਨ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਤੋਂ ਬਣਿਆ ਹੁੰਦਾ। ਜਦੋਂ ਇਹਦੇ ਨਾਲ ਲਿਖਦੇ ਹਾਂ ਅਸੀਂ ਤਾਂ ਇਹਦੇ ਵਿੱਚ ਸਿਆਹੀ ਵੀ ਪੈ ਜਾਂਦੀ ਹੈ, ਇਹ ਭਰਿਆ ਜਾਂਦਾ।
ਪਹਿਲਾਂ ਨਿੱਬ ਵਾਲੇ ਪੈਨ ਸੀ, ਉਹਦੇ ਨਾਲ ਹੱਥ ਲਿਬੜਦੇ ਆ, ਬੱਚੇ ਹੁਣ ਲਿਖਦੇ ਨਹੀਂ। ਤਾਂ ਇਸ ਨੂੰ ਇਹਦੇ ਨਾਲ ਲਿਖਿਆ ਜਾ ਸਕਦਾ ਹੈ। ਇਹਦੇ ਨਾਲ ਆਪਾਂ ਕਿਵੇਂ ਲਿਖਾਂਗੇ? ਬਿਲਕੁਲ ਕਲਮ ਵਰਗਾ ਲਿਖਿਆ ਜਾਏਗਾ। ਲਿਖਾਈ ਵੀ ਆਪਣੇ ਆਪ ਬਣਦੀ ਆ ਤੇ ਲਿਖਿਆ ਵੀ ਜਾਂਦਾ। ਇਹ ਜਿਹੜਾ ਪੈਨ ਆ, ਇਹ ਪੈਨ ਸਿਆਹੀ ਵਾਂਗ ਕੰਮ ਕਰਦਾ। ਇਹਦੇ ਨਾਲ ਲਿਖਣ ਦੇ ਨਾਲ ਨਾਲ ਬੱਚੇ ਦੀ ਲਿਖਾਈ ਦੇ ਵਿੱਚ ਕਾਫੀ ਫਰਕ ਪੈ ਜਾਂਦਾ। ਬਸ ਉਹੀ ਗੱਲ ਹੈ ਕਿ ਅਸੀਂ ਪੈਨ ਵਰਤਣ ਸਮੇਂ ਇਸ ਚੀਜ਼ ਦਾ ਖਿਆਲ ਰੱਖਣਾ ਕਿ ਪੈਨ ਜਿਹੜਾ ਗੋਲ ਹੋਵੇ। ਇਸ ਤਰ੍ਹਾਂ ਜਿਵੇਂ ਪਹਿਲਾਂ ਗੱਲ ਕੀਤੀ ਆ, ਅਸੀਂ ਦੂਸਰਾ ਪੈਨ ਨਹੀਂ ਲੈਣਾ। ਜੇਕਰ ਬੱਚੇ ਨੇ ਸ਼ੌਕ ਵਜੋਂ ਕੈਲੀਗ੍ਰਾਫੀ, ਅੱਖਰਕਾਰੀ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੇ ਚ ਲਿਖਣਾ ਤਾਂ ਉਹਦੇ ਲਈ ਆਮ ਕਰਕੇ ਸਸਤੇ ਪੈਨ ਬਾਜ਼ਾਰੋਂ ਮਿਲ ਜਾਂਦੇ ਆ। ਬਹੁਤ ਮਹਿੰਗੇ ਪੈਨ ਦੀ ਲੋੜ ਨਹੀਂ। ਉਹਨਾਂ ਨੂੰ ਇਹ ਦੇਖ ਲੈਣਾ ਕਿ ਉਹਨਾਂ ਪੈਨਾਂ ਦੇ ਵਿੱਚ ਜਿਹੜੀ ਨਿੱਬ ਆ, ਉਹ ਪੈਨ ਦੀ ਨਿੱਬ ਥੋੜੀ ਜਿਹੀ ਟੇਢੀ ਕੱਟੀ ਹੋਵੇ, ਇਸ ਤਰ੍ਹਾਂ ਦੀ। ਇਹ ਪੈਨ ਬਾਜ਼ਾਰੋਂ ਮਿਲ ਜਾਂਦੇ ਆ। ਇਹਨਾਂ ਪੈਨਾਂ ਨਾਲ ਵਧੀਆ ਲਿਖਿਆ ਜਾਂਦਾ ਹੈ। ਜਿਵੇਂ ਅਸੀਂ ਲਿਖਣਾ ਸ਼੍ਰੇਣੀ, ਆ ਦੇਖੋ ਆਪਣੇ ਆਪ ਹੀ ਅੱਖਰ ਨੂੰ ਕੱਟ ਰਿਹਾ ਪਿੱਛੋਂ। ਗਲਾਈ ਆਪਣੇ ਆਪ ਹੀ ਦੇ ਰਿਹਾ। ਅਸੀਂ ਉਸੇ ਹਿਸਾਬ ਨਾਲ ਰੇਂਜ, ਕੁਝ ਰੇਂਜ ਘੱਟ ਹੋਣ ਕਰਕੇ ਵੀਡੀਓ ਸਾਫ਼ ਨਹੀਂ ਦਿਖਾਈ ਦੇ ਰਹੀ। ਆ ਦੇਖੋ, ਇਸ ਪੈਨ ਨਾਲ ਜਦੋਂ ਵੀ ਲਿਖਦੇ ਆ ਕੋਈ ਲਾਈਨ ਲਾਉਣੇ ਆ, ਦੇਖੋ ਤਾਂ ਲਾਈਨ ਅਖੀਰ ਤੇ ਜਾ ਕੇ ਥੋੜੀ ਜਿਹੀ ਟੇਢੀ ਕਟਿੰਗ ਹੁੰਦੀ ਉਹਦੀ। ਇਸ ਤਰ੍ਹਾਂ ਜੇ ਕਲਮ ਜਾਂ ਪੈਨ ਉਹ ਅਜਿਹਾ ਵਰਤੀਏ ਕਿ ਜਿਹਦੇ ਵਿੱਚ ਉਸਦੀ ਅਗਲੀ ਨਿੱਬ ਥੋੜੀ ਜਿਹੀ ਟੇਢੀ ਹੋਵੇ। ਬੱਚੇ ਨੂੰ ਕਹਿਣਾ ਕਿ ਕੈਲੀਗ੍ਰਾਫੀ ਦੇ ਉਹ ਪੈਨ ਹੀ ਲੈਣੇ ਆ ਜਿਹੜੇ ਪੈਨ ਦੇ ਵਿੱਚ ਥੋੜੀ ਜਿਹੀ ਨਿੱਬ ਟੇਢੀ ਹੋਵੇ। ਉਹਦੇ ਨਾਲ ਉਹਦੀ ਗਲਾਈ ਬਣਾਉਣ ਵੇਲੇ, ਅੱਖਰ ਲਿਖਣ ਵੇਲੇ ਬਿਲਕੁਲ ਸਹੀ ਲਿਖਿਆ ਜਾਵੇਗਾ। ਸੋ ਬੱਚਿਆਂ ਨੂੰ ਚਾਹੀਦਾ ਕਿ ਨਿੱਬ ਵਾਲੇ ਪੈਨ ਦਾ ਹੁਣ ਰਿਵਾਜ ਖਤਮ ਹੋ ਗਿਆ ਤਾਂ ਅਸੀਂ ਉਹਦਾ ਬਦਲ ਲੈਣਾ। ਉਹਦਾ ਬਦਲ ਅਸੀਂ ਕੀ ਲਵਾਂਗੇ? ਉਹਦਾ ਬਦਲ ਅਸੀਂ ਸਟਿਕ ਦੇ ਇਸ ਤਰ੍ਹਾਂ ਦੇ ਪੈਨ ਵਰਤ ਲਈਏ। ਇਹ ਪੈਨ ਜਿਹੜੇ ਆ ਸੁੰਦਰ ਲਿਖਾਈ ਲਈ ਬਹੁਤ ਵਧੀਆ, ਇਹ ਨਿੱਬ ਦੀ ਥਾਂ ਤੇ ਵੀ ਕੰਮ ਦਿੰਦੇ ਆ ਤੇ ਠੀਕ ਰਹਿੰਦੇ ਆ। ਜੀ ਸਰ। ਸਰ ਜਿਵੇਂ ਹੁਣ ਤੁਸੀਂ ਦੱਸਿਆ ਕਿ ਵੱਖ-ਵੱਖ ਪੈਨ ਜਿਹੜੇ ਨੇ ਉਹ ਵਰਤੇ ਜਾ ਸਕਦੇ ਨੇ, ਉਸ ਤੋਂ ਬਾਅਦ ਗੱਲ ਆਉਂਦੀ ਆ ਕਿ ਹੱਥ ਕਿੱਦਾਂ ਰੱਖਣ, ਉਹ ਆਪਣੇ ਹੱਥ ਨੂੰ ਕਿਸ ਤਰ੍ਹਾਂ ਟਿਕਾਉਣ ਕਿ ਅੱਖਰਾਂ ਨੂੰ ਸਹੀ ਆਕਾਰ ਦਿੱਤਾ ਜਾ ਸਕੇ। ਉਸ ਦੇ ਲਈ ਹੈ ਕਿ ਜਦੋਂ ਅਸੀਂ ਕਿਸੇ ਸਾਫ਼ ਥਾਂ ਤੇ ਬੈਠੇ ਹੁੰਦੇ ਹਾਂ ਤਾਂ ਸਾਡੇ ਜਿਹੜਾ ਸਾਹਮਣੇ ਆ ਜਿਸ ਤੇ ਅਸੀਂ ਲਿਖਣਾ, ਸਾਡਾ ਫੱਟਾ ਜਾਂ ਮੇਜ਼ ਆ, ਉਸ ਦੇ ਉੱਤੇ ਹੋਰ ਕੋਈ ਚੀਜ਼ ਅੜਿੱਕਾ ਨਾ ਪਾਉਂਦੀ ਹੋਵੇ। ਖਾਸ ਕਰਕੇ ਜਿਹੜੀ ਥੋੜੀ ਪੂਣੀ ਆ, ਜਦੋਂ ਲਿਖਦੇ ਆ ਇਹਦੇ ਪਿਛਲੇ ਬੰਨੇ ਕੋਈ ਚੀਜ਼ ਅਜਿਹੀ ਨਾ ਹੋਵੇ ਕਿ ਲਿਖਦੇ ਸਮੇਂ ਇਸ ਤਰ੍ਹਾਂ ਉਹ ਅੜਿੱਕਾ ਪਾਵੇ। ਪਹਿਲੀ ਗੱਲ ਇਹ ਆ। ਦੂਸਰੀ ਗੱਲ ਇਹ ਆ ਕਿ ਅਸੀਂ ਬਿਲਕੁਲ ਇਸ ਤਰ੍ਹਾਂ ਸਿੱਧਾ ਨਹੀਂ ਰੱਖਣਾ। ਇਹਨੂੰ ਅਸੀਂ ਥੋੜਾ ਜਿਹਾ 45 ਡਿਗਰੀ 40 ਡਿਗਰੀ ਦੇ ਐਂਗਲ ਤੇ ਟੇਢਾ ਇਸ ਤਰ੍ਹਾਂ ਇਸ ਨੂੰ ਰੱਖਾਂਗੇ। ਫਿਰ ਅਸੀਂ ਉੱਤੇ ਲਿਖਣਾ ਸ਼ੁਰੂ ਕਰਾਂਗੇ ਇੰਨੇ ਐਂਗਲ ਤੇ। ਜਦੋਂ ਅਸੀਂ ਇਸ ਤਰ੍ਹਾਂ ਲਿਖਾਂਗੇ ਤਾਂ ਸਾਡੀ ਕੂਣੀ ਇਸ ਤਰ੍ਹਾਂ ਲਿਖੇਗੀ। ਜਦੋਂ ਇਸ ਤਰ੍ਹਾਂ ਅੱਖਰਾਂ ਦੀ ਬਣਤਰ ਨਹੀਂ ਬਣੂਗੀ। ਜੇ ਉਹ ਥੋੜਾ ਜਿਹਾ ਇਸ ਤਰ੍ਹਾਂ ਤਾਂ ਸਾਡਾ ਹੱਥ ਬਿਲਕੁਲ ਇਸ ਤਰ੍ਹਾਂ ਚੱਲੇਗਾ। ਇਸ ਚੀਜ਼ ਦਾ ਖਿਆਲ ਰੱਖ ਕੇ ਕਿ ਅਸੀਂ ਹੱਥ ਨੂੰ ਕਿੱਥੇ ਰੱਖਣਾ, ਹੱਥ ਨੂੰ ਅਸੀਂ ਇਸ ਤਰ੍ਹਾਂ ਕਾਗਜ਼ ਨੂੰ ਟੇਢਾ ਰੱਖ ਕੇ ਫਿਰ ਚਲਾਉਣਾ ਤੇ ਹੱਥ ਦੇ ਇਧਰਲੇ ਪਾਸੇ ਕੋਈ ਵੀ ਚੀਜ਼ ਅੜਿੱਕੇ ਵਾਲੀ ਨਾ ਪਈ ਹੋਵੇ। ਇਸ ਗੱਲ ਦਾ ਪੂਰਾ ਖਿਆਲ ਰੱਖ ਕੇ। ਜੀ ਸਰ। ਇਹ ਤਾਂ ਸਰ ਜਿਵੇਂ ਹੁਣ ਜਿਹੜੇ ਬੋਰਡ ਦੇ ਪੇਪਰ ਨੇ ਉਹਨਾਂ ਵਿਦਿਆਰਥੀਆਂ ਦੇ ਲਈ ਹਦਾਇਤਾਂ ਨੇ। ਇਸ ਤੋਂ ਇਲਾਵਾ ਜਦੋਂ ਅਸੀਂ ਇੱਕ ਛੋਟੇ ਬੱਚੇ ਨੂੰ ਲਿਖਣਾ ਸਿਖਾਉਂਦੇ ਹਾਂ, ਸ਼ੁਰੂਆਤ ਕਰਦੇ ਹਾਂ, ਤਾਂ ਉਹਦੇ ਵਾਸਤੇ ਕਿਹੜੀਆਂ-ਕਿਹੜੀਆਂ ਹਦਾਇਤਾਂ ਜਿਹੜੀਆਂ ਸਾਨੂੰ ਖਿਆਲ ਰੱਖਣਾ ਚਾਹੀਦਾ ਜਿਹਨਾਂ ਗੱਲਾਂ ਦਾ, ਉਹ ਕਿਹੜੇ ਨੁਕਤੇ ਨੇ ਜੀ? ਕੁਝ ਗੱਲਾਂ ਆਪਾਂ ਇਹਦੇ ਤੇ ਪਹਿਲਾਂ ਕੀਤੀਆਂ ਸੀ ਕਿ ਅਸੀਂ ਛੋਟੇ ਬੱਚੇ ਨੂੰ ਕਦੇ ਵੀ 6 ਪਹਿਲੂ ਵਾਲੀ ਪੈਨਸਿਲ ਨਹੀਂ ਦੇਣੀ। ਫਿਰ ਅਸੀਂ ਉਸਨੂੰ ਕਦੇ ਵੀ ਇਹ ਨਹੀਂ ਕਹਿਣਾ ਕਿ ਹੁਣੇ ਹੀ ਤੂੰ ਪਹਿਲੇ ਮੁੱਢਲੇ ਲੈਸਨਾਂ 'ਚ, ਮੁੱਢਲੀਆਂ ਗੱਲਾਂ 'ਚ ਕਿ ਤੂੰ ਹੁਣੇ ਹਿਸਾਬ ਲੈ। ਉਸਨੂੰ ਲਿਖਣ ਦਿਓ ਜਿਸ ਤਰ੍ਹਾਂ ਵਿੰਗਾ ਟੇਢਾ ਲਿਖਦਾ, 2-4 ਪੇਜ 10 ਪੇਜ ਉਹ ਲਿਖੇਗਾ। ਇਹਦੇ ਨਾਲ ਕੀ ਹੋਏਗਾ ਕਿ ਉਹਦੀ ਥੋੜੀ ਜਿਹੀ ਹੱਥਾਂ ਦੇ ਵਿੱਚ ਗੁਲਾਈ ਆ ਜਾਏਗੀ। ਮੰਨ ਲਓ ਉਹ ਸੱਸਾ ਵੀ ਲਿਖਦਾ ਜਾਂ ਹਾਹਾ ਲਿਖਦਾ, ਉਹ ਗੋਲ ਲਿਖ ਜਾਂਦਾ। ਉਹਦੀ ਉਹ ਗੁਲਾਈ ਜਿਹੜੀ ਆ ਚੱਚੇ, ਦੱਦੇ, ਪੱਪੇ ਇਹਦੇ ਵਿੱਚ ਕੰਮ ਆਊਗੀ। ਜਦੋਂ ਅੱਖਰਾਂ ਦੇ ਨਾਲ ਉਹਦੀ ਪਹਿਚਾਣ ਬਣ ਗਈ, ਉਸ ਤੋਂ ਬਾਅਦ ਉਹਨੂੰ ਦੱਸਣਾ
कि ਅਸੀਂ ਕਿਹੜਾ ਅੱਖਰ ਛੋਟੇ ਬੱਚੇ ਨੂੰ ਪਿਆਊੜਾ ਇਸ ਤਰ੍ਹਾਂ ਪਏਗਾ, ਆੜਾ ਇਸ ਤਰ੍ਹਾਂ ਪਏਗਾ, ਈੜੀ ਇਸ ਤਰ੍ਹਾਂ ਪਏਗੀ। ਉਸ ਤੋਂ ਬਾਅਦ ਦੱਸਣਾ, ਫਿਰ ਉਹਨੂੰ ਇਹ ਦੱਸਣਾ ਕਿ ਅੱਖਰਾਂ ਨੂੰ ਜਦੋਂ ਅਸੀਂ ਕੋਈ ਲਾਈਨ ਥੱਲੇ ਨੂੰ ਸਿੱਟਣੀ ਆ ਉਹ 90 ਡਿਗਰੀ ਤੇ ਹੁੰਦੀ ਆ। ਉਹਦੇ ਲਈ ਕੀ ਦੱਸਾਂਗੇ ਅਸੀਂ ਕਿ ਇੱਕ ਸਿੱਧੀ ਲਾਈਨ ਤੇ ਜਾ ਰਹੀ ਹੈ ਜਿਸ ਤੇ ਲਿਖ ਰਿਹਾ, ਇੱਕ ਉਹਦੇ ਦੱਸਣਾ ਜਿਹੜਾ ਹਾਸ਼ੀਏ ਵਾਲੀ ਲਾਈਨ ਆ ਇਹਦੇ ਵਾਂਗ ਹੀ ਸਿੱਧੀ ਜਾਵੇ, ਉਹ ਕਦੇ ਵੀ ਇਸ ਤਰ੍ਹਾਂ ਟੇਢੀ ਨਾ ਜਾਵੇ ਸੱਜੇ ਜਾਂ ਖੱਬੇ ਨੂੰ। ਫਿਰ ਅਸੀਂ ਉਸਨੂੰ ਇਹ ਦੱਸਣਾ ਕਿ ਕੁਝ ਅੱਖਰਾਂ ਦੀ ਥੱਲੇ ਹੇਠੋਂ ਗਲਾਈ ਹੁੰਦੀ, ਜਿਵੇਂ ਹਾ ਹਾ ਰਾ ਰਾ, ਤਾਂ ਅਸੀਂ ਉਹਦੀ ਗਲਾਈ ਨੂੰ ਤਿੱਖੀ ਨੁੱਕਰ ਨਹੀਂ ਬਣਾਉਣੀ। ਬਹੁਤ ਸਾਰੇ ਬੱਚੇ ਕੀ ਕਰਦੇ ਆ ਕਿ ਅੱਖਰਾਂ ਦੀਆਂ ਨੁੱਕਰਾਂ ਤਿੱਖੀਆਂ ਕਰਦੇ, ਉਹਨੂੰ ਬਣਤਰ 'ਚ ਫਰਕ ਪੈ ਜਾਂਦਾ। ਅਸੀਂ ਲਿਖਦੇ ਸਮੇਂ ਬੱਚੇ ਨੂੰ ਦੱਸਣਾ ਅੱਖਰ ਨੂੰ ਇਸ ਤਰ੍ਹਾਂ ਚੌੜਾ ਜਿੰਨਾ ਮਰਜ਼ੀ ਲਿਖੇ, ਹੇਠਾਂ ਨੂੰ ਨਹੀਂ ਲਮਕਾਉਣਾ। ਇਹਨਾਂ ਚੀਜ਼ਾਂ ਨੂੰ ਅਸੀਂ ਦੱਸਦੇ ਹੋਏ ਉਹਨੂੰ ਅਭਿਆਸ ਕਰਾਉਣਾ। ਉਹਨੂੰ ਲਿਖਣ ਦੇ ਲਈ ਛੋਟੇ ਬੱਚੇ ਨੂੰ ਇਸ ਚੀਜ਼ ਦਾ ਵੀ ਖਿਆਲ ਰੱਖਣਾ ਕਿ ਉਹਨੂੰ ਦੱਸਣਾ ਕਿ ਅਸੀਂ ਕਿੰਨੇ ਐਂਗਲ ਤੇ ਸਾਡੀ ਕਾਪੀ ਰੱਖੀ ਹੋਵੇ, ਅੱਖਾਂ ਤੋਂ 1.5 ਗਿੱਠ ਦੀ ਦੂਰੀ ਘੱਟ ਤੋਂ ਘੱਟ ਹੋਵੇ। ਇਹ ਨਹੀਂ ਬੱਚਾ ਜਿਹੜਾ ਕਾਗਜ਼ ਜਮਾਂ ਨੇੜੇ ਕਰਕੇ ਇਸ ਤਰ੍ਹਾਂ ਲਿਖੇ ਜਾਂ ਬਹੁਤ ਦੂਰ ਕਰਕੇ ਲਿਖੇ। ਉਸਦੇ ਬੈਠਣ ਦਾ ਢੰਗ, ਉਸਨੂੰ ਕਾਗਜ਼ ਰੱਖਣ ਦਾ ਢੰਗ, ਉਸਨੂੰ ਪੈਨਸਿਲ ਫੜਨ ਦਾ ਢੰਗ, ਪੈਨ ਫੜਨ ਦਾ ਢੰਗ, ਇਹ ਸਾਰੇ ਚੀਜ਼ਾਂ ਅਸੀਂ ਦੱਸਣ ਤੋਂ ਬਾਅਦ ਫਿਰ ਉਹਦਾ ਅਭਿਆਸ ਕਰਾਉਣਾ। ਜਿਵੇਂ ਜਿਵੇਂ ਅੱਖਰਾਂ ਦੀ ਉਹ ਪਹਿਚਾਣ ਕਰ ਜਾਂਦਾ ਫਿਰ ਉਹਦੀ ਬਣਤਰ ਵੱਲ ਜਾਓ। ਅਸੀਂ ਕੀ ਕਰਦੇ ਹਾਂ, ਅਸੀਂ ਪਹਿਲਾਂ ਹੀ ਉਹਨੂੰ ਹਜੇ ਉਹਨੂੰ ਊੜਾ ਆੜਾ ਪੂਰਾ ਆਇਆ ਨਹੀਂ ਹੁੰਦਾ, ਅਸੀਂ ਉਹਨੂੰ ਜ਼ੋਰ ਦੇਣਾ ਸ਼ੁਰੂ ਕਰ ਦਿੰਦੇ ਹਾਂ, ਨਹੀਂ ਸੋਹਣਾ ਦੇ ਸੋਹਣਾ ਦੇ। ਜਦੋਂ ਉਹ ਅੱਖਰਾਂ ਦੀ ਪਹਿਚਾਣ ਕਰ ਗਿਆ ਕਿਤਾਬ ਤੋਂ, ਫਿਰ ਆਪਣੇ ਆਪ ਹੀ ਉਹਨੂੰ ਕੁਝ ਪਤਾ ਲੱਗ ਜਾਣਾ ਕਿ ਅੱਖਰ ਤਾਂ ਇਸ ਤਰ੍ਹਾਂ ਪੈਂਦਾ। ਲਿਖਾਈ ਦੇ ਮਾੜੇ ਹੋਣ ਦਾ ਬਹੁਤਾ ਕਾਰਨ ਇਹ ਆ ਕਿ ਅਸੀਂ ਉਸਨੂੰ ਪਹਿਚਾਣ ਤੋਂ ਪਹਿਲਾਂ ਹੀ ਲਿਖਣਾ ਸਿਖਾ ਦਿੰਦੇ ਹਾਂ, ਜਦੋਂ ਕਿ ਅਸੀਂ ਸਭ ਤੋਂ ਪਹਿਲਾਂ ਹੁੰਦਾ ਸੁਣਨਾ, ਬੋਲਣਾ, ਪੜ੍ਹਨਾ ਤੇ ਫਿਰ ਲਿਖਣਾ। ਪਰ ਅਸੀਂ ਮਗਰਲੇ ਜਿਹੜੇ ਦੋ ਚੀਜ਼ਾਂ, ਪਹਿਲਾਂ ਲਿਖਣਾ ਤੇ ਫਿਰ ਪੜ੍ਹਨਾ, ਸਿਖਾਉਣਾ ਸ਼ੁਰੂ ਕਰਦੇ ਹਾਂ। ਇਹ ਚਾਰੇ ਜਿਹੜੇ ਕੌਸ਼ਲ ਸਿੱਖਣ ਦੇ ਆ, ਇਹਨਾਂ ਨੂੰ ਅਸੀਂ ਅੱਗੇ ਪਿੱਛੇ ਕਰਨ ਕਰਕੇ ਹੀ ਲਿਖਾਈ ਮਾੜੀ ਵੱਲ ਹੋ ਗਏ ਹਾਂ। ਸਾਡਾ ਇਹ ਫਰਜ਼ ਆ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ, ਆਪਣੇ ਬੱਚਿਆਂ ਨੂੰ ਲਿਖਾਈ ਵੱਲ ਜ਼ਰੂਰ ਧਿਆਨ ਦੇਣ ਲਈ ਇਹਨਾਂ ਨੁਕਤਿਆਂ ਨੂੰ ਦੱਸੀਏ। ਜੀ ਸਰ, ਵਾਹ ਜੀ ਵਾਹ। ਤੁਹਾਡੇ ਇਹ ਨੁਕਤੇ ਜਿਹੜੇ ਨੇ ਵਿਦਿਆਰਥੀ ਨਾਲ ਨਾਲ ਨੋਟ ਵੀ ਕਰ ਰਹੇ ਆ। ਮੈਂ ਦੇਖ ਰਿਹਾ ਮੁਸਕਾਨ ਕੱਲੀ ਚੀਜ਼ ਨੂੰ ਨੋਟ ਕਰ ਰਹੀ ਆ, ਉਹਨੂੰ ਸ਼ਾਮਿਲ। ਇਸੇ ਤਰ੍ਹਾਂ ਹੀ ਫੇਸਬੁੱਕ ਦੇ ਉੱਪਰ ਵੀ ਬਹੁਤ ਸਾਰੇ ਦਰਸ਼ਕ ਤੁਹਾਡੇ ਚਾਹਵਾਨ ਤੁਹਾਨੂੰ ਵੇਖ ਰਹੇ ਨੇ। ਦਰਸ਼ਕਾਂ ਨੂੰ ਇਹ ਬੇਨਤੀ ਵੀ ਆ ਕਿ ਉਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣ, ਤਾਂ ਕਿ ਹੋਰ ਵੀ ਬਹੁਤ ਸਾਰੇ ਜੋ ਸੁਖੀ ਸਰ ਹੋਣਾ ਦੇ ਫੈਨ ਨੇ, ਇਹਨਾਂ ਨੂੰ ਵੇਖਣ ਵਾਲੇ ਨੇ, ਚੁਣਨ ਵਾਲੇ ਨੇ, ਉਹ ਵੇਖ ਸਕਣ। ਤੇ ਸਰ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਇਸ ਕਰਕੇ ਆ ਕਿ ਤੁਸੀਂ ਲਗਾਤਾਰ ਬਹੁਤ ਹੀ ਵਧੀਆ ਸਮਝਾ ਰਹੇ ਹੋ ਤੇ ਬਹੁਤ ਵਧੀਆ ਮੈਸੇਜ ਆ ਰਹੇ ਨੇ। ਅਮਰਜੀਤ ਸਿੰਘ ਅਮਨੀਤ ਹੋਣੀ ਪੰਜਾਬੀ ਦੇ ਬਹੁਤ ਵੱਡੇ ਲੇਖਕ ਨੇ, ਉਹਨਾਂ ਵੱਲੋਂ ਮੈਸੇਜ ਆਇਆ ਕਿ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਤੁਸੀਂ। ਜਗਤਾਰ ਸਿੰਘ ਸੋਖੀ ਜੀ ਇਸ ਖੇਤਰ ਦੇ ਵੱਡੇ ਮਾਹਿਰ ਹਨ, ਵੇਖਣ ਸੁਣਨ ਵਾਲੇ ਜ਼ਰੂਰ ਲਾਭ ਉਠਾਉਣਗੇ। ਸੁੰਦਰ ਲਿਖਾਈ ਬਹੁਤ ਮਹੱਤਵਪੂਰਨ ਗੁਣ ਹੈ ਜੀ। ਤੇ ਇਸ ਤਰ੍ਹਾਂ ਦੇ ਮੈਸੇਜ ਆ ਰਹੇ ਨੇ। ਇਸ ਪੇਜ ਨੂੰ ਲਾਈਕ ਜ਼ਰੂਰ ਕਰ ਲਓ, ਫੋਲੋ ਕਰ ਲਵੋ, ਤਾਂ ਕਿ ਹੋਰ ਵੀ ਨਵੇਂ ਅਪਡੇਟ ਤੁਹਾਨੂੰ ਮਿਲਦੇ ਰਹਿਣ। ਸਰ ਮੇਰਾ ਜਿਹੜਾ ਅਗਲਾ ਸਵਾਲ ਆ ਉਹ ਹੈਗਾ ਕਿ ਇਹ ਵੇਖਣ ਵਿੱਚ ਆਉਂਦਾ ਅਕਸਰ ਕਿ ਵਿਦਿਆਰਥੀ ਬਿੰਦੀ ਟਿੱਪੀ ਅਧਿਕ ਦੀ ਵਰਤੋਂ ਬਹੁਤ ਗਲਤ ਕਰਦੇ ਆ। ਇਹਦੇ ਵਾਸਤੇ ਕੋਈ ਵਿਚਾਰ ਦਿਓ ਜੀ, ਉਹ ਕਿਵੇਂ ਸੁਧਾਰ ਸਕਦੇ ਆ ਆਪਣੇ ਆਪ ਨੂੰ? ਬਿੰਦੀ ਟਿੱਪੀ ਤੇ ਅਧਿਕ ਮਹਿਨਾਤ ਜੀ, ਹਾਂਜੀ, ਬਿੰਦੀ ਟਿੱਪੀ ਤੇ ਅਧਿਕ ਦੀ ਗੱਲ ਹੈ। ਇਹਨਾਂ ਦੀ ਬਣਤਰ, ਬਿੰਦੀ ਦੀ ਬਣਤਰ ਤੇ ਆਪਾਂ ਨੂੰ ਪਤਾ ਕਿ ਅਸੀਂ ਗੋਲ ਲਾ ਦੇਣੀ ਹੈ, ਟਿੱਪੀ ਨੂੰ ਅਸੀਂ ਅਧਿਕ। ਇਸ ਤੋਂ ਬਾਅਦ ਹੁਣ ਆਪਾਂ ਇਹਦੀ ਵਰਤੋਂ ਤੇ ਆਵਾਂਗੇ। ਬੱਚਿਆਂ ਨੂੰ ਜੋ ਦੱਸਤਾ ਬਿੰਦੀ ਟਿੱਪੀ ਅਧਿਕ, ਹੁਣ ਇਹਦੀ ਵਰਤੋਂ ਕਿਸ ਤਰ੍ਹਾਂ ਹੋਣੀ ਹੈ? ਜਿਵੇਂ ਅਸੀਂ ਸਾਡੇ ਕੋਲ ਆ ਕੱਕਾ, ਮੈਂ ਦੱਸਦਾ ਹਾਂ ਕਿ ਜਿਹੜੀ ਆਖਰੀ ਲਾਈਨ ਆ ਕਿਸੇ ਵੀ ਅੱਖਰ ਦੀ, ਅਧਿਕ ਤੇ ਟਿੱਪੀ ਅੱਧੀ ਉਧਰ ਤੇ ਅੱਧੀ ਉਧਰ ਉਸ ਲਾਈਨ ਤੋਂ ਹੁੰਦੀ ਹੈ। ਪਰ ਜੇਕਰ ਅੱਖਰ ਦੇ ਅਗਲੇ ਅੱਖਰ ਨੂੰ ਸਿਹਾਰੀ ਆ ਜਾਂਦੀ ਆ, ਜਿਵੇਂ ਅਸੀਂ ਕੰਨਿਆ ਲਿਖਣਾ, ਆਪਣੇ ਕੋਲੇ ਕੱਕਾ, ਹੁਣ ਅਸੀਂ ਇੱਥੇ ਨਹੀਂ ਪਾਵਾਂਗੇ, ਅਸੀਂ ਉਸ ਨੂੰ ਅੱਧ ਦੇ ਤੋਂ ਅੱਗੇ ਨੂੰ ਖਿਸਕਾ ਲਵਾਂਗੇ, ਫਿਰ ਅਸੀਂ ਸਿਹਾਰੀ ਪਾਵਾਂਗੇ। ਉੱਥੇ ਸਾਡੇ ਕੋਲੇ ਇਸ ਗੱਲ ਦੀ ਛੋਟ ਹੈ, ਕਿਉਂਕਿ ਅਸੀਂ ਅੱਖਰਾਂ ਦੇ ਵਿੱਚ ਆਪਸੀ ਵਿੱਥ ਜਿਹੜੀ ਆ ਉਹ ਵੀ ਸਹੀ ਰੱਖਣੀ ਹੈ। ਤਾਂ ਅਸੀਂ ਕੰਨਿਆ ਲਿਖਣ ਸਮੇਂ ਆ ਦੇਖੋ, ਨਹੀਂ ਤਾਂ ਇੱਥੇ ਹੋਣੀ ਸੀ, ਇਸ ਨੂੰ ਅਸੀਂ ਪੂਰੇ ਖਿਸਕਾ ਲਿਆ। ਇਸੇ ਤਰ੍ਹਾਂ ਅਧਿਕ ਆ, ਜੇ ਕਿਸੇ ਅੱਖਰ ਦੇ ਉੱਤੇ ਅਧਿਕ ਜਿਹੜਾ
ਉਹ ਜਿਹੜਾ ਅਧਿਕ ਆ ਵਿਚਾਲੇ ਆ, ਪਰ ਜੇ ਅੱਗੇ ਆ ਕੇ ਸਿਹਾਰੀ ਆ ਜਾਂਦੀ ਹੈ ਤਾਂ ਅੱਗੇ ਨੂੰ ਲੈ ਕੇ ਆਉਣਾ ਹੁੰਦਾ। ਇਸ ਚੀਜ਼ ਦਾ ਅਸੀਂ ਖਿਆਲ ਰੱਖਣਾ, ਇਹ ਮੇਨ ਚੀਜ਼ ਆ। ਫਿਰ ਅਸੀਂ ਦੇਖਣਾ ਕਿ ਅਸੀਂ ਬਿੰਦੀ ਪਾਉਣੇ ਆ। ਜਿਵੇਂ ਆਪਣੇ ਕੋਲੇ ਲਾਵਾਂ ਦੇ ਨਾਲ ਬਿੰਦੀ ਪੈਣੀ, ਤਾਂ ਲਾਵਾਂ ਨੂੰ ਪਹਿਲਾਂ ਆਪਾਂ ਇੱਥੇ ਸਿੱਟ ਲਿਆ, ਫਿਰ ਅਸੀਂ ਇਹਦੇ ਨਾਲ ਇੱਥੇ ਬਿੰਦੀ ਪਾ ਦੇਣੀ ਆ। ਜੇਕਰ ਆਪਣੇ ਕੋਲੇ ਆੜੇ ਨੂੰ ਕਰਨਾ ਜਾਂ ਸੱਸੇ ਨੂੰ ਕਰਨਾ, ਕਿਸੇ ਅੱਖਰ ਨੂੰ ਕਰਨਾ, ਉਹ ਤੇ ਬਿੰਦੀ ਕਿਵੇਂ ਪਾਉਣੀ ਹੈ? ਅੱਖਰ ਦੇ ਨਾਲ ਅਸੀਂ ਕੰਨਾ ਲਾਤਾ ਤਾਂ ਇਸ ਦੇ ਬਿਲਕੁਲ ਉੱਪਰ ਬਿੰਦੀ ਪਏਗੀ, ਆਸੇ ਪਾਸੇ ਬਿੰਦੀ ਅੱਗੇ ਪਿੱਛੇ ਨਹੀਂ ਲਗਾਉਣੀ ਹੁੰਦੀ। ਮੇਰੇ ਖਿਆਲ ਚ ਵਿਦਿਆਰਥੀਆਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੋਵੇਗਾ ਕਿ ਅੱਖਰ ਦੇ ਆਖਰ ਤੇ ਪੈਣੀ ਆ ਟਿੱਪੀ ਜਾਂ ਬਿੰਦੀ। ਜਿਵੇਂ ਸੱਸਾ, ਇੱਕ ਵਾਰੀ ਮੈਂ ਫਿਰ ਦੱਸ ਦਿਆਂ ਕਿ ਆ ਸੱਸਾ, ਸੱਸੇ ਦੇ ਆ ਜਿਹੜੀ ਆਖਰੀ ਲਾਈਨ ਆ, ਇਸੇ ਹੀ ਅੱਧ ਦੇ ਉਹਦਾ ਉਧਰ ਤੇ ਅੱਧਾ ਉਧਰ, ਇਸੇ ਤਰ੍ਹਾਂ ਟਿੱਪੀ ਅੱਧੀ ਉਧਰ ਤੇ ਅੱਧੀ ਉਧਰ ਪਾਈ ਜਾਵੇ, ਫਿਰ ਠੀਕ ਪੈ ਜਾਏਗੀ। ਹਾਂਜੀ ਜੀ ਸਰ, ਕੀ ਬਾਤ ਹੈ ਜੀ। ਸਰ ਕਿਹੜੇ ਕਿਹੜੇ ਸ਼ਬਦ ਨੇ, ਕਿਹੜੇ ਕਿਹੜੇ ਅੱਖਰ ਨੇ ਜਿਨ੍ਹਾਂ ਦੇ ਨਾਲ ਇਹ ਬਿੰਦੀ ਟਿੱਪੀ ਅਧਿਕ ਦੀ ਵਰਤੋਂ ਕਰਨੀ ਆ, ਕਿਹੜੀਆਂ ਕਿਹੜੀਆਂ ਲਗਾ ਮਾਤਰਾ ਨੇ? ਕਿਉਂਕਿ ਬਹੁਤ ਸਾਰੇ ਵਿਦਿਆਰਥੀ ਹਾਲੇ ਇਹ ਵੀ ਚੰਗੀ ਤਰ੍ਹਾਂ ਨਹੀਂ ਜਾਣਦੇ। ਅਸੀਂ ਅੱਖਰਾਂ ਦੇ ਜੋੜ ਬਣਾ ਦਿੰਦੇ ਆ। ਜਿਵੇਂ ਅਸੀਂ ਕੰਨੇ ਦੇ ਨਾਲ ਅਸੀਂ ਉੱਪਰ ਬਿੰਦੀ ਲਾ ਦਿੰਦੇ ਆ। ਸਾਨੂੰ ਮੁਹਾਰਨੀ ਜਿਹੜੀ ਆ ਇਹ ਆਉਣੀ ਚਾਹੀਦੀ ਹੈ। ਜਦੋਂ ਮੁਹਾਰਨੀ ਆ ਜਾਂਦੀ ਆ ਤਾਂ ਸਾਨੂੰ ਬਹੁਤ ਸਾਰੀਆਂ ਲਗਾ ਮਾਤਰਾ ਦਾ ਆਪਣੇ ਆਪ ਪਤਾ ਲੱਗ ਜਾਂਦਾ। ਜਿਵੇਂ ਕੱਕੇ ਦੀ ਲਾਈਨ ਤੋਂ ਆਪਾਂ ਸ਼ੁਰੂ ਕਰ ਲਈਏ ਤਾਂ ਕੰਨੇ ਦੇ ਨਾਲ ਬੱਚਾ ਕੀ ਦੇਖੇਗਾ ਕਿ ਬਿੰਦੀ ਲੱਗੇਗੀ। ਸਿਹਾਰੀ ਆ ਇਹਦੇ ਨਾਲ ਨਹੀਂ ਲੱਗਣੀ, ਅਗਲੇ ਪਾਸੇ ਵਾਲਿਆਂ ਦੇ ਪਾਸੇ ਤੱਕ ਲੱਗਦੀ ਨਹੀਂ। ਅੱਗੇ ਆ ਗਈ ਬਿਹਾਰੀ ਨੂੰ ਲੱਗਦੀ ਹੈ। ਔਂਕੜ ਤੇ ਲੈਂਕੜ ਹੇਠਾਂ ਆ ਗਈ, ਬਿੰਦੀ ਉੱਪਰ ਲੱਗਦੀ ਹੈ। ਇਸ ਲਈ ਬੱਚੇ ਇਹ ਗੱਲ ਨੂੰ ਮਨ ਦੇ ਵਿੱਚ ਬਿਠਾ ਲੈਣ ਕਿ ਨਾ ਔਂਕੜ ਨੂੰ ਨਾ ਲੈਂਕੜ ਨੂੰ। ਅੱਗੇ ਆ ਗਿਆ ਆਪਣੇ ਕੋਲੇ ਲਾਵਾਂ ਨੂੰ ਬਿੰਦੀ ਲੱਗਦੀ ਆ, ਦਲਾਵਾਂ ਨੂੰ ਵੀ ਲੱਗਦੀ ਆ ਜੀ। ਘੋੜੇ ਨੂੰ ਲੱਗਦੀ ਆ, ਪਰ ਕਨੌੜੇ ਨੂੰ ਬਿੰਦੀ ਨਹੀਂ ਲੱਗਦੀ। ਇਸ ਤਰ੍ਹਾਂ ਸਾਨੂੰ ਪਤਾ ਲੱਗ ਜਾਂਦਾ। ਇਸੇ ਤਰ੍ਹਾਂ ਅਧਿਕ ਵੇਲੇ ਦੇਖ ਲੈਣਾ ਹੁੰਦਾ ਕਿ ਜੇ ਬੱਚੇ ਲਈ ਸੌਖਾ ਕਿ ਉਹ ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦਲੈਂਕੜ, ਲਾਵਾਂ, ਦਲਾਵਾਂ, ਘੋੜਾ, ਕਨੌੜਾ, ਇਸ ਤਰਤੀਬ ਦੇ ਨਾਲ ਅੱਖਰਾਂ ਨੂੰ ਚੁਣ ਲਏ, ਦੇਖੀ ਜਾਵੇ ਤਾਂ ਉਹਨੂੰ ਪਤਾ ਲੱਗ ਜਾਏਗਾ ਕਿ ਕਿਹੜੇ ਕਿਹੜੇ ਅੱਖਰਾਂ ਤੇ ਜਿਹੜੀਆਂ ਇਹ ਬਿੰਦੀਆਂ ਟਿੱਪੀਆਂ ਤੇ ਅਧਿਕ ਲੱਗਦੀ। ਇਸ ਚੀਜ਼ ਦਾ ਵੀ ਖਿਆਲ ਰੱਖਣਾ ਹੁੰਦਾ ਹੈ। ਇੱਕ ਸੌਖਾ ਤਰੀਕਾ ਹੈ। ਮੇਰੇ ਖਿਆਲ ਚ ਬੱਚਿਆਂ ਨੂੰ ਯਾਦ ਰਹਿ ਜਾਏਗਾ। ਮੈਂ ਚਾਹਾਂਗਾ ਕਿ ਉਹ ਮੁਹਾਰਨੀ ਦੀਆਂ ਲਾਈਨਾਂ ਜ਼ਰੂਰ ਆਪਣੀ ਕਾਪੀ ਤੇ ਲਿਖਣ ਤੋਂ ਬਾਅਦ ਉਹ ਸਾਰੀ ਮੁਹਾਰਨੀ ਨੂੰ ਬੋਲਣ ਤੇ ਉਹਨਾਂ ਨੂੰ ਕਿਸੇ ਵੀ ਸ਼ਬਦ ਜੋੜ ਦੇ ਵਿੱਚ ਆਉਂਦੀ ਦਿੱਕਤ ਕਦੇ ਨਹੀਂ ਆਏਗੀ। ਉਹ ਹਮੇਸ਼ਾ ਜ਼ਿੰਦਗੀ ਦੇ ਵਿੱਚ, ਪੂਰੀ ਜ਼ਿੰਦਗੀ 'ਚ ਉਹ ਹਰ ਧੁਨੀ ਨੂੰ ਵਧੀਆ ਤਰੀਕੇ ਨਾਲ ਬੋਲਣਗੇ ਤੇ ਲਿਖਣ ਵੇਲੇ ਉਹਨਾਂ ਦੇ ਸ਼ਬਦ ਜੋੜ ਵੀ ਕਦੇ ਗਲਤ ਨਹੀਂ ਹੋਣਗੇ। ਸੋ ਲਗਾਂ ਤੇ ਲਗਾਖਰਾਂ ਨੂੰ ਸਭ ਤੋਂ ਸੌਖਾ ਤਰੀਕਾ ਇਸ ਤਰ੍ਹਾਂ ਹੀ ਹੈ ਕਿ ਉਹ ਮੁਹਾਰਨੀ ਨੂੰ ਜ਼ਰੂਰ ਧਿਆਨ ਦੇਣ। ਹਾਂਜੀ ਜੀ ਸਰ, ਰੇਂਜ ਦੀ ਕਨੈਕਟੀਵਿਟੀ ਦੀ ਕਰਕੇ ਥੋੜਾ ਜਿਹਾ ਸਮੱਸਿਆ ਆ ਗਈ ਸੀ। ਮੈਂ ਬਾਹਰ ਨਿਕਲ ਗਿਆ ਸੀ ਜ਼ੂਮ ਐਪ ਚੋਂ। ਸਰ ਬਹੁਤ ਵਧੀਆ ਸਮਝਾਇਆ। ਉਮੀਦ ਆ ਕਿ ਯਾਦ ਰੱਖਣਗੇ ਵਿਦਿਆਰਥੀ। ਇਹਦੇ ਨਾਲ ਬਹੁਤ ਸਾਰੇ ਹੋਰ ਦੋਸਤ ਵੀ ਇਹ ਗੱਲਾਂ ਯਾਦ ਰੱਖਣਗੇ। ਬਹੁਤ ਸ਼ੁਕਰੀਆ ਜੀ। ਅਗਲਾ ਜਿਹੜਾ ਸਵਾਲ ਹੈ ਜੀ ਉਹ ਬੜਾ ਅਹਿਮ ਆ ਕਿ ਵਿਦਿਆਰਥੀ ਅਕਸਰ ਪੁੱਛਦੇ ਆ ਕਿ ਸੁੰਦਰ ਲਿਖਾਈ ਲਈ ਕਿਹੜਾ ਸਮਾਂ ਜਿਹੜਾ ਅਭਿਆਸ ਦਾ ਉਹ ਵਧੀਆ ਹੋਊਗਾ, ਕਿਹੜੇ ਸਮੇਂ ਲੱਗੇ ਕਿ ਅਸੀਂ ਸੁੰਦਰ ਲਿਖਾਈ ਵਧੀਆ ਕਰ ਸਕੀਏ? ਸਮਾਂ ਜਿਹੜਾ ਹੈ, ਸਮਾਂ ਉਹੀ ਹੈ ਜਿਹੜਾ ਅਸੀਂ ਵਰਤ ਰਹੇ ਹਾਂ। ਵਰਤਮਾਨ ਸਭ ਤੋਂ ਵਧੀਆ ਸਮਾਂ ਹਰ ਕੰਮ ਦੇ ਲਈ। ਕੋਈ ਵੀ ਕੰਮ ਲਈ ਸ਼ੁਭ ਸਮਾਂ, ਸ਼ੁਭ ਆਰੰਭ ਉਹੀ ਆ ਜਦੋਂ ਅਸੀਂ ਸ਼ੁਰੂ ਕਰ ਦਈਏ। ਪਰ ਜੇ ਅਸੀਂ ਦਿਨ ਦੇ ਵਿੱਚ ਦੇਖਣਾ ਕਿ ਸਾਨੂੰ ਕਿਹੜੇ ਵੇਲੇ ਠੀਕ ਰਹਿੰਦਾ ਤਾਂ ਇਹਦੇ ਲਈ ਦੋ ਚੀਜ਼ਾਂ ਕਰ ਲਿਆ ਜਾਣ। ਸਵੇਰੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ, ਉਸ ਸਮੇਂ ਉਹ ਅਭਿਆਸ ਨਹੀਂ ਕਰ ਸਕਦੇ, ਛੇਤੀ ਹੁੰਦੀ। ਤਾਂ ਰਾਤ ਨੂੰ ਸੌਣ ਤੋਂ ਪਹਿਲਾਂ 2 ਪੰਨੇ ਸੁੰਦਰ ਲਿਖਾਈ ਦੇ ਇਹ ਪੱਕਾ ਮੰਨ ਲੈਣ ਕਿ ਅਸੀਂ ਲਿਖਣੇ ਹੀ ਲਿਖਣੇ। ਸਭ ਤੋਂ ਵਧੀਆ ਸੌਣ ਤੋਂ ਪਹਿਲਾਂ ਅਸੀਂ ਜਦੋਂ ਸੁੰਦਰ ਲਿਖਾਈ ਦੇ ਪੰਨੇ ਲਿਖਾਂਗੇ ਤਾਂ ਉਹ ਜਿਹੜੀ ਖੂਬਸੂਰਤੀ ਆ ਉਹ ਸਾਡੇ ਲਈ ਵਧੀਆ ਹੋਏਗੀ ਕਿ ਅਸੀਂ ਚੰਗੀ ਚੀਜ਼ ਨੂੰ ਦੇਖ ਕੇ ਸੌਂ ਰਹੇ ਹਾਂ। ਜੇ ਅਸੀਂ ਆਪਣੇ ਸੌਣ ਸਮੇਂ ਚਿੰਤਾ ਮੁਕਤ ਵਧੀਆ ਚੀਜ਼ ਨਾਲ ਸੌਂਦੇ, ਸਾਨੂੰ ਸੁਪਨੇ ਵਧੀਆ ਆਉਣਗੇ, ਅਸੀਂ ਵਧੀਆ ਤਰੀਕੇ ਨਾਲ ਸੌਂ, ਸਾਨੂੰ ਨੀਂਦ ਚੰਗੀ ਆਊਗੀ। ਤਾਂ ਖੂਬਸੂਰਤ
ਚੀਜ਼ ਨੂੰ ਮਨ ਦੇ ਵਿੱਚ ਲਿਆਉਣ ਦੇ ਲਈ ਸਾਡੇ ਕੋਲ ਸਭ ਤੋਂ ਵਧੀਆ ਚੀਜ਼ ਆ ਕਿ ਅਸੀਂ ਖੂਬਸੂਰਤ ਸੋਹਣੀ ਲਿਖਾਈ ਲਿਖੀਏ। ਜੇ ਅਸੀਂ ਲਿਖਾਈ ਲਿਖਾਂਗੇ ਤਾਂ ਇਹ ਆ ਉਹਦੀ ਇਬਾਰਤ ਵੀ ਅਸੀਂ ਵਧੀਆ ਲੱਭਾਂਗੇ ਕਿ ਅਸੀਂ ਲਿਖਣਾ ਹੈ ਸੋਹਣੀ ਲਿਖਾਈ, ਚੰਗਾ ਪਹਿਰਾ ਲਿਖਾਂਗੇ, ਚੰਗਾ ਲੇਖ ਲਿਖੀਏ, ਚੰਗੀ ਕਵਿਤਾ ਲਿਖੀਏ, ਤਾਂ ਆਪਣੇ ਆਪ ਹੀ ਸਾਡੇ ਮਨ ਦੇ ਵਿੱਚ ਖਿਆਲ ਵੀ ਚੰਗੇ ਹੋਣਗੇ ਤੇ ਅਸੀਂ ਵਧੀਆ ਤਰੀਕੇ ਨਾਲ ਆਰਾਮ ਕਰ ਲਾਂਗੇ ਤੇ ਅਸੀਂ ਵਧੀਆ ਸਿੱਖਾਂਗੇ। ਸੋ ਮੇਰੇ ਖਿਆਲ ਦੇ ਵਿੱਚ ਸੌਣ ਤੋਂ ਪਹਿਲਾਂ ਜੇ 2 ਪੰਨੇ ਹਰ ਵਿਦਿਆਰਥੀ ਸੋਹਣੀ ਲਿਖਾਈ ਦੇ ਲਿਖ ਕੇ ਫਿਰ ਉਹ ਸੌਵੇਂ ਤਾਂ ਉਹਦੇ ਲਈ ਸਭ ਤੋਂ ਵਧੀਆ ਸਮਾਂ ਹੋਵੇਗਾ। क्या बात है जी, बहुत खूब, शुक्रिया सर। ਵਿਦਿਆਰਥੀ ਜਿਹੜੇ ਜ਼ੂਮ ਐਪ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਬੇਨਤੀ ਆ ਕਿ ਜੇਕਰ ਉਹਨਾਂ ਦੇ ਦਿਮਾਗ ਦੇ ਵਿੱਚ ਜ਼ਿਹਨ ਦੇ ਵਿੱਚ ਕੋਈ ਸਵਾਲ ਆਉਂਦਾ ਤਾਂ ਉਹ ਲੈ ਲੈਣ। ਜੁੜੇ ਹੋਏ ਨੇ ਸਾਡੇ ਨਾਲ ਲਾਈਵ ਤੇ ਸਵਾਲ ਆਪਣੇ ਪੁੱਛ ਸਕਦੇ ਨੇ। ਮੁਸਕਾਨ, ਪੂਜਾ, ਹਰਜਿੰਦਰ ਸਿੰਘ, ਰੁਪਿੰਦਰ ਕੌਰ, ਸੁਖਮਨਵੀਰ ਸਿੰਘ, ਸੰਤੋਖ ਰਾਣੀ ਜੀ, ਇਹ ਜਿਹੜੇ ਜੁੜੇ ਨੇ, ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੋ। ਇਹਦੇ ਨਾਲ ਨਾਲ ਫੇਸਬੁੱਕ ਦੇ ਉੱਪਰ ਵੀ ਜੀ ਸਰ, ਮੈਂ ਇਹਨਾਂ ਨੂੰ ਲਿਖਾਈ ਦੇ ਨਮੂਨੇ ਦਿਖਾ ਦਿੰਦਾ ਜੀ ਕਿ ਅਸੀਂ ਇਸ ਤਰ੍ਹਾਂ ਅੱਖਰਾਂ ਦੀ ਬਣਤਰ ਨੂੰ ਲਿਖਣਾ ਤੇ ਕਿਤਾਬ ਦੇ ਵਿੱਚ ਜਿਵੇਂ ਆਪਾਂ ਲਿਖਦੇ ਹਾਂ ਇਸ ਤਰ੍ਹਾਂ ਹੀ ਸੋਹਣਾ ਲਿਖਿਆ ਜਾਂਦਾ ਹੈ। ਨਾਲ ਹੀ ਮੈਂ ਦੱਸਾਂਗਾ ਕਿ ਜਿਹੜੀ ਗੁਰਮੁਖੀ ਲਿਪੀ ਆ ਇਹ ਬੜੀ ਪੁਰਾਣੀ ਲਿਪੀ ਆ। ਗੁਰੂ ਨਾਨਕ ਸਾਹਿਬ ਨੇ ਜਿਹੜੀ ਲਿਪੀ ਲਿਖੀ ਸੀਗੀ ਆਸਾ ਪੱਟੀ ਦੇ ਵਿੱਚ 432 ਅੰਗ ਤੇ ਆ, ਉਹਦੇ ਵਿੱਚ ਉਸ ਸਮੇਂ ਗੁਰਮੁਖੀ ਜਿਹੜੀ ਆ ਆਪਣੇ ਅੱਗੇ ਗੱਲਬਾਤ ਚੱਲੇਗੀ ਨਾ ਉਹਦੇ ਵਿੱਚ ਪੂਰੀ ਕਰਨਾ ਆਏਗੀ ਵਿਸਥਾਰ ਦੇ ਨਾਲ ਕਿ ਉਸ ਸਮੇਂ ਸੱਸਾ ਈੜੀ ਊੜਾ ਤੇ ਆ ਸ਼ਬਦ ਦਾ ਉਚਾਰਨ ਜਿਹੜਾ ਹੈ ਇਸ ਅੱਖਰ ਦਾ ਬਹੁਤ ਸਾਰੇ ਵਿਦਿਆਰਥੀਆਂ ਨੂੰ ਸਹੀ ਨਹੀਂ ਆਉਂਦਾ। ਇਹ ਹੈ ਇਸ ਨੂੰ ਉਸ ਸਮੇਂ ਮੁੱਖ ਲਾਈਨ ਵਿੱਚ ਹੁੰਦਾ ਸੀ ਸੱਸਾ ਈੜੀ ਊੜਾ ਤੇ ngੰਗਾ। ਇਸੇ ਤਰ੍ਹਾਂ ਕੱਕਾ ਕੱਕਾ ਗੱਗਾ ਘੱਗਾ ਤੇ ngੰਗਾ ਜਿਹੜਾ ਪਹਿਲੀ ਲਾਈਨ ਚਲਾ ਗਈ। ਚੱਚਾ ਛੱਛਾ ਜੱਜਾ ਝੱਜਾ ਤੇ ਇਸ ਤੇ ਆਗੇ ਬੱਚੇ ਫਿਰ ਨਹੀਂਆਂ ਬੋਲ ਦਿੰਦੇ ਆ, ਇਹ ਤੇ ਵੀ ਨਹੀਂਆਂ ਬੋਲਦੇ ਆ। ਇਹ ਦੋਨਾਂ ਦਾ ਉਚਾਰਨ ਉਹ ਗਲਤ ਆਮ ਕਰਦੇ ਨੇ ਤਾਂ ਇਸ ਨੂੰ ਕਹਿੰਦੇ ਆ ਨਿਆਂ। ਜਦੋਂ ਤੁਹਾਨੂੰ ਇਹਦੇ ਦਿੱਕਤ ਆਏਗੀ, ਗੱਲ ਚਲਦਿਆਂ ਚਲਦਿਆਂ ਚੱਲ ਗਈ ਹੈ ਤਾਂ ਉਦੋਂ ਅਸੀਂ ਇਹਨੂੰ ਕਿਵੇਂ ਉਚਾਰਨ ਸਹੀ ਕਰਨਾ, ਫਿਰ ਇੱਥੇ ਸਵਾਲ ਇਹ ਪੈਦਾ ਵੀ ਹੋ ਜਾਂਦਾ ਜਿਹੜਾ ਕਿ ਇੱਕ ਜ਼ਰੂਰੀ ਸਵਾਲ ਸੀ ਕਿ ਅਸੀਂ ngੰਗਾ ਜਾਂ ਨਿਆਂ ਦਾ ਉਚਾਰਨ ਕਿਵੇਂ ਕਰਾਂਗੇ। ਮੈਂ ਤੁਹਾਨੂੰ ਇੱਕ ਵਧੀਆ ਨੁਕਤਾ ਇਹ ਦੱਸਦਾ ਕਿ ਤੁਹਾਨੂੰ ਉਚਾਰਨ ਕਰਨ ਦਾ ਢੰਗ ਇਹ ਆ ਕਿ ਅਸੀਂ ngੰਗਾ ਲਿਖਣਾ ਹੈ। ਮੈਂ ਥੋੜਾ ਜਿਹਾ ਹਾਂਜੀ ਇੱਧਰ ਦੇਖੋ ਕਿ ਅਸੀਂ ngੰਗਾ ਦਾ ਉਚਾਰਨ ਕਰਨਾ ਉਹ ਕਿਸ ਤਰ੍ਹਾਂ ਹੋਏਗਾ। ਪਹਿਲਾਂ ਅਸੀਂ ਲਿਖਾਂਗੇ ਤੁਸੀਂ ਦੇਖੋ ਕਿਆ ਲਿਖਿਆ ਹੋਇਆ। ਇਹ ਲਿਖਿਆ ngੰਗੇ ਨੂੰ ਟਿੱਪੀ ngੰਗੇ ਨੂੰ ਕੰਨਾ। ਜਦੋਂ ਇਸ ਨੂੰ ਇਸ ਤਰ੍ਹਾਂ ਲਿਖਣ ਤੋਂ ਬਾਅਦ ਬੋਲਾਂਗੇ ngੰਗਾ ਆਪਣੇ ਆਪ ਹੀ ਮੂੰਹ ਚ ਉਚਾਰਨ ਆ ਜਾਏਗਾ। ਇਸੇ ਤਰ੍ਹਾਂ ਨਿਆਂ ਨਿਆਂ ਟਿੱਪੀ ਨਿਆਂ ਕੰਨਾ ਬਣ ਗਿਆ ਨਿਆਂ। ਮੈਂ ਇਸ ਦੇ ਉਚਾਰਨ ਦੇ ਵਿੱਚ ਬਹੁਤ ਸਾਰਾ ਫਰਕ ਪੈਂਦਾ, ਇਸ ਲਈ ਮੈਂ ਬਾਰ-ਬਾਰ ਇਸ ਨੂੰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਨਿਆਂ ngੰਗਾ ਇਹ ਜਿਹੜਾ ਇਸ ਨੂੰ ਤੁਸੀਂ ਬਾਰ-ਬਾਰ ਦੁਹਰਾਉਣਾ। ngੰਗਾ ਨਿਆਂ ਤੇ ਨਈਆਂ ਇਹਦੇ ਵਿੱਚ ਬਹੁਤ ਜ਼ਿਆਦਾ ਫਰਕ ਆ। ਬੱਚਿਆਂ ਨੇ ਨਈਆਂ ਕਦੇ ਨਹੀਂ ਬੋਲਣਾ, ਹਮੇਸ਼ਾ ਹੋਣਾ ਨਿਆਂ। ਤਾਂ ਅੱਖਰਾਂ ਦਾ ਜਿਹੜਾ ਉਚਾਰਨ ਵੀ ਆਪਾਂ ਨਾਲ ਨਾਲ ਇਸ ਤਰ੍ਹਾਂ ਸਹੀ ਕਰ ਸਕਦੇ ਹਾਂ। ਉਸ ਤੋਂ ਬਾਅਦ ਮੈਂ ਤੁਹਾਨੂੰ ਕੁਝ ਹੋਰ ਇਸ ਤਰ੍ਹਾਂ ਦੇ ਨਮੂਨੇ ਦਿਖਾਉਣਾ ਕਿ ਅੱਖਰਾਂ ਨੂੰ ਅਸੀਂ ਸੋਹਣਾ ਕਿਵੇਂ ਲਿਖਣਾ। ਜਦੋਂ ਅਸੀਂ ਦੇਖੋ ਅੱਖਰਕਾਰੀ ਤੇ ਅੱਖਰ ਬਣਤਰ ਦੇ ਵਿੱਚ ਫਰਕ ਹੈ। ਜਦੋਂ ਅਸੀਂ ਸੋਹਣੇ ਅੱਖਰ ਸਿੱਖ ਜਾਂਦੇ ਹਾਂ ਫਿਰ ਅਸੀਂ ਅੱਖਰਾਂ ਨੂੰ ਅੱਖਰਕਾਰੀ ਚ ਢਾਲਦੇ ਹਾਂ ਵੀ ਥੋੜੇ ਥੋੜੇ ਵਧਾਏ ਜਾਂਦੇ। ਇਹ ਇੱਕ ਕਲਾਕਾਰੀ ਆ, ਚਿੱਤਰਕਾਰੀ ਦੇ ਨਾਲ ਸੰਬੰਧਿਤ ਆ। ਅਸੀਂ ਕਾਪੀ ਦੇ ਉੱਤੇ ਜਦੋਂ ਅਸੀਂ ਆਪਦੇ ਸਕੂਲ ਦਾ ਸਿਲੇਬਸ ਲਿਖਦੇ ਹਾਂ ਉਦੋਂ ਅਸੀਂ ਇਸ ਤਰ੍ਹਾਂ ਬਿਲਕੁਲ ਨਹੀਂ ਲਿਖਣਾ। ਉਦੋਂ ਅਸੀਂ ਛਾਪੇ ਖਾਨੇ ਵਾਲੇ ਕਿਤਾਬ ਵਾਲੇ ਅੱਖਰਾਂ ਨੂੰ ਉਦੋਂ ਲਿਖਣਾ ਹੁੰਦਾ। ਜਦੋਂ ਅਸੀਂ ਕਿਤੇ ਸਜਾਉਣਾ ਕਿਸੇ ਚੀਜ਼ ਨੂੰ ਉਦੋਂ ਅਸੀਂ ਅੱਖਰਕਾਰੀ ਨੂੰ ਵਰਤੋਂ ਵਿੱਚ ਲਿਆਉਣਾ ਹੁੰਦਾ। ਇਸ ਤਰ੍ਹਾਂ ਇਹਨਾਂ ਚੀਜ਼ਾਂ ਦਾ ਖਾਸ ਅਸੀਂ ਖਿਆਲ ਰੱਖਾਂਗੇ ਤਾਂ ਫਿਰ ਉਹ ਚੀਜ਼ ਸੋਹਣੀ ਲੱਗਦੀ ਹੈ, ਬਹੁਤ ਵਧੀਆ ਲੱਗਦੀ ਹੈ। ਜਦੋਂ ਲਿਖਦੇ ਆ ਉਦੋਂ ਅਸੀਂ ਬਿਲਕੁਲ ਸਿੱਧਾ ਇਸ ਤਰ੍ਹਾਂ ਇਸ ਚੀਜ਼ ਨੂੰ ਬਿਲਕੁਲ ਦੇਖਣਾ ਹੁੰਦਾ ਕਿ ਅਸੀਂ ਇਹਨੂੰ ਕਿਸ ਤਰ੍ਹਾਂ ਲਿਖਦੇ ਹਾਂ। ਤੁਹਾਡੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਕਲਾਕਾਰ ਹੋਣਗੇ ਜਿਨ੍ਹਾਂ ਨੂੰ ਰੰਗਾਂ ਨਾਲ ਖੇਡਣ ਦਾ ਸ਼ੌਕ ਹੈ। ਉਹ ਪਹਿਲਾਂ ਰੰਗਾਂ ਨੂੰ ਸਿੱਖੇਗਾ, ਉਸ ਤੋਂ ਬਾਅਦ ਫਿਰ ਇਸ ਨੂੰ ਲਿਖਣਾ ਸਿੱਖੇਗਾ। ਇਸ ਚੀਜ਼ ਦਾ ਵੀ ਅਸੀਂ ਬਹੁਤ ਜ਼ਿਆਦਾ ਧਿਆਨ ਰੱਖਣਾ ਹੁੰਦਾ ਹੈ। ਹੁਣ ਆਪਾਂ ਅਗਲੇ ਸਵਾਲ ਵੱਲ ਚੱਲਦੇ ਹਾਂ।
ਵਾਹ ਜੀ ਵਾਹ, ਕੀ ਬਾਤ ਹੈ। ਵਿਦਿਆਰਥੀਓ, ਜੇਕਰ ਤੁਹਾਡੇ ਦਿਮਾਗ 'ਚ ਕੋਈ ਸਵਾਲ ਹੈਗਾ ਜ਼ਿਹਨ ਦੇ ਵਿੱਚ, ਤੁਸੀਂ ਜਦੋਂ ਮਰਜ਼ੀ ਪੁੱਛ ਸਕਦੇ ਹੋ, ਤੁਹਾਨੂੰ ਕੋਈ ਨਾ ਨਹੀਂ। ਹੁਣ ਵੀ ਤੁਹਾਡੇ ਦਿਮਾਗ 'ਚ ਜਾਂ ਜ਼ਿਹਨ ਦੇ ਵਿੱਚ ਸਵਾਲ ਆ ਰਿਹਾ ਤਾਂ ਤੁਸੀਂ ਹੁਣੇ ਆਪਣੇ ਮਾਈਕ ਔਨ ਕਰਕੇ ਤੇ ਸਵਾਲ ਕਰ ਸਕਦੇ ਹੋ ਸਰ ਨੂੰ। ਸਰ, ਮੇਰਾ ਜਿਹੜਾ ਅਗਲਾ ਸਵਾਲ ਆ ਉਹ ਹੈਗਾ ਕਿ ਤੁਸੀਂ ਮੰਨਦੇ ਹੋ ਕਿ ਡਿਕਟੇਸ਼ਨ ਸੁੰਦਰ ਲਿਖਾਈ ਦੇ ਲਈ ਬਹੁਤ ਜ਼ਰੂਰੀ ਆ? ਬਿਲਕੁਲ ਜੀ, ਇਹ ਅਭਿਆਸ ਕਰਾਉਂਦੀ ਹੈ। ਜੇ ਅਸੀਂ ਬੋਲਾਂਗੇ ਤਾਂ ਉਹਦੇ ਦੋ ਫਾਇਦੇ ਆ। ਇੱਕ ਤੇ ਵਿਦਿਆਰਥੀ ਲਿਖਣਗੇ ਤੇ ਨਾਲ ਉਹਨਾਂ ਦੇ ਸ਼ਬਦ ਜੋੜ ਵੀ ਸਹੀ ਹੋਣਗੇ। ਅਭਿਆਸ ਤੋਂ ਬਿਨਾਂ ਲਿਖਾਈ ਕਦੇ ਵੀ ਨਹੀਂ ਹੋਣੀ। ਜੇ ਅਸੀਂ ਵੈਸੇ ਬੱਚਿਆਂ ਨੂੰ ਕਹਿ ਦਿੰਦੇ ਆ ਕਿ 8 ਪੇਜ ਲਿਖ ਲਓ, ਬੱਚੇ ਇੱਕ ਲਿਖਦੇ ਆ, 2 ਦਿਨ ਲਿਖਦੇ ਆ, ਫਿਰ ਉਹ ਹੌਲੀ ਹੌਲੀ ਛੱਡ ਜਾਂਦੇ। ਬੱਚਿਆਂ ਦੀ ਫਿਤਰਤ ਆ, ਉਹਨਾਂ ਨੂੰ ਖੇਡਣਾ ਪਸੰਦ ਆ, ਉਹਨਾਂ ਨੂੰ ਕੰਮ ਕਰਨਾ ਭਾਵੇਂ ਚ ਆਨੰਦ ਵੀ ਆਉਂਦਾ ਹੋਵੇ, ਉਹ ਹੌਲੀ ਹੌਲੀ ਘਟਾ ਦਿੰਦੇ। ਪਰ ਜੇ ਅਸੀਂ ਬੋਲ ਕੇ ਉਹਨਾਂ ਨੂੰ ਉਚਾਰਨ ਕਰਕੇ ਦੱਸਾਂਗੇ, ਉਹ ਸੁਣਨਗੇ। ਜਦੋਂ ਉਹ ਸੁਣਦੇ ਆ, ਸਹੀ ਸ਼ਬਦ ਜੋੜ ਨੂੰ ਸੁਣਨਗੇ, ਸਹੀ ਸ਼ਬਦਾਂ ਨੂੰ ਸੁਣਦੇ ਆ, ਤਾਂ ਉਹ ਲਿਖਣਗੇ ਵੀ ਸਹੀ। ਸੋ ਜਿਹੜਾ ਡਿਕਟੇਸ਼ਨ ਕਰਾਉਣ ਵਾਲਾ ਸੱਜਣ ਹੋਏਗਾ, ਸ਼ਖਸ ਆ, ਉਸਨੇ ਸਭ ਤੋਂ ਪਹਿਲਾਂ ਸਹੀ ਆਪ ਬੋਲਣਾ, ਬੱਚਿਆਂ ਨੂੰ ਵੇਖ ਕੇ ਫਿਰ ਸਹੀ ਲਿਖਣਾ। ਉਹ ਬਾਰ-ਬਾਰ ਅਭਿਆਸ ਕਰੇਗਾ, ਲਿਖੇਗਾ, ਇਸ ਨਾਲ ਉਹਦੀ ਗਤੀ ਵੀ ਬਣਦੀ ਹੈ। ਪਹਿਲਾਂ ਅਸੀਂ ਸ਼ਬਦ ਇੱਕ ਇੱਕ ਕਰਕੇ ਹੌਲੀ ਹੌਲੀ ਬੋਲਦੇ ਹਾਂ, ਬੱਚਾ ਇੱਕ ਇੱਕ ਸ਼ਬਦ ਉਹਨੂੰ ਚਿਣਦਾ ਜਾਂਦਾ, ਲਿਖਦਾ ਜਾਂਦਾ। ਫਿਰ ਕੀ ਹੁੰਦਾ, ਉਸ ਤੋਂ ਬਾਅਦ ਅਸੀਂ 2-2 3-3 ਸ਼ਬਦਾਂ ਨੂੰ ਯਾਨੀ ਵਾਕ ਨੂੰ ਤੋੜ ਕੇ ਬੋਲਦੇ ਹਾਂ। ਠਹਿਰਾਓ ਜੀ ਜਾਂ ਵਿਸਰਾਮ ਚਿੰਨ੍ਹਾਂ ਨੂੰ ਜਿੱਥੇ ਲੋੜ ਆ ਉੱਥੇ ਅਸੀਂ ਆਪਦੀ ਬੋਲੀ ਦੇ ਵਿੱਚ ਵਰਤਦੇ ਹਾਂ, ਲਿਖਦੇ ਜਾਂਦੇ ਹਾਂ। ਬੱਚੇ ਉਸ ਤਰ੍ਹਾਂ ਡਿਕਟੇਸ਼ਨ ਦੇ ਨਾਲ ਲਿਖਦੇ ਜਾਂਦੇ ਆ। ਫਿਰ ਅਸੀਂ ਉਸ ਤੋਂ ਬਾਅਦ ਪੂਰਾ ਵਾਕ ਬੋਲਣਾ ਸ਼ੁਰੂ ਕਰਦੇ ਹਾਂ। ਬੱਚਾ ਉਹਦਾ ਇੰਨਾ ਅਭਿਆਸ ਹੋ ਜਾਂਦਾ ਕਿ ਫਿਰ ਉਹ ਪੂਰੇ ਵਾਕ ਨੂੰ ਸੁਣ ਕੇ ਉਹਨੂੰ ਲਿਖ ਦਿੰਦਾ, ਤੇ ਉਹਨੂੰ ਪਤਾ ਲੱਗ ਜਾਂਦਾ ਕਿ ਕਿੱਥੇ ਰੁਕਣਾ ਕਿੱਥੇ ਨਹੀਂ। ਇਸ ਕਰਕੇ ਇਹ ਬੜਾ ਜ਼ਰੂਰੀ ਆ ਕਿ ਸਭ ਤੋਂ ਪਹਿਲਾਂ ਸਾਨੂੰ ਅਭਿਆਸ ਕਰਾਉਣ ਦੇ ਲਈ ਉਚਾਰਨ ਵਿਧੀ ਜਾਂ ਨਿਕਲੋ ਆਪਾਂ ਡਿਕਟੇਸ਼ਨ ਆ, ਇਹਦੀ ਬੜੀ ਲੋੜ ਆ। ਇਹ ਕਰਨੀ ਬਣਦੀ ਆ। ਅਸੀਂ ਜਿਹਨੂੰ ਛੱਡ ਰਹੇ ਹਾਂ, ਨਹੀਂ ਇਹਨੂੰ ਛੱਡਣਾ ਨਹੀਂ, ਅਸੀਂ ਇਹਨੂੰ ਜਾਰੀ ਹੀ ਰੱਖਣਾ। ਹਾਂਜੀ ਜੀ ਸਰ। ਮਾਫੀ ਚਾਹਣਾ ਸਰ, ਇੱਕ ਮਿੰਟ ਜੀ 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 ਸਰ। ਕੁਝ ਅੱਖਰ ਹੁੰਦੇ ਆ ਜਿਨ੍ਹਾਂ ਦੇ ਆਪਾਂ ਪੈਰ ਦੇ ਵਿੱਚ ਕੁਝ ਅੱਖਰ ਪੈ, ਜਿਵੇਂ ਬਾਵਾ ਹੋ ਗਿਆ ਜਾਂ ਰਾਰਾ ਹੋ ਗਿਆ, ਹਾਂਜੀ ਉਹਨਾਂ ਨੂੰ ਨਾ ਜਿਹੜਾ ਪਾਉਂਦੇ ਆ, ਉਹ ਨਾ ਕੁਝ ਕੁ ਲਾਈਨ ਤੇ ਚਲ ਜਾਂਦੇ ਆ ਅਗਲੀ ਲਾਈਨ ਚ, ਜਿਹਨਾਂ ਨਾਲ ਅੱਖਰ ਜੁੜ ਜਾਂਦਾ ਜੀ। ਬਿਲਕੁਲ ਜੀ, ਉਹ ਲਿਖਣ ਦੇ ਵਿੱਚ ਥੋੜਾ ਜਿਹਾ ਸਾਨੂੰ ਖਿਆਲ ਵੀ ਰੱਖਣਾ ਪਏਗਾ। ਜਿਸ ਤਰ੍ਹਾਂ ਲਾਈਨਾਂ, ਹਾਂਜੀ, ਅਸੀਂ ਜਿਵੇਂ ਸਵੈ ਲਿਖ ਰਹੇ ਹਾਂ ਤਾਂ ਅਸੀਂ ਅੱਧ ਤੇ ਅੱਖਰ ਲਿਖ ਕੇ ਆਉਣਾ। ਅਸੀਂ ਸੱਸਾ ਲਿਖ ਲਿਆ, ਵਾਗੇ ਨੂੰ ਇਹਦੇ ਬਿਲਕੁਲ ਨਾਲੋਂ ਸ਼ੁਰੂ ਕਰਕੇ ਅਸੀਂ ਉਹਦਾ ਆਕਾਰ ਜਿਹੜਾ ਇੱਥੋਂ 5ਵਾਂ ਹਿੱਸਾ ਹੀ ਰੱਖਣਾ। ਇਸ ਤੋਂ ਆਪਾਂ ਇਹਨੂੰ ਮੰਨ ਕੇ ਚੱਲਦੇ ਹਾਂ, ਜਦੋਂ ਅਸੀਂ ਹਿੱਸੇ ਬਣਾ ਦਿੰਦੇ ਹਾਂ ਤਾਂ ਥੋੜਾ ਜਿਹਾ ਹਿੱਸਾ ਰੱਖ ਕੇ ਅਸੀਂ ਇਸ ਤਰ੍ਹਾਂ ਲਿਖ ਰਹੇ ਹਾਂ। ਜਦੋਂ ਅਸੀਂ ਇਸ ਤੋਂ ਜ਼ਿਆਦਾ ਕਰ ਦਿਆਂਗੇ ਤਾਂ ਹੇਠਲੀ ਲਾਈਨ ਤੇ ਜਿਵੇਂ ਆਪਾਂ ਕੇ ਲਿਖਿਆ ਹੋਇਆ, ਫਿਰ ਉਹ ਜੇ ਤਾਂ ਆਪਾਂ ਉਹ ਛੋਟਾ ਰੱਖਿਆ ਤਾਂ ਇੱਥੇ ਰਹਿ ਗਿਆ, ਜੇ ਅਸੀਂ ਵੱਡਾ ਰੱਖਿਆ ਤਾਂ ਫਿਰ ਉਹ ਇਸ ਤਰ੍ਹਾਂ ਜੁੜ ਗਿਆ ਨਾ, ਇਹਦੀ ਬਣਤਰ ਵਿਗੜ ਗਈ। ਸੋ ਅਸੀਂ ਜਿਵੇਂ ਪੱਪੇ ਦੇ ਪੈਰ ਚਰਾਰਾ ਪਾ ਰਹੇ ਹਾਂ ਤਾਂ ਅਸੀਂ ਪੱਪੇ ਨੂੰ ਪਹਿਲਾਂ ਇਸ ਤਰ੍ਹਾਂ ਲਿਆਂਦਾ ਸੀ। ਹੁਣ ਇਹ ਦੇਖੋ, ਅੱਧ ਤੋਂ ਇਸ ਨੂੰ ਥੋੜਾ ਜਿਹਾ ਉੱਚਾ ਚੱਕ ਦਿਆਂਗੇ, ਫਿਰ ਆਪਾਂ ਇਹਨੂੰ ਥੋੜੀ ਜਿਹੀ ਗੁੰਜਾਇਸ਼ ਇੱਥੋਂ ਲਵਾਂਗੇ, ਥੋੜੀ ਜਿਹੀ ਹੇਠਾਂ ਤੋਂ ਲਵਾਂਗੇ। ਤਾਂ ਇਹ ਸਾਡੇ ਤੇ ਆ ਕਿ ਅਸੀਂ ਇਹਨੂੰ ਥੋੜੀ ਜਿਹੀ ਐਡਜਸਟਮੈਂਟ, ਜਿਵੇਂ ਥੱਲੇ ਕੋਈ ਸਿਹਾਰੀ ਵਾਲਾ ਅੱਖਰ ਆ ਜਾਂਦਾ, ਬਿਹਾਰੀ ਵਾਲਾ ਆ ਜਾਂਦਾ, ਤਾਂ ਅਸੀਂ ਉਸ ਬਿਹਾਰੀ ਸਿਹਾਰੀ ਨੂੰ ਜਿੱਥੇ ਅਸੀਂ ਇੱਥੋਂ ਤਾਈਂ ਲੈ ਕੇ ਆਉਣਾ, ਉਹਨੂੰ ਅਸੀਂ ਥੋੜਾ ਜਿਹਾ ਮਾਮੂਲੀ ਜਿਹਾ ਨੀਵਾਂ ਕਰ ਦੇਵਾਂਗੇ। ਇੰਨੀ ਕੁ ਐਡਜਸਟਮੈਂਟ ਕਰਨੀ ਹੀ ਪਏਗੀ ਸਾਨੂੰ। ਇਸ ਚੀਜ਼ ਦਾ ਵੀ ਅਸੀਂ ਖਿਆਲ ਪੂਰਾ ਰੱਖਾਂਗੇ। ਕੁਝ ਸਾਡੇ ਤੇ ਵੀ ਨਿਰਭਰ ਕਰਦਾ ਕਿ ਅਸੀਂ ਉਸਨੂੰ ਪੂਰਾ ਹੀ ਉਸੇ ਤਰੀਕੇ ਨਾਲ ਨਹੀਂ, ਜੀ ਅੱਧ ਤਾਈਂ ਤਾਂ ਅੱਖਰ ਲਿਆਉਣਾ, ਅੱਧ ਤੋਂ ਹੀ ਥੋੜਾ ਜਿਹਾ ਫਿਰ ਉਸਨੂੰ ਐਡਜਸਟਮੈਂਟ ਦੇਵਾਂਗੇ। ਠੀਕ ਹੈ ਸਰ। ਜਿਵੇਂ ਸਾਈਜ਼ ਦਾ ਆਕਾਰ ਇੱਕ ਲਾਈਨ ਚ ਆਪਾਂ ਲਿਖ ਰਹੇ ਹਾਂ ਅੱਖਰ, ਤਾਂ ਸਾਈਜ਼ ਸਾਰਿਆਂ ਦਾ ਆਕਾਰ, ਜਿਵੇਂ ਪੈਰ ਚ ਆਪਾਂ ਅੱਖਰ ਪਾਇਆ ਤਾਂ ਸਾਈਜ਼ ਤਾਂ ਉਨਾ ਹੀ ਰਹੂਗਾ ਅੱਖਰ। 6ਵਾਂ ਹਿੱਸਾ, 5ਵਾਂ 6ਵਾਂ ਹਿੱਸਾ ਅਸੀਂ ਜਦੋਂ ਅੱਖਰ ਨੂੰ ਘਟਾ ਰਹੇ ਥੋੜਾ ਜਿਹਾ, ਤਾਂ ਉਹਦੇ ਚ ਪੈਰ ਚ ਅੱਖਰ ਪਾਉਣ ਨਾਲ ਉਹ ਸਾਈਜ਼ ਨੂੰ ਬਹੁਤਾ ਉਹ ਦਿਖਾ ਨਹੀਂ ਰਿਹਾ ਕਿ ਘਟ ਗਿਆ। ਜਿਸ ਤਰ੍ਹਾਂ ਅਸੀਂ ਆ ਦੇਖੋ, ਅੱਧ ਤਾਈਂ ਤਾਂ ਇੱਥੇ ਆਇਆ ਸੀ, ਆਪਾਂ ਇੱਥੇ ਆ ਗਏ ਸੀ। ਇਸ ਤੋਂ ਅੱਗੇ ਅਸੀਂ ਆ ਦੇਖੋ, ਆ ਅੱਖਰ ਵੱਡਾ ਨਾ, ਪਰ ਉਹ ਪੱਪਾ ਛੋਟਾ ਆ ਰਿਹਾ ਸੀਗਾ। ਪਰ ਜਦੋਂ ਅਸੀਂ ਇਹ ਤੇ ਆ ਲਾਤਾ ਤਾਂ ਸਾਈਜ਼ ਜਿਹੜਾ ਥੋੜਾ ਜਿਹਾ ਹੀ ਘਟਾਵਾਂਗੇ, ਪਰ ਉਹ ਬਰਾਬਰ ਨਜ਼ਰ ਆਊਗਾ। ਅਸੀਂ ਥੋੜਾ ਜਿਹਾ ਘਟਾਉਣਾ, ਜ਼ਿਆਦਾ ਨਹੀਂ ਵੀ ਅਸੀਂ ਜਦ ਚੱਕ ਦੇਣਾ, ਅਸੀਂ ਥੋੜਾ ਜਿਹਾ ਹੀ ਘਟਾਵਾਂਗੇ। 6ਵਾਂ ਹਿੱਸਾ, ਉਹਦੇ ਨਾਲ ਫਿਰ ਉਹ ਉਪਰਾ ਨਹੀਂ ਲੱਗਦਾ। ਜੇ ਅਸੀਂ ਇਹਨੂੰ ਥੱਲੇ ਪੂਰਾ ਹੀ ਲਿਆ ਕੇ ਫਿਰ ਅਸੀਂ ਇੱਥੋਂ ਸ਼ੁਰੂ ਕਰਦੇ ਤਾਂ ਉਹ ਥੱਲੇ ਵਾਲੇ ਨਾਲ ਨਿਕਲ। ਇਸ ਦਾ ਆਕਾਰ ਵੀ ਥੋੜਾ ਛੋਟਾ ਹੁੰਦਾ, ਆ ਵੀ ਥੋੜਾ ਚੱਕ ਦਿੱਤਾ ਗਿਆ। ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ। ਠੀਕ ਹੈ ਸਰ, ਠੀਕ ਹੈ। ਹਾਂਜੀ।
ਸ਼ਾਬਾਸ਼ ਹਰਜਿੰਦਰ ਸਿੰਘ, ਬਹੁਤ ਵਧੀਆ ਸਵਾਲ ਤੁਹਾਡੇ। ਬਾਕੀ ਵਿਦਿਆਰਥੀ ਵੀ ਜਿਹੜੇ ਸਿਖਿਆਰਥੀ ਨੋਟ ਕਰ ਲੈਣ। ਜੀ ਸਰ, ਬਹੁਤ ਸ਼ੁਕਰੀਆ ਜੀ। ਸਰ ਜਿਹੜਾ ਅਗਲਾ ਸਵਾਲ ਹੈ ਉਹ ਹੈਗਾ ਕਿ ਗੁਰਮੁਖੀ, ਜਦੋਂ ਗੁਰਮੁਖੀ ਲਿਖਦੇ ਨੇ ਵਿਦਿਆਰਥੀ ਤਾਂ ਉਦੋਂ ਖਾਸ ਤੌਰ ਤੇ ਜਾਂ ਵਿਸ਼ੇਸ਼ ਤੌਰ ਤੇ ਕਿਹੜੇ ਕਿਹੜੇ ਅੱਖਰਾਂ ਦੇ ਧਿਆਨ ਰੱਖਣ ਦੀ ਲੋੜ ਆ ਕਿ ਉਹ ਅੱਖਰ ਗਲਤ ਨਾ ਹੋਣ? ਬਹੁਤੀਆਂ ਗਲਤੀਆਂ ਕਿਹੜਾ ਅੱਖਰਾਂ ਨੂੰ ਲਿਖਦਿਆਂ ਹੁੰਦੀਆਂ ਨੇ? ਆਮ ਕਰਕੇ ਅਸੀਂ ਪਹਿਲੀ ਲਾਈਨ ਤੋਂ ਊੜੇ ਆੜਾ ਈੜੀ ਸੱਸਾ ਹਾਜ ਵੇਖਦੇ ਹਾਂ ਤਾਂ ਆੜਾ ਪਾਉਣ ਲੱਗੇ ਬੱਚੇ ਇਸ ਤਰ੍ਹਾਂ ਪਾ ਦਿੰਦੇ। ਨਹੀਂ, ਉਹਨਾਂ ਕਹਿੰਦਾ ਸਾਰੇ ਅੱਖਰ ਲਿਖਣ ਸਮੇਂ ਆਈਆਂ ਗਲਾਈਆਂ ਦਾ ਧਿਆਨ ਰੱਖਣਾ, ਜਿੱਥੇ ਗਲਾਈ ਬਣਦੀ। ਪੈਨ ਨਾਲ ਲਿਖਦੇ ਆ ਥੋੜਾ ਜਿਹਾ ਛੇਕ ਰਹਿ ਸਕਦਾ, ਨਹੀਂ ਤਾਂ ਨਹੀਂ। ਉਹ ਆਮ ਕਰਕੇ ਖੱਖਾ, ਪੱਪਾ, ਘੱਗਾ, ਇਹਨਾਂ ਦੇ ਵਿੱਚ ਕੀ ਕਰਦੇ ਆ, ਆਹ ਦੁਹਰਾਈ, ਆਹ ਚੀਜ਼ ਦੀ ਉਹ ਦੁਹਰਾਈ ਕਰ ਦਿੰਦੇ ਆ। ਘੱਗੇ ਦੇ ਵਿੱਚ ਉਹ ਇੱਥੋਂ ਕਰ ਲਿਆਉਂਦੇ ਆ, ਪੱਪੇ ਦੇ ਵਿੱਚ ਉਹ ਇਸ ਤਰ੍ਹਾਂ ਲਿਆਉਂਦੇ। ਬੱਚੇ ਦੀ ਗਲਤੀ ਇਹ ਆ ਕਿ ਉਹ ਇੱਥੇ ਦੁਹਰਾਈ ਪੈਨ ਦੀ ਇਹਨੂੰ ਬੰਦ ਕਰ ਦੇਵੇ ਤਾਂ ਉਹ ਠੀਕ ਲਿਖੇਗਾ। ਜਿਵੇਂ ਖੱਖਾ ਲਿਖਣ ਵਾਸਤੇ ਉਹ ਇਸ ਤਰ੍ਹਾਂ ਲਿਆਵੇ, ਫਿਰ ਇਹਨੂੰ ਇਸ ਤਰ੍ਹਾਂ, ਆਹ ਦੇਖੋ ਇਹਦੇ ਚ ਦੁਹਰਾਈ ਨਹੀਂ ਆਈ, ਆਹ ਦੁਹਰਾਈ ਨਹੀਂ ਕਰਨੀ। ਇਸ ਤੋਂ ਇਲਾਵਾ ਉਹ ਨਾਣੇ ਚ ਗਲਤੀ ਕਰਦੇ ਆ। ਨਾਣੇ ਨੂੰ ਅਸੀਂ ਟੇਢਾ ਕਰਕੇ ਫਿਰ ਅਸੀਂ ਇਸ ਤਰ੍ਹਾਂ ਲਿਆ ਕੇ ਫਿਰ ਇੱਥੋਂ ਅਸੀਂ ਇਸ ਤਰ੍ਹਾਂ ਲਿਖਾਂਗੇ, ਇਸ ਤਰ੍ਹਾਂ ਨਹੀਂ ਲਿਖਣਾ। ਇਹ ਚੀਜ਼ ਦਾ ਵੀ ਪੂਰਾ ਖਿਆਲ ਰੱਖਣਾ। ਫੱਫਾ ਲਿਖਦੇ ਸਮੇਂ ਉਹ ਗਲਤੀ ਕਰਦੇ ਨੇ, ਫੱਫੇ ਨੂੰ ਉਹ ਬੜਾ ਸੋਹਣਾ ਲਿਖ ਲੈਂਦੇ ਨੇ ਪਰ ਉਹਨੂੰ ਜਾਂ ਤਾਂ ਇੱਥੇ ਲੈ ਜਾਂਦੇ ਨੇ ਜਾਂ ਉਹ ਇੱਥੇ ਲੈ ਜਾਂਦੇ ਨੇ। ਇਸ ਚੀਜ਼ ਦਾ ਖਿਆਲ ਰੱਖਣਾ ਕਿ ਉਹ ਇਸ ਲਾਈਨ ਦੇ ਬਰਾਬਰ ਆਵੇ, ਇਸ ਤਰ੍ਹਾਂ ਆਹ ਚੀਜ਼ ਬਰਾਬਰ ਆਵੇ। ਥੱਥੇ ਤੇ ਬੱਬੇ ਦੀ ਗਲਤੀ ਕਰਦੇ ਨੇ। ਜਦੋਂ ਬੱਚਾ ਨੁਕਰਾਂ ਕੱਢਣ ਲੱਗ ਪੈਂਦਾ, ਸੋਹਣਾ ਲਿਖਦਾ, ਤਾਂ ਉਹ ਥੱਥਾ ਤੇ ਬੱਬੇ ਨੂੰ ਸੋਹਣਾ ਲਿਖਦਿਆਂ ਉਹਦੇ ਵਿੱਚ ਥੋੜਾ ਜਿਹਾ ਵੀ ਫਰਕ ਨਹੀਂ ਛੱਡਦਾ। ਉਸ ਲਈ ਕੀ ਜ਼ਰੂਰੀ ਆ ਕਿ ਥੱਥਾ ਲਿਖਦੇ ਅਸੀਂ ਐਂ ਗਲਾਈ ਲਿਆਉਣੀ ਆ, ਪੱਪੇ ਵਾਂਗੂ, ਕੱਕੇ ਵਾਂਗੂ, ਆਹ ਗਲਾਈ ਅੰਦਰ ਨੂੰ ਲਿਆਉਣੀ ਹੈ। ਪਰ ਬੱਬਾ ਲਿਖਦੇ ਸਮੇਂ ਅਸੀਂ ਗਲਾਈ ਉਲਟ ਲੈ ਕੇ ਆਉਣੀ, ਫਿਰ ਅਸੀਂ ਇੱਥੋਂ ਇਸ ਤਰ੍ਹਾਂ ਚੱਲਾਂਗੇ, ਫਿਰ ਅਸੀਂ ਇਹਨੂੰ ਲਿਖਾਂਗੇ। ਅਭਿਆਸ ਕਰਨ ਦੇ ਨਾਲ ਇਹ ਚੀਜ਼ਾਂ ਨੂੰ ਆਉਣਗੀਆਂ। ਇੱਕ ਚੀਜ਼ ਦਾ ਹੋਰ ਖਿਆਲ ਰੱਖਣਾ ਕਿ ਉਹ ਜਿਹੜੇ ਵਿਦਿਆਰਥੀ ਲਿਖਦੇ ਸਮੇਂ ਆਹ ਲਾਈਨ ਸਿੱਧੀ ਆ, ਬਿਲਕੁਲ 90 ਡਿਗਰੀ ਤੇ ਆ ਰਹੀ ਆ, ਤਾਂ ਉਹ ਸੁਚੇਤ ਤੇ ਸਥਿਰ ਮਨ ਵਾਲੇ ਹੁੰਦੇ ਆ। ਜਿਹੜੇ ਬੱਚੇ ਇੱਧਰ ਨੂੰ ਲਿਜਾਂਦੇ ਆ, ਖੱਬੇ ਪਾਸੇ ਨੂੰ, ਉਹ ਬੱਚੇ ਚੰਚਲ, ਸ਼ਰਾਰਤੀ ਤੇ ਪੜ੍ਹਨ ਵਿੱਚ ਘੱਟ ਧਿਆਨ ਦੇਣ ਵਾਲੇ ਹੁੰਦੇ ਆ। ਇਹ ਚੀਜ਼ ਜਿਹੜੀ ਮਨੋਵਿਗਿਆਨਕ ਤੌਰ ਤੇ ਸਿੱਧ ਹੋਈ ਆ। ਉਹ ਜਿਹੜੇ ਬੱਚੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੁੰਦੇ ਆ, ਉਹਨਾਂ ਦੀ ਲਿਖਾਈ ਜਾਂ ਤਾਂ ਬਿਲਕੁਲ ਸਿੱਧੀ ਤੇ ਜਾਂ ਉਹ ਸੱਜੇ ਪਾਸੇ ਨੂੰ ਝੁਕੀ ਹੁੰਦੀ। ਅਸੀਂ ਲਿਖਾਈ ਤੋਂ ਹੀ ਪਤਾ ਲਾ ਲੈਂਦੇ ਆ ਕਿ ਬੱਚਾ ਜਿਹੜਾ ਉਹ ਸਿੱਖਣਾ ਚਾਹੁੰਦਾ, ਉਹ ਪੂਰੇ ਕਾਗਰ ਮਨ ਨਾਲ ਜਾਂ ਉਹ ਉਪਰੇ ਮਨ ਨਾਲ ਸਿੱਖਦਾ। ਜੇ ਉਹ ਖੱਬੇ ਪਾਸੇ ਨੂੰ ਜਾਂਦਾ ਤਾਂ ਉਹ ਪੂਰੇ ਧਿਆਨ ਨਹੀਂ ਦੇ ਰਿਹਾ ਪੜ੍ਹਨ ਦੇ ਵਿੱਚ ਵੀ, ਹੋਰ ਵੀ ਕਿਸੇ ਕੰਮ ਵਿੱਚ, ਜ਼ਿੰਦਗੀ ਚ ਲਾਪਰਵਾਹ। ਜਿਸ ਬੱਚੇ ਨੇ ਸਿੱਧੀ ਤੇ ਜਾਂ ਸੱਜੇ ਪਾਸੇ ਵੱਲ ਨੂੰ ਲਿਖਣਾ ਸ਼ੁਰੂ ਕਰਤਾ, ਉਹਦੇ ਮਨ ਦਾ ਟਿਕਾਓ ਉਧਰ ਨੂੰ ਹੋ ਜਾਂਦਾ। ਇਹ ਚੀਜ਼ ਵੀ ਅਸੀਂ ਖਿਆਲ ਰੱਖਣੀ ਹੁੰਦੀ। ਵਾਹ ਜੀ ਵਾਹ, ਕੀ ਬਾਤ ਹੈ ਸਰ। ਪੰਜਾਬੀ ਦੇ ਨਾਲ ਨਾਲ ਮਨੋਵਿਗਿਆਨ ਵੀ, ਕੀ ਬਾਤ ਹੈ, ਬਹੁਤ ਖੂਬ ਜੀ। ਸਰ ਜਿਹੜਾ ਅਗਲਾ ਸਵਾਲ ਹੈ, ਕਿਉਂਕਿ ਵਕਤ ਬਹੁਤ ਤੇਜ਼ੀ ਨਾਲ ਭੱਜ ਰਿਹਾ, ਵਿਦਿਆਰਥੀਆਂ ਦਾ ਰੁਝਾਨ ਨਾਲ ਨਾਲ ਇਹ ਹੈ ਕਿ ਦਿਲ ਲੱਗਾ ਹੋਇਆ ਸਾਰਿਆਂ ਦਾ, ਫੇਸਬੁੱਕ ਦੇ ਉੱਪਰ ਵੀ ਬਹੁਤ ਜ਼ਿਆਦਾ ਦੋਸਤ ਜਿਹੜੇ ਜੁੜੇ ਹੋਏ ਨੇ। ਅਗਲਾ ਸਵਾਲ ਹੈ ਜੀ, ਅੱਖਰਕਾਰੀ ਕਰਨ ਲੱਗਿਆਂ ਕਿਹੜੇ ਕਿਹੜੇ ਨੁਕਤੇ ਜਿਹੜੇ ਆ ਯਾਦ ਰੱਖਣੇ ਚਾਹੀਦੇ ਨੇ? ਆਪਾਂ ਇਸ ਨੂੰ ਦੋ ਭਾਗਾਂ 'ਚ ਵੰਡਦੇ ਹਾਂ, ਅੱਖਰ ਮੰਤਰ ਤੇ ਅੱਖਰਕਾਰੀ। ਜੇ ਤਾਂ ਸੁੰਦਰ ਲਿਖਾਈ ਪੇਪਰਾਂ ਦੇ ਲਈ, ਆਪਦੇ ਲਈ ਕਰਨੀ ਹੈ ਤਾਂ ਸਾਨੂੰ ਅੱਖਰ ਮੰਤਰ ਵੱਲ ਧਿਆਨ ਦੇਣਾ ਪੈਣਾ। ਜਿਵੇਂ ਆਪਾਂ ਉਹ ਕਿਤਾਬ ਦੀ ਗੱਲ ਕੀਤੀ ਸੀ, ਜਾਂ ਅਸੀਂ ਇਸ ਨੂੰ ਦੇਖਦੇ ਹਾਂ ਕਿ ਆਹ ਲਿਖਿਆ ਹੋਇਆ, ਇਹ ਅਸੀਂ ਸੁੰਦਰ ਲਿਖਾਈ ਵਿੱਚ ਲਿਜਾਵਾਂਗੇ, ਇਹਨੂੰ ਅਸੀਂ ਅੱਖਰਕਾਰੀ ਵਿੱਚ ਨਹੀਂ ਲਿਜਾਵਾਂਗੇ। ਅੱਖਰਕਾਰੀ ਦੇ ਵਿੱਚ ਇਹ ਲਿਜਾਵਾਂਗੇ ਜਿਵੇਂ ਆਹ ਲਿਖਿਆ ਹੋਇਆ। ਹੁਣ ਅਸੀਂ ਇਹਨਾਂ ਦੋਨਾਂ ਦੇ ਸਾਂਝੇ ਨੁਕਤੇ ਤਾਂ ਇਹ ਆ ਕਿ ਅਸੀਂ ਅੱਖਰ ਦੀ ਮੰਤਰ ਨੂੰ ਬਿਲਕੁਲ ਧਿਆਨ ਦੇਣਾ ਕਿ ਅੱਖਰਾਂ ਨੂੰ ਚੌਰਸ ਕਰਨਾ, ਪਰ ਜਿੱਥੇ ਲੋੜੀਂਦੀ ਗਲਾਈ ਆ ਉਹ ਲੋੜੀਂਦੀ ਗਲਾਈ ਵੀ ਦੇਣੀ ਆ। ਤੇ ਜਿੱਥੇ ਅਸੀਂ ਅੱਖਰਕਾਰੀ ਦੀ ਗੱਲ ਕਰਾਂਗੇ, ਅੱਖਰਾਂ ਨੂੰ ਅਸੀਂ ਡਿਜ਼ਾਈਨ ਦੇਣਾ, ਉਹ ਜਿਹੜਾ ਉਹ ਡਿਜ਼ਾਈਨ ਦੇਣ ਸਮੇਂ ਤੁਹਾਡੇ ਮਨ ਦਾ ਕਲਾਕਾਰ ਬਾਹਰ ਆਉਂਦਾ। ਉਹ 'ਚ ਤੁਸੀਂ ਕੀ ਕਰਦੇ ਹੋ, ਅੱਖਰ ਦੀ ਮੂਲ ਮੰਤਰ ਨੂੰ ਨਹੀਂ ਵਿਗਾੜਨਾ, ਪਰ ਤੁਸੀਂ ਉਸਨੂੰ ਆਪਣੀ ਕਲਾਕਾਰੀ ਦੇ ਨਾਲ ਗਲਾਈਆਂ ਦੇਣੀਆਂ ਹੁੰਦੀਆਂ। ਜਿਸ ਤਰ੍ਹਾਂ ਆਪਾਂ ਲਿਖਾਂਗੇ ਲਿਪੀ, ਜੇ ਅਸੀਂ ਅੱਖਰ ਮੰਤਰ 'ਚ ਲਿਖਦੇ ਹਾਂ ਤਾਂ ਅਸੀਂ ਬਿਲਕੁਲ ਸਿੱਧੀ ਲਿਖ ਰਹੇ ਹਾਂ। ਜੇ ਅਸੀਂ ਅੱਖਰਕਾਰੀ ਚੱਲਾਂਗੇ, ਇਹ ਸੁੰਦਰ ਲਿਖਾਈ 'ਚ ਆ, ਅੱਖਰਕਾਰੀ
दूसरा ਇਹਦਾ ਅਗਲਾ ਸਟੈਪ ਆ ਕਲਾਕਾਰੀ ਦਾ। ਉਹਦੇ 'ਚ ਅਸੀਂ ਇਸੇ ਲਿਪੀ ਨੂੰ ਜੇ ਅਸੀਂ ਇੱਕ ਲਾਈਨ ਲਾਈ ਆ ਇਹਦੇ ਵਿੱਚ ਲਿਖਣਾ ਤਾਂ ਅਸੀਂ ਇੱਕ ਆਪਦੀ ਮਰਜ਼ੀ ਦੇ ਨਾਲ ਛੋਟੀ ਵੱਡੀ ਉਚਾਈ ਲੰਬਾਈ ਤੇ ਲਾ ਸਕਦੇ ਹਾਂ। ਹੁਣ ਅਸੀਂ ਉਹੀ ਲਿਪੀ ਲਿਖ ਰਹੇ ਹਾਂ, ਅਸੀਂ ਇੱਥੋਂ ਤਾਈਂ ਬਣਤਰ ਉਹੀ ਰਹਿ ਗਈ, ਫਿਰ ਅਸੀਂ ਇਹਨੂੰ ਇੱਥੇ ਲਿਆਂਦਾ। ਇਹ ਤੁਹਾਡੀ ਮਰਜ਼ੀ, ਐਨੂੰ ਲਈ ਜਾਓ ਤਾਂ ਉਧਰ ਲਿਆ, ਨਹੀਂ ਇੱਧਰ ਲਿਆ। ਆਹ ਚੀਜ਼ ਨੂੰ ਅਸੀਂ ਜਿਵੇਂ ਇੱਥੇ ਲਿਆਂਦਾ, ਫਿਰ ਅਸੀਂ ਇਹਦੀ ਸਿਹਾਰੀ ਸੀ ਇੱਥੋਂ ਤਾਈਂ ਉਵੇਂ ਆ ਗਈ, ਜਿੰਨਾ ਐਂਗਲ ਇੱਧਰ ਨੂੰ ਆ ਇੰਨਾ ਹੀ ਅਸੀਂ ਇਹਦੇ ਨਾਲ ਉਵੇਂ ਪੈਰਲਲ ਮੋੜਾਂਗੇ। ਜੇ ਅਸੀਂ ਪੱਪਾ ਦੂਸਰੀ ਤਰ੍ਹਾਂ ਪਾਉਣਾ ਹੁੰਦਾ ਤਾਂ ਇੱਥੇ ਆ ਕੇ ਰੋਕ ਗਏ ਸੀ। ਹੁਣ ਅਸੀਂ ਇਹਨੂੰ ਕੀ ਕੀਤਾ, ਅੱਖਰਕਾਰੀ ਜਾ ਰਹੇ ਹਾਂ ਤਾਂ ਜਿਵੇਂ ਆਹ ਗਲਾਈ ਆ ਅਸੀਂ ਇਦੋਂ ਗਾਂਹ ਇਹਨੂੰ ਮੋੜਾਂਗੇ। ਫਿਰ ਅਸੀਂ ਬਿਹਾਰੀ ਨੂੰ ਵੀ ਇਹ ਨਹੀਂ ਕਿ ਅਸੀਂ ਇੱਥੋਂ ਬਿਹਾਰੀ ਮੋੜ ਦਿਆਂਗੇ ਜਾਂ ਅਸੀਂ ਇੱਥੋਂ ਲਿਆ ਕੇ ਮੋੜਾਂਗੇ, ਗਲਤ ਆ। ਜਿੱਥੋਂ ਆਹ ਮੋੜੀਆਂ ਤਿੰਨੇ ਉੱਥੋਂ ਹੀ ਮੋੜਾਂਗੇ। ਬਹੁਤ ਸਾਰੇ ਬੱਚੇ ਹੋਰ ਡਿਜ਼ਾਈਨ ਬਣਾ ਲੈਂਦੇ ਨੇ, ਇਹਨੂੰ ਇਸ ਤਰ੍ਹਾਂ ਵੀ ਲੈ ਆਉਂਦੇ ਨੇ, ਇਸ ਤਰ੍ਹਾਂ ਵੀ ਲਿਆਉਂਦੇ ਨੇ, ਤਾਂ ਅਸੀਂ ਇੱਕ ਲਾਈਨ ਹੋਰ ਲਾ ਕੇ ਥੱਲੇ ਅਸੀਂ ਉੱਥੋਂ ਤਾਂ ਹੀ ਘੁਮਾਉਣਾ ਹੁੰਦਾ। ਇਹ ਤੁਹਾਡੇ ਤੇ ਆ ਕਿ ਤੁਸੀਂ ਉਸ ਡਿਜ਼ਾਈਨ ਨੂੰ ਜਿੱਧਰ ਨੂੰ ਲਿਜਾਣਾ ਉਹਦੇ ਲਈ ਥੱਲੇ ਉਨੀਆਂ ਲਾਈਨਾਂ ਲਾਓ ਤਾਂ ਕਿ ਆਹ ਗਲਾਈਆਂ ਇਹਨਾਂ ਥੱਲੇ ਕੋਈ ਵੱਡੀ ਕੋਈ ਛੋਟੀ ਇਵੇਂ ਨਾ ਰਹਿ ਜੇ, ਇੱਕੋ ਜਿਹੀਆਂ ਜਾਣ। ਜੇ ਤੁਸੀਂ ਸੋਹਣਾ ਲਿਖਣ ਲੱਗ ਪਏ ਇਸ ਤਰ੍ਹਾਂ ਦਾ, ਉਸ ਤੋਂ ਬਾਅਦ ਤੁਸੀਂ ਸਜਾਉਣ ਦੇ ਲਈ ਇਸ ਨੂੰ ਵਰਤਣਾ ਸਦਾ ਨਹੀਂ। ਔਰ ਇਸ ਚੀਜ਼ ਦੇ ਨਾਲ ਜਦੋਂ ਤੁਸੀਂ ਅੱਗੇ ਤੁਹਾਡੀ ਕਲਾ 'ਚ ਨਿਖਾਰ ਆਊਗਾ ਤਾਂ ਤੁਸੀਂ ਆਪਣਾ ਨਾਮ ਨਾ ਜ਼ਰੂਰ ਕੱਟੋਗੇ ਕਿ ਤੁਸੀਂ ਅੱਖਰਕਾਰੀ ਦੇ ਵਿੱਚ ਕੰਮ ਕਰ ਰਹੇ ਹੋ। ਇਹ ਕੁਝ ਸਾਦੇ ਨੁਕਤੇ ਨੇ ਜਿਹੜੇ ਤੁਸੀਂ ਬਹੁਤ ਛੇਤੀ ਸਿੱਖ ਲੈਂਦੇ। ਵਾਹ ਜੀ ਵਾਹ, ਕੀ ਬਾਤ ਹੈ ਜੀ। ਸਰ ਇੱਕ ਸਵਾਲ ਬਣਦਾ ਆ ਕਿ ਅੱਖਰਕਾਰੀ ਦੇ ਵਿੱਚ ਰੁਜ਼ਗਾਰ ਦੀ ਕਿੰਨੀ ਕੁ ਆਸ ਕੀਤੀ ਜਾ ਸਕਦੀ ਆ? ਹੈ ਜੀ, ਜਿਵੇਂ ਕਲਾਕਾਰ ਜੀ ਨਹੀਂ ਹੈ, ਥੋੜੀ ਜਿਹੀ ਹੈ ਪਰ ਜ਼ਿਆਦਾ ਨਹੀਂ ਆਪਾਂ ਕਹਿੰਦੇ, ਕਿਉਂਕਿ ਸਾਡੇ ਲੋਕ ਜਿਹੜੇ ਨੇ ਇਹ ਇੱਕ ਸੱਚਾਈ ਆ ਕਿ ਉਹ ਇਹਨੇ ਕਲਾ ਨੂੰ ਦੇ ਪਾਰਖੂ ਨਹੀਂ ਕਹਿ ਸਕਦੇ, ਜਾਂ ਜਿਹੜੇ ਕੋਈ ਜਿੰਨੇ ਕਲਾਕਾਰ ਤੁਸੀਂ ਦੇਖੋ ਉਹ ਕਲਾ ਦੇ ਨਾਲ ਪੂਰਾ ਜੀਵਨ ਨਿਰਵਾਹ ਨਹੀਂ ਕਰ ਰਹੇ। ਪਰ ਹੁਣ ਦੇ ਜ਼ਮਾਨੇ ਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਹੈ ਮੇਰੀ ਨਿਗਾਹ ਦੇ ਵਿੱਚ ਜਿਹੜੇ ਅੱਖਰਾਂ ਦੇ ਨਾਲ ਜਿਸ ਤਰ੍ਹਾਂ ਉਹ ਸੋਹਣਾ ਲਿਖਦੇ ਨੇ, ਲਿਖਣ ਦੇ ਨਾਲ ਉਹਨਾਂ ਦੀਆਂ ਲਿਖਤਾਂ ਵਿਕ ਰਹੀਆਂ। ਸਾਡੇ ਮੈਨੂੰ ਹੁਣੇ ਹੀ ਪਤਾ ਲੱਗਾ ਸੀ, ਇੱਕ ਛੋਟਾ ਜਿਹਾ ਬੱਚਾ ਫਰੀਦਕੋਟ ਤੋਂ ਆ, ਉਹ ਬੱਚਾ ਮੂਲ ਮੰਤਰ ਨੂੰ ਬਹੁਤ ਸੋਹਣਾ ਲਿਖ ਰਿਹਾ ਤਾਂ ਉਹਦੀਆਂ ਉਹ ਕਲਾਕ੍ਰਿਤੀ ਵਿਕ ਰਹੀ ਆ, ਸੋਹਣੀ ਕਮਾਈ ਦਾ ਸਾਧਨ ਬਣ ਰਿਹਾ। ਜੇ ਉਹ ਜਿਵੇਂ ਵੱਡਾ ਹੋਏਗਾ ਉਹ ਹੋਰ ਵਧੀਆ ਲਿਖੇਗਾ, ਅਭਿਆਸ ਕਰਦਾ ਜਾਏਗਾ, ਬਹੁਤ ਸੋਹਣਾ ਬਣ ਜਾਏਗਾ ਉਹਦਾ ਕੰਮ। ਤੇ ਅੱਖਰਕਾਰੀ ਦੇ ਵਿੱਚ ਇੱਕ ਮੁਕਾਬਲਾ ਹੈ, ਜਿਹੜੇ ਲੋਕ ਇਹ ਕੰਮ ਕਰਦੇ ਨੇ ਉਹਨਾਂ ਦੀ ਕਦਰ ਪੈਂਦੀ ਹੈ, ਪਰ ਉਹ ਬਹੁਤ ਥੋੜੇ ਨੇ। ਸੋ ਜਿਨ੍ਹਾਂ ਵਿਦਿਆਰਥੀਆਂ ਨੇ ਇਸ ਪਾਸੇ ਜਾਣਾ ਉਹ ਅਭਿਆਸ ਕਰਦੇ ਰਹਿਣ। ਉਹਦੇ ਲਈ ਕੀ ਆ, 10-15 ਮਿੰਟ ਹਰ ਰੋਜ਼ ਕੱਢਣ, ਬਸ ਇਹ ਨਹੀਂ ਜ਼ਿਆਦਾ ਬਹੁਤ ਆ। ਜਦੋਂ ਉਹ ਆਪਦੀ ਪੜ੍ਹਾਈ ਪੂਰੀ ਕਰਨਗੇ ਉਸ ਤੋਂ ਬਾਅਦ ਉਹਨਾਂ ਦੇ ਹੱਥਾਂ ਦੀ ਕਲਾ ਦੇ ਵਿੱਚ ਪੂਰਾ ਨਿਖਾਰ ਆ ਚੁੱਕਾ ਹੋਏਗਾ। ਉਹ ਜਦੋਂ ਆਪਣੇ ਸੋਸ਼ਲ ਮੀਡੀਆ ਅੱਜ ਕੱਲ੍ਹ ਤੇ ਚੱਲ ਰਿਹਾ ਤੇ ਸਾਂਝੀਆਂ ਕਰਨ ਆਪਦੀਆਂ ਲਿਖਤਾਂ, ਜੇਕਰ ਕਿਤੇ ਕੋਈ ਨੁਕਸ ਲੱਗਦਾ ਤਾਂ ਉਸਨੂੰ ਬੜੇ ਪਿਆਰ ਦੇ ਨਾਲ ਸਮਝਾਇਆ ਜਾਏਗਾ ਕਿ ਵੀ ਇੱਥੋਂ ਬੱਚਾ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰ ਲਾ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਬੱਚੇ ਮਹਾਨ ਕਲਾਕਾਰ ਬਣ ਗਏ। ਉਹਨਾਂ ਦੇ ਵਿੱਚ ਇਹ ਹੈ, ਹਰ ਆਦਮੀ ਦੇ ਵਿੱਚ, ਹਰ ਬੰਦੇ ਦੇ ਵਿੱਚ ਕਲਾਕਾਰ ਛੁਪਿਆ ਹੁੰਦਾ, ਭਾਵੇਂ ਉਹ ਕਿਸੇ ਕੋਈ ਕਵਿਤਾ, ਕੋਈ ਗੀਤ ਹੈ, ਕੋਈ ਕਲਾ, ਪੇਂਟਿੰਗ ਆ, ਚਿੱਤਰਕਾਰੀ ਆ। ਤਾਂ ਜਿਹੜੀ ਇਹ ਅੱਖਰਕਾਰੀ ਆ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਭਵਿੱਖ ਜਿਹੜਾ ਚੰਗਾ ਲੱਗ ਰਿਹਾ। ਸੋ ਵਿਦਿਆਰਥੀਆਂ ਨੂੰ ਚਾਹੀਦਾ ਕਿ ਸੁੰਦਰ ਲਿਖਾਈ ਵੀ ਕਰਨ ਤੇ ਨਾਲ ਅੱਖਰਕਾਰੀ ਵੱਲ ਵੀ ਧਿਆਨ ਦਿੰਦੇ ਜਾਣ। ਜੀ ਸਰ, ਕੀ ਬਾਤ ਹੈ, ਜ਼ਰੂਰ ਸਰ। ਵਿਦਿਆਰਥੀ ਜਿੰਨੇ ਰੀਝ ਨਾਲ ਵੇਖ ਰਹੇ ਨੇ ਜ਼ਰੂਰ ਧਿਆਨ ਦੇਣਗੇ। ਸਿੱਖਿਆਰਥੀ ਇੱਥੋਂ ਤੱਕ ਕਿ ਵੱਡੇ ਜਿਹੜੇ ਤੁਹਾਡੇ ਦੋਸਤ ਨੇ, ਤੁਹਾਡੇ ਨਾਲ ਸੰਬੰਧ ਰੱਖਣ ਵਾਲੇ, ਤੁਹਾਨੂੰ ਚਾਹਣ ਵਾਲੇ, ਉਹ ਵੀ ਬੜੇ ਇਤਫਾਕ ਨਾਲ ਤੇ ਬੜੇ ਚਾਅ ਨਾਲ ਵੇਖ ਰਹੇ ਨੇ। ਕਮੈਂਟ ਆ ਰਹੇ ਨੇ ਜੀ ਵਾਰ-ਵਾਰ। ਇਹਨਾਂ ਸਾਰੇ ਹੀ ਦਰਸ਼ਕਾਂ ਨੂੰ, ਦੋਸਤਾਂ ਨੂੰ ਬੇਨਤੀ ਆ ਕਿ ਸ਼ੇਅਰ ਕਰ ਦਿਓ ਜੀ। ਸੋਖੀ ਸਾਹਿਬ ਹੁਣੀ ਇੰਨਾ ਸੋਹਣਾ ਸਮਝਾ ਰਹੇ ਨੇ ਕਿ ਇਹ ਸਾਂਭਣਯੋਗ ਦਸਤਾਵੇਜ਼ ਬਣ ਜਾਣਾ, ਇਹ ਵੀਡੀਓ ਯਾਦਗਾਰ ਹੋ ਜਾਣੀ ਆ। ਸਰ ਜਿਹੜਾ ਅਗਲਾ ਮੇਰਾ ਸਵਾਲ ਆ ਉਹ ਹੈਗਾ ਕਿ ਤੁਹਾਡੇ ਅਨੁਸਾਰ ਗੁਰਮੁਖੀ ਸਕ੍ਰਿਪਟ, ਕਿਉਂਕਿ ਤੁਸੀਂ ਪੰਜਾਬੀ ਸਾਹਿਤ ਨੂੰ ਵੀ ਪੜ੍ਹਦੇ ਹੋ, ਉਰਦੂ ਸਾਹਿਤ ਨੂੰ ਵੀ ਪੜ੍ਹਦੇ ਹੋ, ਹੋਰ ਵੀ ਬਹੁਤ ਜਿਵੇਂ ਅੰਗਰੇਜ਼ੀ ਸਾਹਿਤ ਵਾ ਉਹ ਵੀ ਤੁਸੀਂ ਬੜੀ ਨੀਝ ਨਾਲ ਪੜ੍ਹਦੇ ਹੋ। ਮੇਰਾ ਸਵਾਲ ਹੈ ਕਿ ਗੁਰਮੁਖੀ ਸਕ੍ਰਿਪਟ ਸਭ ਤੋਂ ਪਹਿਲਾਂ ਕਿਹਨਾਂ ਦੀ ਰਚਨਾ ਦੇ ਵਿੱਚ ਸਾਨੂੰ ਮਿਲਦੀ ਆ? ਇਹ ਇੱਕ ਇਤਿਹਾਸਕ ਸਵਾਲ ਬਣ ਜਾਂਦਾ ਹੈ। ਅੱਜ ਤੱਕ ਸਪਸ਼ਟ ਤੌਰ ਤੇ ਇਹ ਤਾਂ ਕਿਹਾ ਜਾਂਦਾ ਕਿ ਪੰਜਾਬੀ ਬੋਲੀ ਦੇ ਵਿੱਚ ਰਚਨਾਵਾਂ ਹੋਈਆਂ ਨੇ। ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਬਾਬਾ ਫਰੀਦ ਜੀ 1177 ਚ ਉਹਨਾਂ ਦਾ ਜਨਮ ਹੋਇਆ ਤਾਂ 12ਵੀਂ ਸਦੀ ਦੇ ਵਿੱਚ ਉਹ ਮਿਲਦੀਆਂ, ਗੋਰਖਨਾਥ ਦੀਆਂ ਰਚਨਾਵਾਂ ਮਿਲਦੀਆਂ, ਮਛੰਦਰ
ਲਿਖਤੀਆਂ ਮਿਲਦੀਆਂ, ਇਹ ਪੰਜਾਬੀ ਬੋਲੀ ਵਿੱਚ ਮਿਲਦੀਆਂ, ਲਿਪੀ ਦੇ ਵਿੱਚ ਬਹੁਤ ਘੱਟ ਮਿਲੀਆਂ। ਜੇ ਮੈਂ ਪੰਜਾਬੀ ਇਸ ਗੁਰਮੁਖੀ ਲਿਪੀ ਦੀ ਗੱਲ ਕਰਾਂ ਤਾਂ ਇਹ ਆਰੀਅਨ ਸਭਤਾ, ਸਿੰਧੂ ਘਾਟੀ ਦੀ ਸਭਤਾ ਵੇਲੇ ਤੋਂ ਇਹਦੇ ਅੱਖਰ ਮਿਲਦੇ ਆਏ ਨੇ। ਫਿਰ ਅਸ਼ੋਕ ਦੇ ਸ਼ਿਲਾਲੇਖਾਂ 'ਚ ਮਿਲਦੇ ਆਏ ਨੇ। ਤੇ ਇਹ ਬ੍ਰਹਮੀ ਲਿਪੀ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹਨੂੰ ਭਾਰਤ ਦੀਆਂ ਲਿਪੀਆਂ ਦੀ ਜਨਤਾ ਸੀ ਮੰਨਿਆ ਜਾਂਦਾ, ਉਹਦੇ ਵਿੱਚ ਵੀ ਅੱਖਰ ਮਿਲਦੇ ਆਏ ਸੀ। ਉਹਦੀ ਇੱਕ ਮੂਲ ਲਿਪੀ ਅੱਗੇ ਬਣਦੀ ਗਈ ਆ। ਤਾਂ 600 ਈਸਵੀ ਪੂਰਵ, ਜਿਹੜੇ ਈਸਵੀ ਸਨ ਅੱਜ ਤੋਂ 2600 ਸਾਲ ਪਹਿਲਾਂ ਵੀ ਗੁਰਮੁਖੀ ਲਿਪੀ ਦੇ ਅੱਖਰ ਜਿਹੜੇ ਆ ਉਹ ਵੱਖ-ਵੱਖ ਭਾਸ਼ਾਵਾਂ ਦੇ ਅੱਖਰਾਂ ਨਾਲ ਮਿਲਦੇ ਆਏ ਨੇ। ਤਾਂ ਨਿਸ਼ਚਿਤ ਤੌਰ ਤੇ ਅੱਜ ਤੱਕ ਕੋਈ ਅਜਿਹੀ ਰਚਨਾ ਨਹੀਂ ਮਿਲੀ ਪੂਰੀ ਜਿਹਨੂੰ ਅਸੀਂ ਪ੍ਰਮਾਣਿਕ ਤੌਰ ਤੇ ਕਹਿ ਦਈਏ। ਪਰ ਜਿਸ ਤਰ੍ਹਾਂ ਆਪਾਂ ਗੁਰੂ ਨਾਨਕ ਸਾਹਿਬ ਜੀ ਦੀ ਆਸਾ ਪੱਟੀ ਦੀ ਗੱਲ ਕਰਦੇ ਹਾਂ, ਤਾਂ ਉਸ ਸਮੇਂ ਦੀ ਸਾਖੀ ਦੇ ਵਿੱਚ ਇਹ ਹੈ ਕਿ ਪਾਂਧੇ ਨੂੰ ਕਿਹਾ ਗਿਆ ਨਾ, ਪਾਂਧੇ ਵੱਲੋਂ ਗੁਰੂ ਨਾਨਕ ਸਾਹਿਬ ਜੀ ਨੂੰ ਜਿਵੇਂ ਪੱਟੀ ਲਿਖਣ ਲਈ ਕਿਹਾ ਗਿਆ, ਤਾਂ ਇਹਦਾ ਮਤਲਬ ਇਹ ਆ ਕਿ ਉਸ ਤੋਂ ਪਹਿਲਾਂ ਇਹ ਚਿੰਨ੍ਹ, ਇਹ ਲਿਖਤਾਂ ਜ਼ਰੂਰ ਹੋਂਦ ਵਿੱਚ ਸੀ, ਤਾਂ ਹੀ ਕਿਸੇ ਨੂੰ 35 ਆਈ। ਜੇ ਉਹ 35 ਆਈ ਤਾਂ ਇਸ ਤੋਂ ਕਈ ਸੌ ਸਾਲ ਪਹਿਲਾਂ ਉਹ 35 ਲਿਖੀ ਗਈ ਆ। 35 ਦੇ ਨਾਲ ਆਮ ਸਾਖਤ ਭਾਸ਼ਾ ਦੇ ਵਿੱਚ ਜੋ ਬੋਲਿਆ ਜਾਂਦਾ ਸੀ, ਜਿਹਨੂੰ ਸੰਦੂਕੜੀ ਭਾਸ਼ਾ ਵੀ ਕਿਹਾ ਜਾਂਦਾ, ਉਹਦੇ ਵਿੱਚ ਕੁਝ ਲਿਖਤਾਂ ਮਿਲਦੀਆਂ ਸੀ। ਸੋ ਜੋਗੀਆਂ ਨਾਥਾਂ ਦੀਆਂ ਜਿਹੜੀਆਂ ਲਿਖਤਾਂ ਨੇ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ, ਉਹ ਵੀ ਪੰਜਾਬੀ ਜਾਂ ਗੁਰਮੁਖੀ ਲਿਪੀ ਦੇ ਵਿੱਚ ਲਿਖੀਆਂ ਹੁੰਦੀਆਂ ਸੀ। ਫਾਰਸੀ ਦਾ ਚਲਨ ਪਹਿਲਾਂ ਸੀ, ਸਾਮੀ ਭਾਸ਼ਾਵਾਂ ਦਾ ਚਲਨ ਸੀ। ਤਾਂ ਇਸ ਕਰਕੇ ਬਾਬਾ ਫਰੀਦ ਜੀ ਦੀਆਂ ਜਿਹੜੀਆਂ ਲਿਖਤਾਂ ਨੇ, ਉਹ 12ਵੀਂ ਸਦੀ ਦੀਆਂ ਲਿਖਤਾਂ, ਉਹ ਪੰਜਾਬੀ ਬੋਲੀ ਪਰ ਲਿਪੀ ਸ਼ਾਹਮੁਖੀ ਵਿੱਚ ਹੀ ਆਪਣੇ ਕੋਲੇ ਹੁਣ ਤੱਕ ਦੇ ਪ੍ਰਾਥਮਿਕ ਖਰੜਿਆਂ 'ਚ ਆਈਆਂ ਨੇ। ਜੇ ਮੈਂ ਤੁਹਾਨੂੰ ਆ ਚਾਰਟ ਨੂੰ ਸ਼ਾਇਦ ਤੁਸੀਂ ਹੁਣ ਦੇਖੋ, ਤਾਂ ਇਹ ਗੁਰਮੁਖੀ ਲਿਪੀ ਕਿੱਥੋਂ ਚੱਲੀ, ਕਦੋਂ ਤੱਕ ਪਹੁੰਚੀ, ਇਹ ਪੂਰਾ ਚਾਰਟ ਹੈ ਕਿ ਗੁਰਮੁਖੀ ਲਿਪੀ ਸਾਡੇ ਕੋਲੇ 600 ਈਸਵੀ ਪੂਰਵ ਵਿੱਚ ਬ੍ਰਹਮੀ, ਜਿਹਦੇ ਵਿੱਚ ਗੁਰਮੁਖੀ ਦੇ ਅੱਖਰ ਸੀ। ਉਸ ਤੋਂ ਬਾਅਦ ਦੋ ਹਿੱਸੇ ਹੋ ਜਾਂਦੇ ਆ ਵੀ ਲੋਕਾਂ ਦੇ ਪ੍ਰਵਾਸ ਕਰਨ ਦੇ ਨਾਲ, ਕੁਝ ਕੰਨੜ, ਤੇਲਗੂ, ਗ੍ਰੰਥਾ, ਮਾਲਵਾ, ਤਾਮਿਲ, ਇਹਨਾਂ ਦੇ ਵਿੱਚੋਂ ਇਸ ਹਿੱਸੇ ਚੱਲਦਿਆਂ ਸ਼ਾਰਦਾ, ਮਰਾਠੀ, ਖਰੋਸ਼ਟੀ, ਟਾਕਰੀ ਜਿਹੜੀ ਆ ਇੱਕ ਪਾਸੇ ਚਲੀ ਜਾਂਦੀ ਆ। ਤਾਂ ਮੌਜੂਦਾ ਗੁਰਮੁਖੀ ਲਿਪੀ ਜਿਹੜੀ ਆ ਇੱਥੋਂ ਚੱਲਦੀ ਸਿੰਧ ਮਾਤ੍ਰਿਕ ਤੋਂ ਗੁਰਮੁਖੀ ਲਿਪੀ ਤੱਕ ਪਹੁੰਚ ਗਈ ਆ। ਤੇ ਜੇ ਹੇਠਲੀਆਂ ਲਾਈਨਾਂ ਨੂੰ ਜੇ ਸਾਫ਼ ਪੜ੍ਹੀਆਂ ਜਾਂਦੀਆਂ ਹੋਣ ਤਾਂ ਤੁਸੀਂ ਦੇਖੋ ਟਾਕਰੀ, ਸ਼ਾਰਦਾ, ਇਹਨਾਂ ਦੇ ਵਿੱਚ ਕਿੰਨੇ ਅੱਖਰ ਗੁਰਮੁਖੀ ਦੇ ਮਿਲਦੇ ਨੇ। ਜਲਦੀ ਹੀ ਇਹ ਜਿਹੜਾ ਪੂਰਾ ਇੱਕ ਦਸਤਾਵੇਜ਼ ਦੇ ਰੂਪ ਵਿੱਚ, ਪੂਰੀ ਕਿਤਾਬ ਦੇ ਰੂਪ ਵਿੱਚ ਮੈਂ ਗੁਰਮੁਖੀ ਲਿਪੀ ਦਾ ਪੂਰਾ ਇਤਿਹਾਸ ਤੇ ਅੱਖਰਾਂ ਦੀ ਬਣਤਰ ਤੇ ਕਦੋਂ ਚੱਲੀ, ਕਿੱਥੋਂ ਤੱਕ ਚੱਲੀ ਆ, ਉਹ ਬਣਾ ਰਿਹਾ, ਤੇ ਉਹ ਵੀ ਸਾਰਿਆਂ ਦੇ ਸਾਹਮਣੇ ਆ ਜਾਏਗੀ। ਤਾਂ ਇਹ ਇੱਕ ਸੰਖੇਪ ਚਾਰਟ ਹੈ ਜਿਹੜਾ ਕਿ ਸੋਸ਼ਲ ਮੀਡੀਆ ਤੇ ਵੀ ਸਾਂਝਾ ਕੀਤਾ ਹੋਇਆ, ਤੇ ਇਹ ਮੈਂ ਤੁਹਾਨੂੰ ਭੇਜ ਦੇਵਾਂਗਾ, ਤੁਸੀਂ ਅੱਗੇ ਆਪਣੇ ਵਿਦਿਆਰਥੀਆਂ ਨੂੰ ਜ਼ਰੂਰ ਦੇ ਦੇਣਾ। ਜੀ ਸਰ, ਬਹੁਤ ਬਹੁਤ ਸ਼ੁਕਰੀਆ ਜੀ, ਕੀ ਬਾਤ ਹੈ ਜੀ। ਇਹੋ ਜਿਹੇ ਜਿਹੜੇ ਤੁਸੀਂ ਨੇ ਸ਼ਾਨਦਾਰ ਚਾਰਟ ਬਣਾਉਂਦੇ ਹੋ, ਉਹ ਬਹੁਤ ਟੀਚਰਾਂ ਦੇ, ਬਹੁਤ ਦੋਸਤਾਂ ਦੇ ਕੰਮ ਆਉਂਦੇ ਨੇ। ਹਾਂਜੀ, ਇਹ ਜੋ ਤੁਸੀਂ ਹੁਣ ਦਿਖਾ ਰਹੇ ਹੋ ਜੀ, ਮੂਲ ਮੰਤਰ, ਇਹ ਅੱਖਰਕਾਰੀ ਹੈ ਜੀ। ਇਹ ਸੁੰਦਰ ਲਿਖਾਈ ਨਹੀਂ ਆ, ਆਪਾਂ ਨੂੰ ਅੱਖਰਕਾਰੀ ਵਿੱਚ ਲਿਆਵਾਂਗੇ ਕਿ ਅੱਖਰਾਂ ਨੂੰ ਇੱਕੋ ਜਿਹੀ ਗਲਾਈ 'ਚ ਮੋੜਿਆ ਗਿਆ। ਹਾਂਜੀ, ਤੁਸੀਂ ਆਪਣੀ ਗੱਲ ਜਾਰੀ ਰੱਖੋ ਜੀ। ਇਹ ਤੁਸੀਂ ਜੋ ਪੇਂਟਿੰਗ ਬਣਾਈ ਹੈ, ਅੱਖਰਕਾਰੀ ਕੀਤੀ ਹੈ, ਇਹ ਮੈਂ ਪ੍ਰਿੰਟ ਕਰਕੇ ਘਰ ਲਾਈ ਹੋਈ ਹੈ ਜੀ। ਸ਼ੁਕਰੀਆ ਜੀ ਤੁਹਾਡਾ। ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੰਨੀ ਸੋਹਣੀ ਅੱਖਰਕਾਰੀ ਕਰਕੇ ਸਾਨੂੰ ਭੇਜਦੇ ਰਹਿੰਦੇ ਹੋ। ਬਹੁਤ ਬਹੁਤ ਸ਼ੁਕਰੀਆ ਜੀ। ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਸਰ, ਮੇਰਾ ਅਗਲਾ ਸਵਾਲ ਆ ਕਿ ਪੁਰਾਤਨ ਪੰਜਾਬੀ ਤੇ ਆਧੁਨਿਕ ਪੰਜਾਬੀ ਵਿੱਚ ਕਿੰਨਾ ਫਰਕ ਆ ਜੀ? ਜਿਹੜੇ ਵਿਦਿਆਰਥੀ ਜੁੜੇ ਹੋਏ ਨੇ ਉਹਨਾਂ ਨੂੰ ਸਮਝਾਉਣ ਲਈ ਕੀ ਕਹੋਗੇ? ਪੁਰਾਤਨ ਪੰਜਾਬੀ ਦੇ ਵਿੱਚ ਸ਼ਬਦ ਭੇਦ ਨਹੀਂ ਕੀਤਾ ਜਾਂਦਾ ਸੀ, ਬਿੰਦੀ ਵਾਲੇ ਅੱਖਰ ਵੀ ਨਹੀਂ ਹੁੰਦੇ ਸੀ। ਇਸ ਕਰਕੇ ਜਦੋਂ ਅਸੀਂ ਉਹ ਲਿਖਤਾਂ ਪੜ੍ਹਦੇ ਹਾਂ ਤਾਂ ਉਹ ਸਾਨੂੰ, ਜਿਸ ਤਰ੍ਹਾਂ ਉਰਦੂ ਦੇ ਵਿੱਚ ਆ, ਅਸੀਂ ਉਹਨੂੰ ਅੰਦਾਜ਼ਾ ਲਾਉਂਦੇ ਹਾਂ ਸ਼ਬਦਾਂ ਨੂੰ ਬਣਾ ਕੇ। ਇਸੇ ਕਰਕੇ ਪੁਰਾਤਨ ਬੀੜਾਂ ਦੀ ਸੰਥਿਆ ਲਈ ਜਾਂਦੀ ਸੀ ਤਾਂ ਕਿ ਕੋਈ ਮਹਾਰ ਵਿਦਵਾਨ ਬੰਦੇ ਉਹ ਗੁਰਬਾਣੀ ਨੂੰ ਵੀ ਸੰਥਿਆ ਦੇ ਕੇ ਆਮ ਸਿਖਾਉਂਦੇ ਸੀ ਤਾਂ ਕਿ ਉਹ ਸਹੀ ਉਚਾਰਨ ਹੋ ਸਕੇ। ਜਦੋਂ ਸ਼ਬਦ ਜਾਂ ਪਦ ਭੇਦ ਕਰ ਦਿੱਤਾ ਗਿਆ, ਅੱਖਰਾਂ ਨੂੰ ਅੱਡੋ ਅੱਡੀ ਕਰ ਦਿੱਤਾ ਗਿਆ, ਤਾਂ ਉਹ ਜਿਹੜਾ ਅੱਖਰ ਆ ਉਹ ਇੱਕ ਸੁਤੰਤਰ ਇਕਾਈ ਬਣ ਗਿਆ, ਜੋ ਪੁਰਾਤਨ ਵਿੱਚ ਨਹੀਂ ਸੀ। ਅਜੇ ਵੀ ਸਾਡੇ ਘਰਾਂ ਦੇ ਵਿੱਚ ਜੇ ਦਾਦਿਆਂ ਪੜਦਾਦਿਆਂ ਵੇਲੇ ਦੀਆਂ ਕੋਈ ਚਿੱਠੀਆਂ ਪਈਆਂ ਹੋਣਗੀਆਂ ਬਜ਼ੁਰਗਾਂ ਦੀਆਂ,
ਕਿਉਂਕਿ ਉਹ ਗੁਰਮੁਖੀ ਲਿਪੀ ਸਿੱਖਦੇ ਸੀ, ਉਹ ਸਿੱਖਦੇ ਸੀ ਗੁਰਦੁਆਰਿਆਂ ਦੇ ਵਿੱਚ, ਤਾਂ ਉਹਨਾਂ ਦੀਆਂ ਚਿੱਠੀਆਂ ਦੇ ਵਿੱਚ ਅਜੇ ਵੀ ਸ਼ਬਦਾਂ ਦੇ ਵਿੱਚ ਨਹੀਂ ਪਾਈ ਗਈ, ਉਹ ਇੱਕੋ ਲਾਈਨ ਵਿੱਚ ਹੀ ਲਿਖਦੇ ਸੀ। ਹੁਣ ਦੀ ਜਿਹੜੀ ਆ, ਇੱਕ ਤੇ ਇਹ ਹੋਇਆ ਕਿ ਅੱਖਰਾਂ ਦਾ ਬਣਤਰ ਜਿਹੜੀ ਆ, ਜਦੋਂ ਹੱਥ ਲਿਖਤ ਲਿਖਾਰੀ ਲਿਖਦਾ ਸੀ ਤਾਂ ਉਹਦੇ ਮਨੋਭਾਵ ਉਹਦੇ ਵਿੱਚ ਆ ਜਾਂਦੇ ਆ, ਉਹਦੇ ਆਉਣ ਦੇ ਨਾਲ ਅੱਖਰਾਂ ਦੀ ਬਣਤਰ ਥੋੜੀ ਥੋੜੀ ਬਦਲਦੀ ਜਾਂਦੀ। ਜਦੋਂ ਛਾਪੇਖਾਨੇ ਦੀ ਖੋਜ ਹੋ ਗਈ ਤਾਂ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਛਾਪਾਖਾਨਾ ਈਸਾਈ ਪਾਦਰੀਆਂ ਵੱਲੋਂ ਲਾਇਆ ਗਿਆ ਸੀ। ਉਹਨਾਂ ਨੇ ਪਵਿੱਤਰ ਬਾਈਬਲ ਨੂੰ ਛਾਪ ਕੇ ਵੰਡਿਆ ਸੀ। ਇਹ 19ਵੀਂ ਸਦੀ ਦੇ ਮੁੱਢ ਦੀ ਗੱਲ ਆ। ਤਾਂ ਉਦੋਂ ਤੋਂ ਅੱਖਰਾਂ ਦੀ ਬਣਤਰ ਜਿਹੜੀ ਆ, ਉਹ ਪੱਥਰਾਂ ਵਾਲਾ ਛਾਪਾ ਉਹ ਲੱਗ ਗਿਆ। ਉਹ ਲੱਗਣ ਦੇ ਨਾਲ ਅੱਖਰਾਂ ਦੀ ਜਿਹੜੀ ਉਹ ਬਣਤਰ ਸੀ ਉਹ ਪ੍ਰਮਾਣਿਕ ਹੋ, ਫਿਰ ਉਹ ਅੱਖਰਾਂ ਨੂੰ ਲਿਖਾਰੀ ਤੇ ਨਹੀਂ ਰਹੇਗਾ ਕੰਮ, ਉਹ ਫਿਰ ਛਪਣ ਲੱਗ ਪਿਆ। ਜਦੋਂ ਛਪਣ ਲੱਗ ਪਿਆ ਫਿਰ ਉਹ ਸਾਡੇ ਕੋਲੇ ਇੱਕੋ ਰੂਪ ਵਿੱਚ ਆਉਣ ਲੱਗ ਪਿਆ। ਹੁਣ ਵੀ ਕੰਪਿਊਟਰ ਦਾ ਯੁੱਗ ਹੈ ਤਾਂ ਬਹੁਤ ਸਾਰੇ ਆਪਣੇ ਫੌਂਟ ਬਣਾਈ ਜਾਂਦੇ ਨੇ। ਕੋਈ ਜਿਸ ਤਰ੍ਹਾਂ ਪ੍ਰਭ ਜੀ ਦੇ ਫੌਂਟ ਆ ਉਹ ਥੱਲਿਓਂ ਗਲਾਈਆਂ 'ਚ ਨੇ, ਪਰ ਅਸੀਂ ਫਿਰ ਵੀ ਅਸੀਂ ਉਹਨਾਂ ਨੂੰ ਹੀ ਮਾਨਤਾ ਦਿੰਦੇ ਹਾਂ ਜਿਹੜੇ ਛਾਪੇਖਾਨੇ ਦੇ ਜਾਂ ਕਿਤਾਬ ਬਣਦੇ। ਸੋ ਪੁਰਾਤਨ ਹੁਕਮਨਾਮੇ ਦੇ ਗੁਰੂ ਸਾਹਿਬ ਦੀਆਂ ਲਿਖਤਾਂ, ਉਹਨਾਂ ਦੇ ਵਿੱਚ ਅੱਖਰਾਂ ਨੂੰ ਗਲਾਈਆਂ ਦਿੱਤੀਆਂ ਹੋਈਆਂ ਉਹ ਸਮੇਂ ਉਸ ਤਰ੍ਹਾਂ। ਤੇ ਫਿਰ ਜਿਸ ਤਰ੍ਹਾਂ ਇਹ ਮੂਲ ਮੰਤਰ ਹੈ, ਤੁਸੀਂ ਦੇਖਿਆ ਜਾਂ ਹੁਣ ਦੇ ਗੁਰਤਾ ਸਾਹਿਬ ਤੇ ਦੇਖ ਲਓ ਤਾਂ ਕੱਲਾ ਕੱਲਾ ਸ਼ਬਦ ਹੱਡ ਹੈ, ਪਰ ਗੁਰੂ ਸਾਹਿਬ ਦੀ ਲਿਖੀ ਹੋਈ ਇਬਾਰਤ ਜਾਂ ਉਹ ਮੂਲ ਮੰਤਰ ਜਿਹੜਾ ਤੁਹਾਡੇ ਨਜ਼ਰ ਪਏਗਾ ਤਾਂ ਉਹਦੇ ਵਿੱਚ ਇੱਕੋ ਲਾਈਨ ਦੇ ਵਿੱਚ ਹੀ ਲਿਖਿਆ। ਹੁਣ ਦੀ ਪੰਜਾਬੀ ਦਾ ਇਹੋ ਹੀ ਫਰਕ ਹੈ ਕਿ ਹੁਣ ਦੀ ਪੰਜਾਬੀ ਦੀ ਬੋਲੀ ਦਾ ਵੀ ਫਰਕ ਪੈ ਚੁੱਕਾ ਤੇ ਲਿਖਣ ਦਾ ਵੀ ਫਰਕ ਪੈ ਗਿਆ, ਕਿਉਂਕਿ ਬਿੰਦੀ ਵਾਲੇ ਅੱਖਰਾਂ ਦੀ ਗੱਲ ਆਪਾਂ ਕੀਤੀ ਸੀ। ਹੁਣ ਬਿੰਦੀ ਵਾਲੇ ਅੱਖਰ ਆਉਣ ਦੇ ਨਾਲ ਫਾਰਸੀ ਦੀਆਂ ਧੁਨੀਆਂ ਜੋ ਸਾਡੇ ਵਿੱਚ ਸੀ ਉਹ ਬੋਲੀਆਂ ਜਾਂਦੀਆਂ ਰਹੀਆਂ। ਪੈਪਸੂ ਰਾਜ ਦੇ ਵੇਲੇ ਜਿਹੜਾ ਆਖਰੀ ਸੱਸੇ ਪੈਰ ਬਿੰਦੀ ਖੱਖੇ ਪੈਰ ਬਿੰਦੀ ਤਾਂ ਪਹਿਲਾਂ ਬੋਲੇਗਾ, ਲੱਲੇ ਪੈਰ ਬਿੰਦੀ ਜਿਹੜੀ ਆ ਉਹ ਵਿੱਚ ਜੋੜੀ ਗਈ ਤਾਂ ਕਿ ਲੱਲੇ ਪੈਰ ਬਿੰਦੀ ਵਾਲੇ ਅੱਖਰਾਂ ਦਾ ਉਚਾਰਨ ਵੀ ਸਹੀ ਤਰੀਕੇ ਨਾਲ ਹੋ ਜਾਏ। ਤਾਂ ਨਵੀਂ ਤੇ ਪੰਜਾਬੀ ਦੇ ਵਿੱਚ ਇਹੋ ਹੀ ਫਰਕ ਆ ਕਿ ਉਸ ਵੇਲੇ ਤੇ ਹੁਣ ਦਾ, ਕਿ ਉਦੋਂ ਸ਼ਬਦ ਭੇਦ ਨਹੀਂ ਹੁੰਦਾ ਸੀ, ਹੁਣ ਸ਼ਬਦ ਭੇਦ ਆ। ਬੋਲੀ ਉਦੋਂ ਇਲਾਕਾਈ ਚੱਲਦੀ ਸੀ, ਹੁਣ ਕੇਂਦਰੀ ਪੰਜਾਬੀ ਦੇ ਵਿੱਚ ਅਸੀਂ ਲਿਖਦੇ ਹਾਂ ਤੇ ਬੋਲਦੇ ਹਾਂ। ਬੱਚਿਆਂ ਦੇ ਲਈ ਮੇਰੇ ਖਿਆਲ ਇਸ ਗੱਲ ਦੀ ਹੁਣ ਪੂਰੀ ਸਮਝ ਆ ਗਈ ਹੋਏਗੀ। ਜੀ ਸਰ, ਕੀ ਬਾਤ ਹੈ ਜੀ। ਇਹਦੇ ਨਾਲ ਹੀ ਇੱਕ ਬੱਚਿਆਂ ਦਾ ਹੋਰ ਬੱਚੇ ਇੱਛਾ ਕਰ ਰਹੇ ਨੇ ਕਿ ਜਿਹੜੀ ਅਜੋਕੀ ਪੰਜਾਬੀ ਆ ਵਰਣਮਾਲਾ ਆ ਉਹਦਾ ਸਹੀ ਉਚਾਰਨ ਕਿਵੇਂ ਕਰੀਏ। ਉਹ ਕਹਿੰਦੇ ਨੇ ਕਿ ਇੱਕ ਵਾਰ ਸਰ ਨੂੰ ਕਹੋ ਕਿ ਸਹੀ ਉਚਾਰਨ ਸਾਨੂੰ ਸਿਖਾ ਦੇਣ ਤੇ ਫਿਰ ਅਸੀਂ ਸਾਂਭ ਕੇ ਰੱਖਾਂਗੇ, ਨਾਲ ਸਿੱਖ ਲਵਾਂਗੇ। ਨਹੀਂ, ਇਹ ਗੱਲ ਬਿਲਕੁਲ ਸਹੀ ਆ ਕਿ ਬਹੁਤ ਸਾਰੇ ਵਿਦਿਆਰਥੀ ਆ BA MA ਚਲੇ ਜਾਂਦੇ ਆ ਤਾਂ ਉਹਨਾਂ ਨੂੰ ਉਚਾਰਨ ਜਿਹੜਾ ਪੂਰਾ ਨਹੀਂ ਆਉਂਦਾ। ਉਹ ਮੰਨਦੇ ਵੀ ਇਸ ਗੱਲ ਨੂੰ ਕਿ ਅਸੀਂ ਭੁੱਲ ਗਏ ਆ, ਉਹ ਭੁੱਲ ਗਏ, ਉਹ ਕਾਰਾਂ ਬੱਸਾਂ ਤੇ ਚੜ੍ਹਨਾ ਸ਼ੁਰੂ ਕਰਤਾ ਉਹਨਾਂ ਨੇ, ਪਰ ਉਹ ਇਸ ਚੀਜ਼ ਨੂੰ ਭੁੱਲ ਗਏ। ਤਾਂ ਇਸ ਲਈ ਆ ਮੈਂ ਫੱਟੀਆਂ ਵੀ ਵਿੱਚ ਗੱਲ ਸੁਣਾਵਾਂਗਾ ਕਿ ਫੱਟੀਆਂ ਕਾਰ 'ਚ ਟੰਗਣ ਲਈ ਹਜ਼ਾਰਾਂ ਦੀ ਗਿਣਤੀ 'ਚ ਬਣਾ ਕੇ ਵੰਡੀਆਂ, ਜਿਹਦੇ ਵਿੱਚ ਇੱਕ ਪਾਸੇ ਪੰਜਾਬੀ ਜਾਂ ਕੋਈ ਹੋਰ ਸੁਨੇਹਾ ਤੇ ਦੂਸਰੇ ਪਾਸੇ ਕੂੜਾ ਆੜਾ, ਤਾਂ ਕਿ ਉਹ ਆਪਦੇ ਇਸ ਵਿਰਸੇ ਦੇ ਨਾਲ, ਇਸ ਮਾਂ ਬੋਲੀ ਦੇ ਨਾਲ ਜੁੜੇ ਰਹਿਣ। ਤਾਂ ਇਹਦਾ ਉਚਾਰਨ ਜਿਹੜਾ ਹੈ, ਜੇ ਆਪਾਂ ਪਹਿਲੇ ਅੱਖਰ ਤੋਂ ਹੀ ਲੱਗੀਏ, ਕੂੜਾ ਆੜਾ ਈੜੀ ਸੱਸਾ ਹਾਹਾ, ਕੱਕਾ ਖੱਖਾ ਗੱਗਾ ਘੱਗਾ ਨੰਗਾ, ਚੱਚਾ ਛੱਛਾ ਜੱਜਾ ਝੱਜਾ ਨਿਆਂਆਂ, ਟੈਂਕਾ ਠੱਠਾ ਡੱਡਾ ਢੱਡਾ ਨਾਣਾ, ਤੱਤਾ ਥੱਥਾ ਦੱਦਾ ਧੱਦਾ ਨੰਨਾ, ਪੱਪਾ ਫੱਫਾ ਬੱਬਾ ਭੱਬਾ ਮੰਮਾ, ਯਈਆ ਰਾਰਾ ਲੱਲਾ ਵਾਵਾ ਰਾੜਾ। ਇਸ ਤੋਂ ਬਾਅਦ ਜਿਹੜੇ ਬਿੰਦੀ ਵਾਲੇ ਆ ਉਹਨਾਂ ਦੇ ਉਚਾਰਨ ਦੇ ਲਈ ਸਾਨੂੰ ਥੋੜਾ ਜਿਹਾ ਤਾਲੀ ਆਵਾਜ਼ ਜ਼ਿਆਦਾ ਦੇਣੀ ਪੈਂਦੀ ਆ। ਸ਼ਾ ਖਾ ਗਾ ਲਾ ਫਾ ਲਾ। ਜੇ ਅਸੀਂ ਸਿੱਖਣਾ ਤਾਂ ਸੱਸੇ ਪੈਰ ਬਿੰਦੀ ਸ਼ਾ ਬੋਲੋ, ਖੱਖੇ ਪੈਰ ਬਿੰਦੀ ਖਾ ਬੋਲੋ, ਤਾਂ ਜੀਭ ਸਾਡੀ ਪਿੱਛੇ ਤਾਲੂ ਦੇ ਨਾਲ ਲੱਗੇਗੀ। ਗੱਗੇ ਪੈਰ ਬਿੰਦੀ ਗਾ, ਜੱਜੇ ਪੈਰ ਬਿੰਦੀ ਜਾ, ਫੱਫੇ ਪੈਰ ਬਿੰਦੀ ਫਾ, ਲੱਲੇ ਪੈਰ ਬਿੰਦੀ ਲਾ। ਤਾਂ ਇਸ ਤਰ੍ਹਾਂ ਅਸੀਂ ਉਚਾਰਨ ਇਹਦਾ ਸਹੀ ਕਰਦੇ। ਕੀ ਬਾਤ ਹੈ ਜੀ, ਕੀ ਬਾਤ ਹੈ ਜੀ। ਜੀ ਸਰ, ਬਹੁਤ ਬਹੁਤ ਸ਼ੁਕਰੀਆ ਜੀ। ਇਸ ਉਚਾਰਨ ਨੂੰ ਵਿਦਿਆਰਥੀਓ ਤੁਸੀਂ ਚੰਗੀ ਤਰ੍ਹਾਂ ਸੁਣ ਲਿਆ ਆ। ਫਿਰ ਸੁਣਨਾ ਚਾਹੁੰਦੇ ਹੋ ਤਾਂ ਇਹ ਵੀਡੀਓ ਹਮੇਸ਼ਾ ਵਾਸਤੇ ਪੇਜ ਦੇ ਉੱਪਰ ਪਈ ਰਹੂਗੀ, ਤੁਸੀਂ ਕਿਸੇ ਵੇਲੇ ਵੀ ਦੁਬਾਰਾ ਸੁਣ ਸਕਦੇ ਹੋ। ਤੇ ਮੈਂ ਵਾਰ-ਵਾਰ ਇਸ ਕਰਕੇ ਕਹਿ ਰਿਹਾ ਕਿ ਪੇਜ ਨੂੰ ਸ਼ੇਅਰ ਕਰ ਦਿਓ, ਫੋਲੋ ਕਰ ਲਓ, ਕਿਉਂਕਿ ਇਹੋ ਜਿਹੇ ਵਿਦਵਾਨ ਸਾਨੂੰ ਬਹੁਤ ਮੁਸ਼ਕਲ ਨਾਲ ਬੇਨਤੀ ਕਰਕੇ ਸੱਦਣੇ ਪੈਂਦੇ ਨੇ ਤੇ ਬਹੁਤ ਜ਼ਰੂਰੀ ਗੱਲਾਂ, ਬੜੀਆਂ ਸਾਂਭਣਯੋਗ ਨੁਕਤੇ ਜਿਹੜੇ ਨੇ ਉਹ ਸਾਡੇ ਨਾਲ ਸਾਂਝੇ ਕਰ ਰਹੇ ਆ।
ਲਾਈਕ ਕਰ ਲਓ ਪੇਜ ਨੂੰ, ਫੋਲੋ ਕਰ ਲਓ, ਸ਼ੇਅਰ ਕਰ ਦਿਓ। ਇਹ ਜਿਹੜੀ ਮੁਲਾਕਾਤ ਆ, ਇਹ ਜਿਹੜੀ ਚਰਚਾ ਆ, ਇਹ ਬੜੀ ਹੀ ਅਹਿਮ ਆ, ਇਤਿਹਾਸਕ ਆ। ਸਰ ਜਿਹੜਾ ਅਗਲਾ ਸਵਾਲ ਆ ਉਹ ਬੜਾ ਆਪਣੀ ਥਾਂ ਤੇ ਬੜੀ ਅਹਿਮੀਅਤ ਰੱਖਦਾ ਆ ਕਿ ਪ੍ਰਵਾਸ ਕਰ ਰਹੇ ਪੰਜਾਬੀ ਆਪਣੇ ਬੱਚਿਆਂ ਨੂੰ ਪੰਜਾਬੀ ਪ੍ਰਤੀ ਰੁਚਿਤ ਕਰਨ ਅਤੇ ਪੰਜਾਬੀ ਸਿਖਾਉਣ ਲਈ ਕਿਹੜੇ ਕਿਹੜੇ ਯਤਨ ਕਰ ਸਕਦੇ ਨੇ, ਕਿਉਂਕਿ ਉਹ ਅਕਸਰ ਪੁੱਛਦੇ ਰਹਿੰਦੇ ਕਿ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਕਿਵੇਂ ਜੋੜ ਸਕਦੇ ਹਾਂ, ਜਾਂ ਸਾਡੇ ਬੱਚੇ ਤਾਂ ਪੰਜਾਬੀ ਤੋਂ ਵੀ ਟੁੱਟਦੇ ਜਾ ਰਹੇ ਆ, ਕੀ ਕਰੀਏ? ਇਹ ਕੁਦਰਤੀ ਗੱਲ ਹੈ ਜੀ। ਜਦੋਂ ਅਸੀਂ ਪ੍ਰਵਾਸ ਕਰਦੇ ਹਾਂ ਤਾਂ ਸਾਡੀ ਬੋਲੀ ਦੇ ਵਿੱਚ ਫਰਕ ਆਉਂਦਾ। ਬੋਲੀ ਦਾ ਇੱਥੇ ਤੱਕ ਪੁੱਜਣ ਤੱਕ ਅਨੇਕਾਂ ਪੜਾਵਾਂ ਚੋਂ ਲੰਘਣਾ ਤੇ ਉਹਦੇ ਵਿੱਚ ਪ੍ਰਵਾਸ ਮੁੱਖ ਕਾਰਨ ਰਿਹਾ। ਤਾਂ ਹੀ ਬੋਲੀਆਂ ਜਿਹੜੀਆਂ ਜਿਵੇਂ ਜਿਵੇਂ ਇਲਾਕਾ ਪੱਧਰ ਤੇ ਜਾਂਦੀਆਂ ਰਹੀਆਂ ਉਹ ਵੱਖ-ਵੱਖ ਹੁੰਦੀਆਂ ਗਈਆਂ, ਉਪ ਬੋਲੀਆਂ ਬਣਦੀਆਂ ਗਈਆਂ। ਪੰਜਾਬੀ ਜਿਹੜੀ ਆ ਉਹ ਇੱਕ ਨਹੀਂ ਰਹੀ, ਉਹ ਫਿਰ ਇਸ ਤਰ੍ਹਾਂ ਕਈ ਤਰ੍ਹਾਂ ਜਾਂਦੀ ਹੋਈ, ਕਿੰਨੇ ਤਰ੍ਹਾਂ ਦੀ ਬਣ ਗਈ। ਤਾਂ ਅੱਜ ਕੱਲ੍ਹ ਵੀ ਪ੍ਰਵਾਸ ਹੋ ਰਿਹਾ। ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਪੰਜਾਬੀ ਅਜਿਹੇ ਸਾਧਨਾਂ 'ਚ ਪ੍ਰਵਾਸ ਹੋਈ ਤਾਂ ਪੰਜਾਬੀ ਦੀਆਂ 26 ਉਪ ਬੋਲੀਆਂ ਨੇ। ਉਹ ਮੈਂ ਤੁਹਾਡੇ ਸਾਹਮਣੇ ਨਕਸ਼ਾ ਦਿੱਤਾ ਕਿ ਸਾਡੇ ਪੰਜਾਬ ਦੇ ਵਿੱਚ 26 ਉਪ ਬੋਲੀਆਂ ਬੋਲੀਆਂ ਜਾਂਦੀਆਂ ਸੀ। ਇਹਨੂੰ ਅਸੀਂ ਪੰਜਾਬੀ ਕਹਿੰਦੇ ਹਾਂ, ਭਾਵੇਂ ਕਿ ਥੋੜੇ ਬਹੁਤੇ ਫਰਕ ਦੇ ਨਾਲ ਬੋਲੀ ਜਾਂਦੀ ਸੀ। ਤਾਂ ਹੁਣ ਜਿਹੜਾ ਪ੍ਰਵਾਸ ਆ, ਇਹ ਅੱਗੇ ਪ੍ਰਵਾਸ ਪੰਜਾਬ ਦੇ ਇੱਕ ਥਾਂ ਤੋਂ ਦੂਜੇ ਥਾਂ ਇਸ ਤਰ੍ਹਾਂ ਘੁੰਮਦਾ, ਸਭ ਸਿੰਧੂ ਤੋਂ ਜਾਂਦੀ ਚੱਲਦਾ, ਬਹੁਤ ਘੱਟ ਇਲਾਕੇ ਵਿੱਚ ਸਾਧਨਾ ਕਰਕੇ ਫੈਲਿਆ ਸੀ। ਹੁਣ ਪ੍ਰਵਾਸ ਯੂਰਪ, ਸੰਸਾਰ ਦੇ ਬਹੁਤ ਸਾਰੇ ਪ੍ਰਵਾਸ ਹੋਣ ਦੇ ਨਾਲ ਉੱਥੋਂ ਦੀਆਂ ਜਿਹੜੀਆਂ ਬੋਲੀਆਂ ਉਹਨਾਂ ਦਾ ਸਾਡੇ ਤੇ ਕੁਦਰਤੀ ਪ੍ਰਭਾਵ ਆ। ਅਸੀਂ ਰੁਜ਼ਗਾਰ ਦੇ ਕਾਰਨ ਉੱਥੋਂ ਦੀ ਬੋਲੀ ਬੋਲਣੀ ਸਾਡੀ ਮਜਬੂਰੀ ਵੀ ਆ ਤੇ ਜ਼ਰੂਰੀ ਵੀ ਆ। ਪਰ ਅਸੀਂ ਆਪਣੀ ਬੋਲੀ ਨਾਲ ਕਿਉਂ ਟੁੱਟ ਰਹੇ ਹਾਂ? ਇਹ ਸਵਾਲ ਸਾਡਾ ਉਹਨਾਂ ਮਾਪਿਆਂ ਲਈ ਵੀ ਆ ਕਿ ਅਸੀਂ ਆਪਣੇ ਘਰ ਦੇ ਵਿੱਚ ਜ਼ਰੂਰ ਪੰਜਾਬੀ ਬੋਲੀਏ, ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਦੇ ਹੋਏ ਘਰ ਦੇ ਵਿੱਚ ਪੰਜਾਬੀ ਚ ਬੋਲਾਂਗੇ ਤਾਂ ਬੱਚਿਆਂ ਨੂੰ ਕੁਦਰਤੀ ਤੌਰ ਤੇ ਆਵੇਗੀ। ਹੁਣ ਕਾਫੀ ਮਾਪੇ ਸੁਚੇਤ ਹੋ ਚੁੱਕੇ ਨੇ, ਜਿਹੜੇ ਇੱਧਰੋਂ ਜਾਂਦੇ ਨੇ। ਹੁਣ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਉਹ ਪੰਜਾਬੀ ਘਰ ਵਿੱਚ ਬੋਲਦੇ ਨੇ, ਉਹਨਾਂ ਦੇ ਬੱਚੇ ਜਦੋਂ ਬਾਹਰ ਆਉਂਦੇ ਨੇ ਤਾਂ ਉਹ ਪੰਜਾਬੀ ਨਾਲ ਨਾਲ ਗੱਲਾਂ ਕਰਦੇ ਆ। ਸੋ ਸਭ ਤੋਂ ਪਹਿਲੀ ਜ਼ਰੂਰੀ ਗੱਲ ਇਹ ਆ ਕਿ ਅਸੀਂ ਬੱਚਿਆਂ ਨੂੰ, ਪ੍ਰਵਾਸੀ ਸੱਜਣਾਂ ਨੂੰ ਇਹ ਮੇਰੀ ਬੇਨਤੀ ਆ ਕਿ ਅਸੀਂ ਬੱਚਿਆਂ ਨੂੰ ਆਪਣੀ ਮਾਂ ਬੋਲੀ ਦੇ ਨਾਲ ਜੋੜੀਏ। ਬਹੁਤ ਸੰਸਾਰ ਦੇ ਵਿੱਚ 12 ਕਰੋੜ ਤੋਂ ਉੱਪਰ ਪੰਜਾਬੀ ਬੋਲਣ ਵਾਲੇ ਲੋਕ ਨੇ ਤੇ ਉਹ ਸਾਰੀ ਦੁਨੀਆ ਦੇ ਵਿੱਚ ਫੈਲੇ ਹੋਏ ਨੇ। ਪੰਜਾਬੀ ਦੀ ਅਹਿਮੀਅਤ ਨੂੰ ਹੁਣ ਸਾਰਾ ਸੰਸਾਰ ਜਾਣ ਗਿਆ। ਇਸ ਕਰਕੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਦੂਜੀ ਭਾਸ਼ਾ ਵਜੋਂ ਮਾਨਤਾ ਮਿਲੀ ਹੋਈ ਹੈ। ਫਿਰ ਅਸੀਂ ਆਪਣੇ ਬੱਚਿਆਂ ਨੂੰ ਕਿਉਂ ਤੋੜਾਂ? ਇੱਕ ਚੀਜ਼ ਜ਼ਰੂਰੀ ਹੈ ਜਿਹੜੀ ਸਾਡੇ ਇੱਥੇ ਵੀ ਹੋ ਰਹੀ ਹੈ ਕਿ ਇੱਥੇ ਦੂਸਰੇ ਸ਼ਬਦਾਂ ਦੀ ਬਹੁਤ ਜ਼ਿਆਦਾ ਘੁਸਪੈਠ ਹੋ ਗਈ। ਅਸੀਂ ਸ਼ੁੱਧ ਪੰਜਾਬੀ ਬੋਲਣ ਨੂੰ ਤਰਜੀਹ ਨਹੀਂ ਦੇ ਰਹੇ, ਅਸੀਂ ਉਹਦੇ ਵਿੱਚ ਅੰਗਰੇਜ਼ੀ ਦੇ, ਹਿੰਦੀ ਦੇ ਬਹੁਤ ਸਾਰੇ ਸ਼ਬਦ ਜੋੜ ਰਹੇ ਹਾਂ, ਜਦੋਂ ਕਿ ਸਾਡੇ ਕੋਲ ਪੰਜਾਬੀ 'ਚ ਉਹਦਾ ਬਦਲ ਹੈ। ਅਸੀਂ ਕੋਸ਼ਿਸ਼ ਕਰੀਏ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਦੇ ਹੋਏ ਘਰ ਵਿੱਚ ਪੰਜਾਬੀ ਬੋਲੀਏ, ਉਹਨਾਂ ਨੂੰ ਘਰ ਵਿੱਚ ਲਿਖਣੀ ਸਿਖਾਈਏ। ਥੋੜਾ ਟਾਈਮ ਆਪਣੇ ਬੱਚਿਆਂ ਨਾਲ ਦੇਈਏ। ਉਹਦੇ ਦੋ ਫਾਇਦੇ ਆ, ਇੱਕ ਤੇ ਉਹ ਮਾਂ ਬੋਲੀ ਨਾਲ ਜੁੜਦਾ, ਇੱਕ ਉਹ ਆਪਣੇ ਵਡੇਰਿਆਂ ਦੇ ਨਾਲ ਜੁੜਦਾ। ਨਹੀਂ ਤੇ ਜਿਸ ਤਰ੍ਹਾਂ ਦਾ ਮਾਹੌਲ ਆ, ਪਦਾਰਥਵਾਦੀ ਯੁੱਗ ਆ, ਬੱਚੇ ਮਾਂ ਪਿਓ ਤੋਂ, ਦਾਦਾ ਦਾਦੀ ਤੋਂ ਦੂਰ ਹੁੰਦੇ ਜਾ ਰਹੇ ਆ। ਜਦੋਂ ਨੇੜੇ ਹੋ ਕੇ ਪੰਜਾਬੀ ਸਿੱਖਣਗੇ, ਉਹਨਾਂ ਨਾਲ ਬੋਲਣ, ਜਿਹਨਾਂ ਦਾ ਮੋਹ ਪੈਦਾ ਹੋਊਗਾ ਤਾਂ ਬਜ਼ੁਰਗਾਂ ਦਾ ਬੁਢਾਪਾ ਵੀ ਵਧੀਆ ਤਰੀਕੇ ਦੇ ਨਾਲ ਗੁਜ਼ਰੇਗਾ ਤੇ ਉਹ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕੁਝ ਦੇ ਕੇ ਜਾ ਰਹੇ ਹੋਣਗੇ ਤੇ ਪੰਜਾਬੀ ਮਾਂ ਬੋਲੀ ਨੂੰ ਅਹਿਸਾਨਮੰਦ ਹੋਏ। ਵਾਹ ਜੀ ਵਾਹ, ਕੀ ਬਾਤ ਹੈ ਜੀ ਸਰ, ਸ਼ੁਕਰੀਆ ਜੀ। ਤੁਹਾਡੇ ਹਰ ਸਵਾਲ ਦਾ ਜਵਾਬ ਬੜਾ ਸ਼ਾਨਦਾਰ ਹੁੰਦਾ। ਕੀ ਬਾਤ ਹੈ ਜੀ। ਸਰ ਮੈਨੂੰ ਨਾ WhatsApp ਤੇ ਹੁਣੇ ਇੱਕ ਦੋਸਤ ਨੇ ਕਿਹਾ ਕਿ ਸਰ ਨੂੰ ਪੁੱਛਿਓ ਕਿ ਸਰ ਕਿਰਪਾ ਕਰਕੇ ਦੱਸਿਓ ਕਿ ਜੇ ਅਸੀਂ ਲੱਲਾ ਲਿਖਦੇ ਹਾਂ ਜਾਂ ਲੱਲੇ ਪੈਰ ਬਿੰਦੀ ਪਾਉਂਦੇ ਹਾਂ ਤਾਂ ਬਿੰਦੀ ਇਸ ਲੱਲੇ ਦੇ ਕਿਹੜੇ ਪਾਸੇ ਆਊਗੀ? ਖੱਬੇ ਆਊਗੀ, ਸੱਜੇ ਆਊਗੀ? ਤੇ ਉਹ ਕਿਹੜੇ ਕਿਹੜੇ ਅੱਖਰ ਨੇ ਜਿਨ੍ਹਾਂ ਦੇ ਪੈਰ 'ਚ ਬਿੰਦੀ ਪਾਉਣੀ ਚਾਹੀਦੀ ਆ? ਸ਼ਬਦ ਕਿਹੜੇ ਕਿਹੜੇ ਜੀ? ਸ਼ਬਦ ਬਹੁਤ ਜ਼ਿਆਦਾ ਨੇ। ਚਲੋ ਆਪਾਂ ਗੱਲ ਕਰਦੇ ਹਾਂ ਇਸ ਤੇ ਹੀ। ਹਾਂ ਜੀ, ਕਿ ਲੱਲੇ ਦੀ ਬਿੰਦੀ ਦੀ ਗੱਲ ਕਰ ਲਈਏ, ਕਿਉਂਕਿ ਦੂਸਰੇ ਤਾਂ ਫਾਰਸੀ ਦੇ ਸ਼ਬਦ ਨੇ ਜਿਹੜੇ ਪੰਜਾਬੀ ਦੇ ਵਿੱਚ ਆ ਚੁੱਕੇ ਨੇ। ਤਾਂ ਖੱਬੇ ਜਾਂ ਅੱਗੇ ਅਗਲੇ ਪਾਸੇ ਪਹਿਲਾਂ ਬਿੰਦੀ ਫਿਰ ਅੱਖਰਾਂ। ਕਈਆਂ ਫੌਂਟਾਂ ਦੇ ਵਿੱਚ ਉਹ ਵਿਚਾਲੇ ਪਾਉਣ ਲੱਗ ਪਏ ਆ। ਉਹ ਅਸੀਂ ਉਹਨੂੰ ਪ੍ਰਮਾਣਿਕ ਨਹੀਂ ਮੰਨਦੇ। ਤੁਸੀਂ ਕਿਤਾਬਾਂ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਦੇ ਲਓ, ਯੂਨੀਵਰਸਿਟੀ ਕਿਤਾਬਾਂ ਦੇ ਲਓ, ਇਹ ਪਹਿਲਾਂ ਵੀ ਛਾਪੇ ਖਾਨੇ ਵਾਲੀਆਂ ਤਾਂ ਉਹ ਪਹਿਲਾਂ ਬਿੰਦੀ ਆਉਂਦੀ ਹੈ। ਇਸ ਚੀਜ਼ ਨੂੰ ਖਿਆਲ ਰੱਖਣਾ ਕਿ ਅਸੀਂ ਬਿੰਦੀ ਪਹਿਲਾਂ ਪਾਉਣੀ ਆ। ਉਚਾਰਨ ਦੀ ਗੱਲ ਕਰੀਏ, ਜੇ ਅਸੀਂ ਧੁਨੀ ਵਿਗਿਆਨ ਨਾਲ ਚੱਲੀਏ ਤਾਂ ਮੇਰੇ ਜਿਹੜੇ ਬੱਚੇ ਸੁਣ ਰਹੇ ਨੇ ਇਹਨਾਂ ਨੂੰ ਸਮਝ ਨਹੀਂ ਆਏਗੀ, ਕਿਉਂਕਿ ਬਹੁਤ ਵੱਡਾ ਵਿਸ਼ਾ। ਇੱਕੋ ਹੀ ਗੱਲ ਆ ਕਿ ਅਸੀਂ ਤੇ ਉਚਾਰਨ ਵੇਲੇ ਕੀ ਖਿਆਲ ਰੱਖਣਾ। ਸਿਰਫ ਤੇ ਸਿਰਫ ਅਸੀਂ ਜਦੋਂ ਕਾਹਲੀ ਦੇ ਨਾਲ ਬੋਲਣਾ ਲੱਗਾ, ਉੱਥੇ ਅਸੀਂ ਉਹਦੇ ਪੈਰ ਬਿੰਦੀ ਲਾ ਦੇਣੀ। ਜਿਵੇਂ ਮੈਂ ਇਹ ਕਹਾਂਗਾ ਕਿ ਖਾਲੀ ਖਾਲੀ ਹੈ, ਇੱਕ ਸ਼ਬਦ ਆਪਣੇ ਕੋਲੇ ਖਾਲੀ ਖਾਲੀ ਹੈ,
ਖਾਲੀ ਖਾਲੀ ਦੋਨਾਂ 'ਚ ਖੱਖੇ ਕੰਨਾ ਲੱਲੇ ਵਿਆਰੀ ਆਉਂਦਾ। ਹੁਣ ਸਵਾਲ ਇਹ ਹੈ ਕਿ ਉੱਥੇ ਬਿੰਦੀ ਕਿਹੜੇ 'ਚ ਲੱਗੂਗੀ, ਜਿਹੜੇ 'ਚ ਅਸੀਂ ਛੇਤੀ ਬੋਲਿਆ। ਖਾਲੀ 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 ਜਿਹੜੀ ਆਪਾਂ ਕਹਿੰਦੇ ਹਾਂ ਨਾਲੀ। ਮੈਂ ਉਸਦੇ ਨਾਲ ਗਿਆ, ਉਸਨੇ ਨਾਲ ਲੋਹੇ ਦੀ ਨਾਲ ਸੱਪ ਮਾਰਿਆ ਜਾਂ ਪਾਣੀ ਲਾਇਆ। ਤਾਂ ਲੋਹੇ ਦੀ ਨਾਲ ਤੇ ਨਾਲ ਜਿਹੜਾ ਵਿਦ ਸਾਥ ਹਿੰਦੀ 'ਚ ਆਪਾਂ ਕਹਿੰਦੇ ਹਾਂ ਜਾਂ ਅੰਗਰੇਜ਼ੀ 'ਚ ਵਿਦ ਕਹਿ ਦਿੰਦੇ ਹਾਂ, ਉੱਥੇ ਅਸੀਂ ਲੱਲੇ ਪੈਰ ਬਿੰਦੀ ਲਾ ਦੇਣੀ। ਕਾਲੀ ਕਾਲਾ, ਕਾਲਾ ਤੇ ਕਾਲਾ 'ਚ ਫਰਕ ਹੈ। ਕਾਲੀ ਕਾਲਾ, ਵਾਲਾ ਸ਼ਬਦ ਆ ਤਾਂ ਉੱਥੇ ਵਾਲਾ ਤੇ ਵਾਲਾ 'ਚ ਫਰਕ ਹੈ, ਤਾਂ ਵਾਲਾ ਜਿਹੜਾ ਉੱਥੇ ਬਿੰਦੀ ਲੱਗੇਗੀ। ਸੋ ਇੱਕੋ ਹੀ ਇਹਦਾ ਤਰੀਕਾ, ਸ਼ਬਦ ਜਿੰਨੇ ਮਰਜ਼ੀ ਤੁਸੀਂ ਦੇਖ ਲਿਓ, ਉਹਦੇ ਵਿੱਚ ਚੁੱਪ ਕਰਕੇ ਉੱਥੇ ਬਿੰਦੀ ਲਾ ਦੇਣੀ ਆ ਜਿੱਥੇ ਉਹ ਬੋਲਣ ਲੱਗਾ ਤੁਹਾਡੀ ਜੀਭ ਘੁੰਮਦੀ ਤੇ ਤੁਸੀਂ ਉਹਨੂੰ ਛੇਤੀ ਬੋਲ ਰਹੇ ਹੋ, ਉੱਥੇ ਬਿੰਦੀ ਲਾ। ਜੀ ਸਰ, ਕੀ ਬਾਤ, ਠੀਕ ਹੈ ਜੀ। ਇਹਦੇ ਨਾਲ ਇੱਕ ਸਵਾਲ ਹੋਰ ਉਹਨਾਂ ਨੇ ਭੇਜਿਆ ਆ। ਉਹ ਕਹਿੰਦੇ ਕਿ ਵਿਦਿਆਰਥੀ ਜਿਹੜੇ ਨੇ ਉਹ ਟੀਚਰ ਨੇ ਜੀ, ਉਹ ਕਹਿੰਦੇ ਕਿ ਵਿਦਿਆਰਥੀ ਜਿਹੜੇ ਨੇ ਉਹ ਅਕਸਰ ਗਲਤੀ ਕਰਦੇ ਨੇ ਜਿਹੜੇ ਪੈਰ 'ਚ ਅੱਖਰ ਪਾਉਂਦੇ ਆ। ਹਾਂਜੀ, ਉਹਨਾਂ ਦੇ ਜਿਹੜੀ ਇਹ ਗਲਤੀ ਆ ਉਹ ਕਿਵੇਂ ਸੁਧਾਰੀ ਜਾ ਸਕਦੀ ਹੈ ਜੀ? ਹਾਂ ਪੈਰ 'ਚ ਪੈਂਦਾ, ਵਾਵਾ ਪੈਂਦਾ ਤੇ ਰਾਰਾ ਪੈਂਦਾ। ਜੀ ਸਰ। ਉਹ ਪਾਉਣ ਲੱਗਿਆ ਉਹ ਸੁੱਟ ਦਿੰਦੇ, ਆਪਾਂ ਕਹਿ ਦਿੰਦੇ ਵੀ ਸੁੱਟ ਦਿੰਦੇ ਆ, ਉਹ ਉਹਨੂੰ ਢੰਗ ਤਰੀਕੇ ਨਾਲ ਨਹੀਂ ਪਾਉਂਦੇ ਜਾਂ ਬਿਲਕੁਲ ਧਿਆਨ ਨਹੀਂ ਦਿੰਦੇ, ਇਸ ਕਰਕੇ ਉਹ ਗਲਤ ਹੋ ਜਾਂਦਾ। ਜਿਵੇਂ ਆਪਾਂ ਪਹਿਲੀਆਂ ਗੱਲਾਂ ਦੇ ਵਿੱਚ ਉਹ ਕੀਤੀ ਸੀ ਗੱਲ ਦਾ ਕਿ ਅਸੀਂ ਉਹਨੂੰ ਕਿਵੇਂ ਲਿਖਣਾ, ਤਾਂ ਅਸੀਂ ਲਿਖਣ ਦੇ ਸਮੇਂ ਇਹ ਖਿਆਲ ਰੱਖਾਂਗੇ ਕਿ ਉਹ ਅੱਖਰ ਦੇ ਵਿੱਚ ਜਿਹੜੀ ਆਖਰੀ ਲਾਈਨ ਆ ਜਿਹਦੇ 'ਚ ਪੈਂਦਾ, ਸਾਰਿਆਂ ਨੇ ਜਿਹਦੇ ਪੈਂਦਾ ਆਖਰੀ ਲਾਈਨ ਤੇ ਇਹਦੀ ਬਿਲਕੁਲ ਸੇਧ ਤੇ ਪਾਉਣਾ ਗਲਾਈ ਦੇ, ਜਿਵੇਂ ਸੱਸੇ ਦੇ। ਤੇ ਇਸੇ ਤਰ੍ਹਾਂ ਅਸੀਂ ਸੱਸੇ ਦੇ ਪੈਰ 'ਚ ਵਾਵਾ ਪਾ ਰਹੇ ਹਾਂ ਤਾਂ ਉਹ ਵੀ ਆਖਰੀ ਲਾਈਨ ਤੋਂ ਇੱਥੋਂ ਲਿਆਉਣਾ। ਇਹਦੇ ਉੱਤੇ ਡੰਡੀ ਨਹੀਂ ਲਾਉਣੀ, ਜੇ ਵਾਵੇ ਦੇ ਐਂ ਡੰਡੀ ਨਹੀਂ ਬਣਾਉਣੀ। ਹਾਹਾ ਪਾਉਣਾ, ਅਸੀਂ ਹਾਹੇ ਨੂੰ ਇੱਥੋਂ ਲੈ ਕੇ ਆਏ, ਆਹ ਡੰਡੀ ਨਹੀਂ ਲਾਉਣੀ। ਸਿਰਫ ਦੇਖੋ ਰਾਰਾ ਇਸ ਤਰ੍ਹਾਂ ਦਾ, ਵਾਵਾ ਛੋਟੀ ਡੰਡੀ ਵਾਲਾ, ਹਾਹਾ ਇਸ ਤਰ੍ਹਾਂ। ਇਹ ਤਿੰਨੇ ਦੇ ਤਿੰਨੇ ਅਸੀਂ ਇਸ ਤਰ੍ਹਾਂ ਲਿਖਣੇ ਆ, ਨਾ ਕਿ ਉੱਤੋਂ ਅਸੀਂ ਇਹਨੂੰ ਬੰਦ ਕਰਕੇ ਲਿਖਣੇ ਆ। ਜੇ ਅਸੀਂ ਇਸ ਤਰ੍ਹਾਂ ਲਿਖਦੇ ਹਾਂ ਤਾਂ ਉਹ ਗਲਤ ਹੋ ਜਾਂਦਾ। ਸੋ ਆਖਰੀ ਲਾਈਨ ਜਿਹੜੀ ਆ ਉਹਦੇ ਥੱਲੇ ਉਹਦੀ ਸੇਧ ਦੇ ਵਿੱਚ ਸ਼ੁਰੂ ਕਰ ਦੇਣਾ ਅੱਖਰ, ਥੋੜੀ ਜਿਹੀ ਵਿੱਥ ਦੇ ਨਾਲ, ਪੂਰਾ ਜੋੜਨਾ ਵੀ ਨਹੀਂ ਤੇ ਜ਼ਿਆਦਾ ਵਿੱਥ ਵੀ ਨਹੀਂ ਦੇਣੀ। ਬਸ ਇਸ ਚੀਜ਼ ਦਾ ਬੱਚੇ ਖਿਆਲ ਰੱਖਣ ਤੇ ਵਧੀਆ ਲਿਖਿਆ ਜਾਏਗਾ। ਜੀ ਸਰ। ਸਰ ਇਹਦੇ ਨਾਲ ਇੱਕ ਸਵਾਲ ਕਿ ਜਿਵੇਂ ਨਾ ਇੱਕ ਕਿਰਪਾ ਇੱਕ ਚਾਰਾ ਪਾ ਦਿੰਦੇ ਆ, ਇੱਕ ਆਪਾਂ ਨਾਲ ਪਾ ਦਿੰਦੇ ਆ, ਕੱਕੇ ਸਾਰੀ ਰਾਰਾ ਹੈਗੇ ਆ ਜੀ। ਕਿਰਪਾ ਪ੍ਰੀਖਿਆ ਪੁਰਾਤਨ ਪੰਜਾਬੀ ਦੇ ਵਿੱਚ ਉਹਨੂੰ ਨਾਲ ਜੋੜਿਆ ਜਾਂਦਾ ਸੀਗਾ, ਪੈਰ 'ਚ ਪਾਇਆ ਜਾਂਦਾ ਸੀ। ਹੁਣ ਤੁਸੀਂ ਪੰਜਾਬ ਬੋਰਡ ਦੀਆਂ ਕਿਤਾਬਾਂ ਦੇਖ ਲਓ ਜਾਂ ਯੂਨੀਵਰਸਿਟੀਆਂ ਦੀਆਂ, ਹੁਣ ਜਿਹੜਾ ਪੂਰਾ ਰਾਰਾ ਪਾਇਆ ਕਿਰਪਾ 'ਚ, ਪ੍ਰਗਟ, ਪ੍ਰੀਖਿਆ, ਇਸ ਤਰ੍ਹਾਂ ਦੇ ਜਿਹੜੇ ਬਹੁਤ ਸਾਰੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਪੈਰ ਵਿੱਚ ਰਾਰਾ ਨਹੀਂ ਪਾਉਂਦੇ। ਜਿੱਥੇ ਬਹੁਤ ਤੇਜ਼ੀ ਦੇ ਨਾਲ ਕਿਰਪਾ, ਜਿੱਥੇ ਰਾਰੇ ਨੂੰ ਸਿਹਾਰੀ ਆਉਣੀ ਆ ਉਹ ਹਿੰਦੀ ਦਾ, ਤਾਂ ਉੱਥੇ ਅਸੀਂ ਪੈਰ 'ਚ ਪਾਉਣਾ। ਜੇ ਅਸੀਂ ਕਿਰਪਾ ਬੋਲਦੇ ਹਾਂ ਤਾਂ ਅਸੀਂ ਪੂਰਾ ਹੀ ਪਾਉਣਾ। ਪ੍ਰੀਖਿਆ ਤੇ ਪ੍ਰੀਖਿਆ, ਪ੍ਰੀਖਿਆ ਉਹ ਫਰਕ ਪੈ ਜਾਂਦਾ ਨਾ ਜੇ ਫਿਰ ਆਪਾਂ ਪੈਰ 'ਚ ਪਾਉਣੇ ਆ। ਤੁਸੀਂ ਦੇਖੋ ਤਾਂ ਇਸ ਲਈ ਅਸੀਂ ਪੂਰਾ ਹੀ ਪਾਉਣੇ ਆ, ਪੱਪਾ ਰਾਰੇ ਨੂੰ ਬਿਹਾਰੀ, ਪੱਕੇ ਨੂੰ ਸਿਹਾਰੀ, ਫਾੜੇ ਨੂੰ। ਇਸ ਕਰਕੇ ਇਹਨਾਂ ਨੂੰ ਪੈਰ ਵਿੱਚ ਹੁਣ ਬਹੁਤ ਘੱਟ ਇਹਨਾਂ ਦੀ ਵਰਤੋਂ ਸ਼ੁਰੂ ਹੋ ਗਈ। ਜੀ ਸਰ। ਅਕਸਰ ਇਹ ਪੁੱਛਿਆ ਜਾਂਦਾ ਵੀ ਇਹਨਾਂ ਵਿੱਚੋਂ ਸਹੀ ਕਿਹੜਾ ਮੰਨਿਆ ਜਾਵੇ ਤੇ ਗਲਤ ਕਿਹੜਾ ਮੰਨਿਆ ਜਾਵੇ? ਜਿਹੜਾ ਜਿਵੇਂ ਮੈਂ ਦੱਸਿਆ ਪ੍ਰੀਖਿਆ ਪਾਉਣਾ ਤਾਂ ਪੂਰਾ, ਕਿਰਪਾ 'ਚ ਵੀ ਪੂਰਾ। ਇਸ ਤਰ੍ਹਾਂ ਦੇ ਕੁਝ ਸ਼ਬਦ ਹੈਗੇ ਆ ਜਿਨ੍ਹਾਂ 'ਚ ਭੁਲੇਖਾ ਹੈ, ਪੈਰ 'ਚ ਰਾਰੇ ਤੋਂ ਬਿਨਾਂ ਵੀ ਹੈ, ਜਿਵੇਂ ਮਾਫੀ ਤੇ ਮੁਆਫੀ। ਮੁਆਫੀ ਨੂੰ ਸਹੀ ਮੰਨਿਆ ਜਾਂਦਾ, ਮਾਫੀ ਨੂੰ ਨਹੀਂ ਮੰਨਿਆ ਜਾਂਦਾ। ਇਸ ਤਰ੍ਹਾਂ ਸ਼ਬਦ ਜੋੜ ਜਿਹੜੇ ਆ ਉਹਨਾਂ ਤੇ ਵੀ ਮੈਂ PDF ਭੇਜ ਦੇਵਾਂਗਾ ਜੀ, ਜਿਹਦੇ ਵਿੱਚ ਹੋਏਗਾ ਸਹੀ ਸ਼ਬਦ ਜੋੜ ਕਿਹੜੇ ਨੇ। ਵਾਹ ਜੀ ਵਾਹ। ਜੀ ਸਰ, ਸ਼ੁਕਰੀਆ ਜੀ। ਅੱਜ ਦੀ ਇਸ ਮੁਲਾਕਾਤ ਦਾ, ਇਸ ਪ੍ਰੋਗਰਾਮ ਦਾ ਇੱਕ ਸਵਾਲ ਜਿਹੜਾ ਜੀ, ਇਹ ਸਵਾਲ ਵੀ ਮੈਨੂੰ ਵਿਸ਼ੇਸ਼ ਤੌਰ ਤੇ ਆਇਆ। ਕਹਿੰਦੇ ਕਿ ਸਰ ਨੂੰ ਪੁੱਛਿਓ ਕਿ ਵੱਡੀ ਉਮਰ ਦੇ ਜਿਹੜੇ ਲਿਖਾਈ ਲਿਖਣ ਦੇ ਚਾਹਵਾਨ ਨੇ, ਜਿਹੜੇ ਸੁੰਦਰ ਲਿਖਾਈ ਬਣਾਉਣਾ ਚਾਹੁੰਦੇ ਨੇ, ਉਹਨਾਂ ਦਾ ਸਵਾਲ ਆ ਕਿ ਸੁੰਦਰ ਲਿਖਾਈ ਲਈ ਲਿਖਣ ਲਈ ਉਹ ਆਪਣੀ ਜਿਹੜੀ ਵੱਡੇ ਉਮਰ ਦੇ ਬੰਦੇ ਨੇ ਉਹ ਖਿੱਚ ਭਰਪੂਰ ਕਿਵੇਂ ਬਣਾਉਣ। ਪਹਿਲਾਂ ਤਾਂ ਉਹਨਾਂ ਨੇ ਇਹ ਕਿਹਾ, ਫਿਰ ਉਹ ਕਹਿ ਰਹੇ ਨੇ ਕਿ ਅੱਖਰਾਂ ਨੂੰ ਕਿਵੇਂ ਸਿੱਖਿਆ ਜਾ ਸਕਦਾ ਸੌਖੇ ਢੰਗ ਨਾਲ, ਤੇ ਥੋੜੇ ਜਿਹੇ ਸੁਧਾਰ ਨਾਲ ਆਪਣੀ ਲਿਖਾਈ ਨੂੰ ਕਿਵੇਂ ਅਸੀਂ ਵਧੀਆ ਬਣਾ ਸਕਦੇ ਹਾਂ। ਇੱਕੋ ਹੀ ਗੱਲ ਹੈ ਕਿ ਦ੍ਰਿੜ ਨਿਸ਼ਚਾ ਕਰ ਲਿਆ ਜਾਵੇ, ਥੋੜਾ ਜਿਹਾ ਅਭਿਆਸ ਕਰ ਲਿਆ ਜਾਵੇ।
मैं अपनी खुद ही उदाहरण बहुत बारी दिंदा हुंदा कि मेरी लिखाई सब तो माड़ी सी, पर मैनू जदों सज्जना मित्ਰਾਂ ने कहा भी नहीं तेरी लिखाई किसी काम दी नहीं, ਤਾਂ मैं ਉਹਨੂੰ ਚੈਲੰਜ ਲਿਆ। ਉਹਨੂੰ ਚੈਲੰਜ ਲਿਆ ਜਾਂਦਾ ਉਹ ਇਸ ਸਮੇਂ ਦੀ ਗੱਲ ਆ ਕਿ ਜਦੋਂ ਮੈਂ ਅਧਿਆਪਕ ਲੱਗ ਚੁੱਕਾ ਸੀ ਤੇ ਲਿਖਾਈ ਮੇਰੀ ਬਹੁਤ ਜ਼ਿਆਦਾ ਮਾੜੀ ਸੀ। ਮੈਂ ਉਸਨੂੰ ਚੈਲੰਜ ਲਿਆ, ਅੱਖਰਾਂ ਨੂੰ ਦੇਖਿਆ, ਅੱਖਰਾਂ ਦੀ ਬਣਤਰ ਨੂੰ ਮਨ 'ਚ ਵਸਾਇਆ, ਥੋੜਾ ਜਿਹਾ ਅਭਿਆਸ ਕੀਤਾ। ਇਸ ਲਈ ਕਿਸੇ ਵੀ ਉਮਰ ਦੇ ਵਿੱਚ ਕਦੋਂ ਵੀ ਸਿੱਖਣ ਦੀ ਕੋਈ ਉਮਰ ਨਹੀਂ, ਪਰ ਆਪਾਂ ਇਹ ਨਹੀਂ ਕਹਿ ਸਕਦੇ ਲਿਖਾਈ 'ਚ ਵੀ ਆਦਤ ਪੱਕ ਚੁੱਕੀ ਉਹ ਬਦਲੇਗੀ ਨਹੀਂ, ਬਦਲ ਜਾਏਗੀ। ਉਸੀ ਮੈਂ ਖੁਦ ਉਦਾਹਰਨ ਆ। ਮੇਰੇ ਨਾਲ ਦੇ ਸਾਥੀ ਅਧਿਆਪਕ ਆ ਜਿਹੜੇ ਮੇਰੇ ਨਾਲ ਰਹਿੰਦੇ ਨੇ, ਉਹਨਾਂ ਸਾਰਿਆਂ ਦੀ ਲਿਖਾਈ ਬਹੁਤ ਸੋਹਣੀ ਹੋ ਚੁੱਕੀ ਆ। ਤਾਂ ਉਹ ਕੀ ਕਰਦੇ, ਜਦੋਂ ਮੈਂ ਲਿਖਦਾ ਉਹਨਾਂ ਨੇ ਪਹਿਲਾਂ ਮੈਨੂੰ ਦੇਖਿਆ ਚੰਗੀ ਤਰ੍ਹਾਂ ਵੀ ਕਿਵੇਂ ਲਿਖਦਾ, ਉਹਨਾਂ ਦੇ ਮਨ 'ਚ ਆਇਆ ਅਸੀਂ ਵੀ ਲਿਖੀਏ, ਤਾਂ ਮੈਂ ਥੋੜਾ ਉਤਸ਼ਾਹਿਤ ਕੀਤਾ ਉਹਨਾਂ ਸਾਰਿਆਂ ਨੂੰ। ਉਹਨਾਂ ਦੀ ਲਿਖਾਈ ਤੇ ਮੇਰੀ ਲਿਖਾਈ 'ਚ ਹੁਣ ਕੋਈ ਬਹੁਤਾ ਫਰਕ ਨਹੀਂ ਹੁੰਦਾ। ਉਹ ਸਭ ਹੁਣ ਇਹ ਪਤਾ ਲੱਗ ਜਾਂਦਾ ਕਿ ਕਬਰਵਸ਼ੇ ਸਕੂਲ ਦੇ ਸਾਰੇ ਸਟਾਫ ਦੀ ਲਿਖਾਈ ਇਹੋ ਜਿਹੀ ਪਛਾਣ ਲੈਂਦੇ ਨੇ, ਕਿਉਂਕਿ ਉਹ ਸਾਰਿਆਂ ਨੇ ਇਸ ਉਮਰ ਦੇ ਵਿੱਚ ਆ ਕੇ ਇਸ ਪੜਾਅ ਤੇ ਵੀ ਸਿੱਖਿਆ। ਸੋ ਉਮਰ ਦਾ ਇਹਦੇ ਵਿੱਚ ਕੋਈ ਖਿਆਲ ਨਹੀਂ ਹੈ, ਜਦੋਂ ਮਰਜ਼ੀ ਤੁਸੀਂ ਸਿੱਖ ਸਕਦੇ ਹੋ। ਇੱਕ ਦ੍ਰਿੜ ਨਿਸ਼ਚਾ ਤੇ ਅਭਿਆਸ, ਇਹ ਦੋ ਚੀਜ਼ਾਂ ਨੂੰ ਪੱਲੇ ਬੰਨਿਆ ਜਾਵੇ ਤੇ ਸਿੱਖਿਆ ਜਾਏਗਾ, ਕੋਈ ਗੱਲ ਨਹੀਂ। ਵਾਹ ਜੀ ਵਾਹ, ਕੀ ਬਾਤ ਹੈ। ਸਰ ਆਖਰ ਦੇ ਉੱਤੇ ਪੰਜਾਂ ਦੇ ਨਾਮ ਤੁਹਾਡੇ ਵੱਲੋਂ ਇੱਕ ਸੁਨੇਹਾ, ਮੈਂ ਸੁਨੇਹਾ ਤਾਂ ਕੀ ਹੈ, ਇੱਕ ਹੋਕਾ ਪੰਜਾਬੀ ਮਾਂ ਬੋਲੀ ਦੇ ਪਿਆਰਿਆਂ ਦੇ ਲਈ, ਹਜੇ ਸੁਨੇਹਾ ਦੇਣ ਦੇ ਆਪਾਂ ਯੋਗ ਨਹੀਂ ਹੋਏ। ਇਹ ਹੋਕਾ ਕਿ ਜਿੱਥੇ ਵੀ ਅਸੀਂ ਜਾਈਏ ਆਪਣੀ ਮਾਂ ਬੋਲੀ ਨੂੰ ਆਪਣੇ ਸਿਰ ਦਾ ਤਾਜ ਬਣਾ ਕੇ ਰੱਖੀਏ। ਆਪਣੀ ਬੋਲਚਾਲ ਦੇ ਵਿੱਚ ਅਸੀਂ ਆਪਣੀ ਮਾਂ ਬੋਲੀ ਨੂੰ ਪਹਿਲ ਦੇਈਏ, ਕਿਉਂਕਿ ਸਾਰੇ ਸੰਸਾਰ ਦੇ ਵਿੱਚ ਸਾਡੀ ਮਾਂ ਬੋਲੀ ਸਮਝੀ ਜਾਂਦੀ ਹੈ। ਅਸੀਂ ਜੇ ਕਿਤੇ ਸ਼ਬਦ ਜੋੜਾਂ ਦੀਆਂ ਗਲਤੀਆਂ ਨੂੰ ਦੇਖਦੇ ਹਾਂ, ਚੱਲ ਹੋ ਜਾਂ ਨਜ਼ਰ ਅੰਦਾਜ਼ ਨਾ ਕਰੀਏ। ਜੇ ਕਿਸੇ ਨੇ ਬੋਰਡ ਦੇ ਉੱਤੇ ਜਾਂ ਕਿਤੇ ਵੀ ਸ਼ਬਦ ਜੋੜਾਂ ਨੂੰ ਗਲਤ ਲਿਖਿਆ ਤਾਂ ਅਸੀਂ ਉਹਨੂੰ ਬੇਨਤੀ ਜ਼ਰੂਰ ਕਰੀਏ ਕਿ ਭਾਈ ਸਾਹਿਬ ਕਿਰਪਾ ਕਰਕੇ ਇਸ ਨੂੰ ਜੇ ਠੀਕ ਕਰਵਾ ਲਓ ਤਾਂ ਬਹੁਤ ਵਧੀਆ ਹੋਏਗਾ। ਕਿਸੇ ਨਾਲ ਆਕੜ ਕੇ ਅਸੀਂ ਕੰਮ ਨਹੀਂ ਕਰਵਾ ਸਕਦੇ ਜਿੰਨਾ ਅਸੀਂ ਪਿਆਰ ਨਾਲ ਕਰਵਾ ਸਕਦੇ ਹਾਂ। ਸੋ ਮਾਂ ਬੋਲੀ ਦੇ ਪਿਆਰਿਆਂ ਨੂੰ ਬੇਨਤੀ ਆ ਕਿ ਜਿੱਥੇ ਵੀ ਤੁਹਾਨੂੰ ਮਾਂ ਬੋਲੀ ਦੀ ਬੇਹੁਰਮਤੀ ਨਜ਼ਰ ਆਉਂਦੀ ਹੈ, ਉੱਥੇ ਤੁਸੀਂ ਉਸ ਤੇ ਜ਼ਰੂਰ ਆਵਾਜ਼ ਉਠਾਓ। ਇੱਕ ਸ਼ੁੱਧ ਪੰਜਾਬੀ ਲਿਖੋ ਤੇ ਬੋਲੋ। ਜਦੋਂ ਬੋਲਦੇ ਹਾਂ ਇਸ ਗੱਲ ਦਾ ਜ਼ਰੂਰ ਖਿਆਲ ਰੱਖੋ ਕਿ ਜਿਹੜੇ ਸ਼ਬਦਾਂ ਨੂੰ ਅਸੀਂ ਬੋਲਣਾ, ਸਾਡੇ ਵੱਡੇ ਵਡੇਰੇ ਸਾਨੂੰ ਵਿਰਾਸਤ ਵਿੱਚ ਦੇ ਕੇ ਗਏ ਨੇ, ਤੇ ਜੇ ਅਸੀਂ ਕਹੀਏ ਕਿ ਕੋਈ ਗੱਲ ਹੀ ਨਹੀਂ, ਫਿਰ ਕੀ ਆ, ਅਸੀਂ ਬੋਲ ਤਾਂ ਰਹੇ ਹਾਂ, ਲਿਖ ਤਾਂ ਰਹੇ ਹਾਂ, ਪੰਜਾਬੀ ਲਿਖ ਰਹੇ ਹਾਂ, ਨਹੀਂ, ਅਸੀਂ ਜੋ ਸਾਡੀ ਵਿਰਾਸਤ ਸਾਨੂੰ ਮਿਲੀ ਅਸੀਂ ਨੂੰ ਵਿਗਾੜਨ ਦਾ ਕੋਈ ਹੱਕ ਨਹੀਂ। ਅਸੀਂ ਉਸ ਨੂੰ ਹੋਰ ਸਵਾਰੀਏ, ਸ਼ਿੰਗਾਰੀਏ ਤੇ ਤਨੋਂ ਮਨੋਂ ਤਨੋਂ ਆਪਣੀ ਮਾਂ ਬੋਲੀ ਦੀ ਸੇਵਾ ਕਰੀਏ। ਮਾਂ ਬੋਲੀ ਦਾ ਆਸ਼ੀਰਵਾਦ ਤੁਹਾਨੂੰ ਜ਼ਿੰਦਗੀ ਦੇ ਵਿੱਚ ਹਮੇਸ਼ਾ ਸਫਲਤਾ ਬਖਸ਼ੇਗਾ। ਮੇਰੇ ਨਾਲ ਇਹ ਪ੍ਰਤੱਖ ਪ੍ਰਮਾਣ ਹੈ ਕਿ ਮਾਂ ਬੋਲੀ ਦੀ ਸੇਵਾ ਕਰਨ ਦਾ ਮੈਨੂੰ ਬਹੁਤ ਫਲ ਮਿਲਿਆ ਤੇ ਮਿਲਦਾ ਰਹੇਗਾ। ਮਾਂ ਬੋਲੀ ਦੇ ਚਰਨਾਂ ਦੇ ਵਿੱਚ ਹਮੇਸ਼ਾ ਆਪਣੇ ਆਪ ਨੂੰ ਵਾਰੋ, ਉਸ ਨੂੰ ਅੱਗੇ ਵਧਾਓ। ਪੰਜਾਬੀ ਲੋਕ ਹਮੇਸ਼ਾ ਜੂਝਦੇ ਨੇ ਤੇ ਇਸੇ ਪਾਸੇ ਵੀ ਆਪਾਂ ਜ਼ਰੂਰ ਜੂਝੀਏ, ਮਾਂ ਬੋਲੀ ਨੂੰ ਘਰ ਘਰ ਪਹੁੰਚਾਈਏ। ਉਹਦੀ ਸੇਵਾ ਜਿਹੜੀ ਆ ਸਾਡੇ ਲਈ ਬਹੁਤ ਵਧੀਆ ਹੋਏਗੀ। ਤੁਹਾਡਾ ਸਾਰਿਆਂ ਦਾ ਬੜਾ ਧੰਨਵਾਦ ਕਿ ਤੁਸੀਂ ਬੜੇ ਪਿਆਰ ਤੇ ਮੋਹ ਦੇ ਨਾਲ ਇਸ ਚੀਜ਼ ਨੂੰ ਸੁਣਿਆ, ਸਿੱਖਿਆ ਤੇ ਮੈਨੂੰ ਵੀ ਕੁਝ ਤੁਹਾਡੀਆਂ ਗੱਲਾਂ ਤੋਂ ਨਵਾਂ ਸਿੱਖਣ ਨੂੰ ਮਿਲਿਆ। ਸੋ ਸਿੱਖਣ ਦੀ ਜਿਹੜੀ ਇਹ ਪ੍ਰਕਿਰਿਆ, ਇਸ ਨੂੰ ਜਾਰੀ ਰੱਖਿਆ ਜਾਵੇ। ਇਸੇ ਤਰ੍ਹਾਂ ਆਓ ਸਾਰੇ ਪੰਜਾਬੀ ਰਲ ਕੇ ਮਾਂ ਬੋਲੀ ਦਾ ਝੰਡਾ ਬੁਲੰਦ ਕਰੀਏ। ਬਹੁਤ ਬਹੁਤ ਜੀ ਸਰ। ਸਰ ਲਫ਼ਜ਼ਾਂ ਦੀ ਦੁਨੀਆ ਸਾਹਿਤ ਸਭਾ ਨਕੋਦਰ, ਪੰਜਾਬੀ ਸੱਥ ਮੰਜਕੀ ਤੇ ਸ਼ਮਾਦਾਨ ਅਦਾਰੇ ਵੱਲੋਂ ਤੁਹਾਡੇ ਇਹਨਾਂ ਬੇਸ਼ਕੀਮਤੀ ਵਿਚਾਰਾਂ ਦੇ ਲਈ ਤੁਹਾਡੇ ਵੀ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਕਿਉਂਕਿ ਪੰਜਾਬੀ ਦੇ ਵਿੱਚ ਵਿਦਵਾਨ ਤੇ ਪੰਜਾਬੀ ਨੂੰ ਇੰਨੀ ਮੁਹੱਬਤ ਕਰਨ ਵਾਲੇ ਇਨਸਾਨ ਬਹੁਤ ਘੱਟ ਮਿਲੇ ਆ। ਤੇ ਇਸ ਲਈ ਪੰਜਾਬੀ ਤੁਹਾਡੇ ਤੇ ਹਮੇਸ਼ਾ ਮਾਣ ਕਰਦੇ ਰਹਿਣਗੇ। ਤੁਹਾਡਾ ਸਤਿਕਾਰ ਤੇ ਆਪਣਾ ਸਮਾਂ ਦੇਣ ਲਈ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ, ਧੰਨਵਾਦ ਸਰ। ਇੱਕ ਸਵਾਲ ਹੈ ਮੇਰਾ, ਮੈਂ ਪੁੱਛਣਾ। ਹਾਂਜੀ ਸਰ, ਜਿਹੜਾ ਨਾ ਆਪਾਂ ਅੱਗੇ ਪੁਰਾਤਨ ਗ੍ਰੰਥ ਹੁੰਦੇ ਸੀ, ਲੜੀਵਾਰ ਲਿਖੇ ਹੁੰਦੇ ਸੀ, ਅੱਖਰ ਨਾਲ ਜੁੜੇ ਹੁੰਦੇ ਸੀਗੇ, ਤੇ ਉਹਨਾਂ ਅੱਖਰਾਂ ਦੀ ਪਹਿਚਾਣ ਕਿਵੇਂ ਕੀਤੀ ਜਾਵੇ ਕਿ ਅੱਖਰ ਕਿਵੇਂ ਸਹੀ ਬਣਦਾ? ਕੁਝ ਸ਼ਬਦ ਆਪਾਂ ਕੱਢਣੇ ਆ ਜੀ ਲਾਈਨ ਦੇ ਵਿੱਚੋਂ, ਤਾਂ ਉਹਨਾਂ ਨੂੰ ਆਪਾਂ ਕਿਵੇਂ ਕੱਢ ਸਕਦੇ ਹਾਂ? ਪੁਰਾਤਨ ਜਿਹੜੇ ਗ੍ਰੰਥ ਹੈ ਉਹਨਾਂ ਦੀ ਇਸੇ ਕਰਕੇ ਸੰਥਿਆ ਦਿੰਦੇ ਸੀ ਵਿਦਵਾਨ ਲੋਕ। ਪਰ ਹੁਣ ਜੇ ਕੁਛ ਤਾਂ ਸੰਸਥਾਵਾਂ ਨੇ ਜਿਹੜੀਆਂ ਦੱਸ ਰਹੀਆਂ ਨੇ, ਇਸ ਲਈ ਜ਼ਰੂਰੀ ਆ ਕਿ ਪੰਜਾਬੀ ਦੀ ਗੁਰਬਾਣੀ ਦੀ ਵਿਆਕਰਨ ਜਿਹੜੀ ਨਾ ਉਹ ਲਈ ਜਾ। ਗੁਰਬਾਣੀ ਦੀ ਵਿਆਕਰਨ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਆ, ਉਹ ਇਸ ਦੇ ਵਿੱਚ ਬੜੀ ਮਦਦ ਕਰਦੀ ਆ। ਉਸ ਦੇ ਵਿੱਚ ਪੂਰੇ ਸ਼ਬਦਾਂ ਨੂੰ, ਜਿਹੜਾ ਕੱਲੇ ਕੱਲੇ ਸ਼ਬਦ ਨੂੰ ਅਰਥ ਤੇ ਇੱਥੋਂ ਤੱਕ ਕਿ ਔਂਕੜ ਜਾਂ ਦਲੈਂਕੜ ਲਾਉਣ ਦੇ ਨਾਲ ਸ਼ਬਦ ਦਾ ਅਰਥ ਕਿਵੇਂ ਬਦਲ ਗਿਆ, ਉਹਦਾ ਅਸਲੀ ਮੂਲ ਕਿਵੇਂ ਬਦਲ ਜਾਂਦਾ ਤੇ ਕੀ ਹੁਣ ਅਰਥ ਬਣ ਗਿਆ, ਉਹ ਸਾਰਾ ਕੁਝ ਉਹਦੇ ਵਿੱਚ ਬੜਾ ਤਰਤੀਬ ਦੇ ਨਾਲ ਪ੍ਰੋਫੈਸਰ ਸਾਹਿਬ ਨੇ
ਇੱਕ ਵਡਮੁੱਲਾ ਕੰਮ ਸਾਨੂੰ ਪੰਜਾਬੀ ਦਾ ਦੇ ਕੇ ਗਏ ਨੇ। ਸੋ ਪ੍ਰੋਫੈਸਰ ਸਾਹਿਬ ਸਿੰਘ ਦੀ ਜਿਹੜੀ ਵਿਆਕਰਨ ਆ ਉਹਨੂੰ ਜ਼ਰੂਰ ਖਰੀਦ ਕੇ ਘਰ ਰੱਖਿਆ ਜਾਵੇ ਤੇ ਉਹ ਤੁਹਾਨੂੰ ਸਾਰਾ ਇਹ ਦੱਸ ਦੇਗੀ ਕਿ ਕਿੱਥੇ ਕਿੱਥੇ ਅਸੀਂ ਸ਼ਬਦਾਂ ਨੂੰ ਤੋੜਨਾ, ਕਿਉਂਕਿ ਅਸੀਂ ਅੰਦਾਜ਼ੇ ਨਾਲ ਨਹੀਂ ਚੱਲਣਾ। ਹਾਂਜੀ ਅੰਦਾਜ਼ੇ ਨਾਲ ਚੱਲਦੇ ਹਾਂ ਤਾਂ ਸ਼ਬਦ ਜਿਹੜਾ ਅਰਥ ਬਦਲ ਜਾਂਦਾ। ਜੀ ਸਰ, ਥੈਂਕ ਯੂ। ਬਿਲਕੁਲ। ਹਰਜਿੰਦਰ ਸਿੰਘ ਸ਼ਾਬਾਸ਼, ਬਹੁਤ ਵਧੀਆ ਸਵਾਲ ਕਰ ਰਿਹਾ, ਅੱਜ ਤਾਂ ਕਮਾਲ ਕਰ ਦਿੱਤੀ। ਇਹਦੇ ਨਾਲ ਹੋਰ ਵੀ ਕਾਫੀ ਸਾਰੇ ਵਿਦਿਆਰਥੀ ਜਿਹੜੇ ਸਿਖਿਆਰਥੀ ਜਿਹੜੇ ਜੁੜੇ ਹੋਏ ਨੇ। ਸਰ ਆਖਰ ਦੇ ਉੱਤੇ ਛੋਟਾ ਜਿਹਾ ਸਵਾਲ ਆ ਕਿ ਆਪਾਂ ਪੰਜਾਬੀ ਦੇ ਵਿੱਚ ਵਿਦਿਆਰਥੀ ਸਹੀ ਕਹੀਏ ਕਿ ਸਿਖਿਆਰਥੀ, ਕਿਹੜਾ ਸ਼ਬਦ ਦਾ ਉਚਾਰਨ ਕੀਤਾ ਜਾਵੇ? ਵਿਦਿਆਰਥੀ ਸ਼ਬਦ ਸਾਡਾ ਪ੍ਰਚਲਿਤ ਹੋ ਚੁੱਕਾ। ਕੋਈ ਸ਼ਬਦ ਅਜਿਹੇ ਜਿਹੜੇ ਜਦੋਂ ਪ੍ਰਚਲਿਤ ਹੋ ਗਿਆ ਅਸੀਂ ਉਹਨਾਂ ਨੂੰ ਛੱਡ ਨਹੀਂ ਸਕਦੇ, ਚਾਹ ਕੇ ਵੀ ਨਹੀਂ ਛੱਡ ਸਕਦੇ ਜੀ। ਸਿਖਿਆਰਥੀ ਜਿਹੜਾ ਉਹ ਕਿਸੇ ਖਾਸ ਕੰਮ ਲਈ ਸਿੱਖ ਰਿਹਾ, ਜਦੋਂ ਕਿਹੜਾ ਵਿਦਿਆਰਥੀ ਆ ਉਹ ਵਿਦਿਆ ਵਿਚਾਰੀ, ਵਿਦਿਆ ਨੂੰ ਵਿਚਾਰ ਰਿਹਾ। ਇਸ ਕਰਕੇ ਮੇਰੇ ਖਿਆਲ 'ਚ ਵਿਦਿਆਰਥੀ ਸ਼ਬਦ ਜਿਹੜਾ ਉਹ ਸਹੀ ਰਹੇਗਾ। ਕਿਆ ਬਾਤ ਜੀ ਸਰ, ਠੀਕ ਹੈ, ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ। ਸ਼ੁਕਰੀਆ ਜੀ, ਤੁਹਾਡਾ ਸਾਰਿਆਂ ਦਾ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਸਰ। ਕਿਆ